च जहर केड़ा खोर वे गया। चानना दे हानियां दे मिठे मिठे पानियां च जहर केड़ा खोर वे गया। अणखां दे जादूआं दा रंग रत्ते बाजुआं दा उठ किते जोर वे गया। कौन सी लुटेरा माण ताण साडे रोल के ते लुट साडी लोर वे गया। बाहां नूं मरोड़ के कचहरियां दे राहां वल कौन सानू तोर वे गया। हो मेरे आ बेलिया मियां कौन सानू तोर वे गया। कौन सानू तोर वे गया। कौन सानू रोल वे गया। ਵੀ ਮੰਚ ਵੱਲੋਂ ਪੰਜਾਬੀ ਰੰਗਮੰਚ, ਪੰਜਾਬੀ ਰੰਗਕਰਮੀ ਤੇ ਪੰਜਾਬੀ ਰੰਗਮੰਚ ਨੂੰ ਪਿਆਰ ਕਰਨ ਵਾਲਿਆਂ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਸਾਡਾ ਇਹ ਆਨਲਾਈਨ ਥੀਏਟਰ ਇੰਟਰਨੈਸ਼ਨਲ ਥੀਏਟਰ ਪੰਜਾਬੀ ਫੈਸਟੀਵਲ ਜਿਹੜਾ ਉਹ 21ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਰੰਗਮੰਚ ਨੂੰ ਇਹ ਨਵੀਂ ਵਿਧਾ ਜਿਹੜੀ ਹੈ ਇਹ ਵੀ ਮੰਚ ਵਾਲੇ ਪ੍ਰਵਾਨ ਕਰਨਗੇ ਇੱਦਾਂ ਦੀ, ਤੇ ਆਪਾਂ ਸਾਰੇ ਉਸ ਨੂੰ ਇੰਨੀ ਉਤਸੁਕਤਾ ਨਾਲ ਉਸ ਦਾ ਆਨੰਦ ਮਾਣਾਂਗੇ ਕਿ ਆਪਾਂ ਘਰਾਂ ਦੇ ਵਿੱਚ ਬੈਠੇ ਇੱਕ ਦੂਜੇ ਰੰਗਕਰਮੀਆਂ ਲਈ ਖਾਸ ਕਰਕੇ ਰੰਗਮੰਚ ਜਿਹੜਾ ਇੱਕ ਕਥਾਰਸਿਸ ਦੀ ਵਿਧਾ ਆਪਾਂ ਸਾਰੇ ਇੱਕ ਦੂਜੇ ਨਾਲ ਜੁੜ ਕੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ। ਇੱਕ ਦੂਜੇ ਦੇ ਜੀਵਨ ਬਾਰੇ, ਅੱਜ ਕੱਲ੍ਹ ਉਹਨਾਂ ਦਾ ਸਮਾਂ ਜਿਹੜਾ ਕਿਸ ਤਰ੍ਹਾਂ ਲੰਘ ਰਿਹਾ, ਇਸ ਸਭ ਕਾਸੇ ਬਾਰੇ ਕਥਾਰਸਿਸ ਕਰਨ ਲਈ ਇਹ ਇੱਕ ਬਹੁਤ ਵਧੀਆ ਵਿਧਾ ਜਿਹੜੀ ਹੈ ਇਹ ਬੋਹੇਮੀਅਨਸ ਵੱਲੋਂ ਵੀ ਮੰਚ ਵੱਲੋਂ ਜਿਹੜੀ ਹੈ ਰੰਗਕਰਮੀਆਂ ਨੂੰ ਪ੍ਰਦਾਨ ਕੀਤੀ ਗਈ ਹੈ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਮੰਚ ਵਾਲਿਆਂ ਦਾ। ਅੱਜ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਹ ਜਿਹੜੇ ਨੇ ਦਿੱਲੀ ਤੋਂ ਲੈ ਕੇ ਕੈਨੇਡਾ ਤੱਕ ਦਾ ਉਹਨਾਂ ਦਾ ਸਫ਼ਰ ਹੈ। ਇਸ ਅੱਜ ਦੀ ਜਿਹੜੀ ਚਰਚਾ ਹੈ ਇਹਦੇ ਵਿੱਚ ਅਸੀਂ ਚਾਰ ਜਿਹੜੇ ਸਾਡੇ ਸੈਗਮੈਂਟ ਨੇ ਉਹਨਾਂ ਦੇ ਵਿੱਚ ਜਿਹੜਾ ਸੁਨਹਿਰੀ ਬੋਲ ਪੰਜਾਬੀ ਰੰਗਮੰਚ ਨਾਲ ਜੁੜੇ ਸਿੱਧੇ ਜਾਂ ਸਿੱਧੇ ਤੌਰ ਤੇ ਜਿਹੜੇ ਵੱਡੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਜਿਹੜੇ ਨੇ ਬੋਲ ਪੰਜਾਬੀ ਰੰਗਮੰਚ ਬਾਰੇ ਜਾਂ ਉਹਨਾਂ ਦਾ ਆਸ਼ੀਰਵਾਦ ਪੰਜਾਬੀ ਰੰਗਮੰਚ ਨੂੰ, ਪੰਜਾਬੀ ਰੰਗਕਰਮੀਆਂ ਨੂੰ। ਤੇ ਉਸ ਤੋਂ ਬਾਅਦ ਪੇਸ਼ੇ ਨਜ਼ਰ ਅੱਜ ਦੀ ਜਿਹੜੀ ਪਰਸਨੈਲਿਟੀ ਹੈ ਉਹ ਆਪਣਾ ਵਨ ਮੈਨ ਸ਼ੋਅ ਜਿਹੜਾ ਹੈ ਇੱਕ ਸੋਲੋ ਪਲੇ ਦਰਸ਼ਕਾਂ ਦੇ ਸਨਮੁਖ ਰੱਖਣਗੇ। ਉਸ ਤੋਂ ਬਾਅਦ ਆਪਾਂ ਰੂਬਰੂ ਜਿਹੜੀ ਹੈ ਉਸ ਪਰਸਨੈਲਿਟੀ ਦੇ ਨਾਲ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਰੰਗਮੰਚ ਸਫ਼ਰ ਬਾਰੇ ਆਪਾਂ ਜਾਣਾਂਗੇ। ਤੇ ਉਸ ਤੋਂ ਬਾਅਦ ਚਰਚਾ ਉਹਨਾਂ ਦੀ ਉਸ ਪੇਸ਼ਕਾਰੀ ਦੇ ਉੱਤੇ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ, ਤੇ ਨਾਲ ਹੀ ਸਾਡੇ ਦਰਸ਼ਕ ਜਿਹੜੇ ਨੇ ਉਹਦੇ ਵਿੱਚ ਪਾਰਟੀਸਪੇਟ ਕਰ ਸਕਣਗੇ। ਇੱਕ ਵਾਰ ਫਿਰ ਜੀ ਆਇਆਂ ਨੂੰ ਪੰਜਾਬੀ ਰੰਗਕਰਮੀਆਂ ਨੂੰ, ਪੰਜਾਬੀ ਰੰਗਮੰਚ ਨੂੰ ਪਿਆਰ ਕਰਨ ਵਾਲਿਆਂ ਨੂੰ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ। ਰੰਗਕਰਮੀ ਜਿਹੜਾ ਉਹ ਪਿਆਰ ਤੇ ਤਾੜੀਆਂ ਦੇ ਨਾਲ ਮੇਰਾ ਖਿਆਲ ਸਾਰੀ ਜ਼ਿੰਦਗੀ ਕੱਢ ਸਕਦਾ ਹੈ। ਤੇ ਇੱਕ ਵਾਰ ਫਿਰ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ। ਅੱਜ ਜਿਹੜੀ ਪਰਸਨੈਲਿਟੀ ਨੂੰ ਅਸੀਂ ਤੁਹਾਡੇ ਸਾਹਮਣੇ ਤੁਹਾਡੇ ਸਨਮੁਖ ਪੇਸ਼ ਕਰਾਂਗੇ ਉਹਨਾਂ ਦਾ ਨਾਮ ਹੈ ਸਰਬਜੀਤ ਸਿੰਘ ਅਰੋੜਾ। ਸਰਬਜੀਤ ਅਰੋੜਾ ਹੋਰਾਂ ਨੇ ਜਿੱਥੇ ਅਰਲੀ 90s ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਉਹਨਾਂ ਦਾ ਰੰਗਮੰਚ ਦਾ ਸਫ਼ਰ ਹੈ, ਇੰਗਲਿਸ਼ ਥੀਏਟਰ ਤੋਂ ਸ਼ੁਰੂ ਕਰਕੇ ਪੰਜਾਬੀ ਥੀਏਟਰ ਵੱਲ ਤੇ ਫਿਰ ਕੈਨੇਡਾ ਆ ਕੇ ਲਗਾਤਾਰ ਥੀਏਟਰ ਨੂੰ ਜਾਰੀ ਰੱਖਣਾ। ਸਰਬਜੀਤ ਅਰੋੜਾ ਹੋਣੀ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਸੈਟਲ ਨੇ। ਸਾਡੀ ਵੀ ਮੰਚ ਦੀ ਟੀਮ ਜਿਹੜੀ ਹੈ ਉਹ ਇੰਡੀਆ ਜਲੰਧਰ ਦੇ ਵਿੱਚ ਬੈਠੀ ਹੈ, ਤੇ ਮੈਂ ਤੁਹਾਡੇ ਸਾਹਮਣੇ ਅਮਰੀਕਾ ਦੀ ਧਰਤੀ ਤੋਂ ਬੋਲ ਰਿਹਾ। ਦੁਨੀਆ ਜਿਹੜੀ ਹੈ ਵੀ ਮੰਚ ਨੇ ਵਾਕਈ ਬਹੁਤ ਛੋਟੀ ਕਰ ਦਿੱਤੀ ਹੈ। ਇੱਕ ਵਾਰ ਫਿਰ ਅਸੀਂ ਸ਼ੁਕਰੀਆ ਕਰਦੇ ਹਾਂ ਵੀ ਮੰਚ ਦਾ। ਅੱਜ ਦੇ ਜਿਹੜੇ ਸੁਨਹਿਰੀ ਬੋਲ ਨੇ ਉਹਨਾਂ ਦੇ ਵਿੱਚ ਜਿਹੜੀ ਸ਼ਖਸੀਅਤ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੇਗੀ ਜਾਂ ਸਾਡੇ ਇਸ ਰੰਗਮੰਚ ਨੂੰ ਆਸ਼ੀਰਵਾਦ ਦੇਵੇਗੀ, ਉਹ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ,
अर्ली 80s ਤੋਂ ਲੈ ਕੇ ਅੱਜ ਤੱਕ ਜਿਹੜਾ ਵੀ ਬੰਦਾ ਰੰਗਮੰਚ ਨਾਲ ਜੁੜਿਆ ਹੈ ਉਹ ਉਹਨਾਂ ਨੂੰ ਬਖੂਬੀ ਜਾਣਦਾ ਹੈ। ਮੇਰੀ ਮੁਰਾਦ ਹੈ ਡਾਕਟਰ ਰਵੇਲ ਸਿੰਘ ਹੋਰਾਂ ਤੋਂ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪੰਜਾਬੀ ਅਕੈਡਮੀ ਦੇ ਵਿੱਚ ਬਤੌਰ ਸਕੱਤਰ ਪੰਜਾਬੀ ਅਕੈਡਮੀ ਆਪਣੀ ਭੂਮਿਕਾ ਨਿਭਾਈ ਹੈ। ਉਹਨਾਂ ਦੇ ਜਿਹੜੇ ਕੁਝ ਬੋਲ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਾਂਗੇ ਤੇ ਲੋ पेश है सुनहरी बोल। सब तो पहले तो मैं वी मंच और सरदार गुरविंदर सिंह होरां नूं शुभ शामा दिना, उन्होंने बधाई दिना कि उन्होंने ये बहुत वड्डी पहलकदमी की है कि इस लॉकडाउन के इस समय विच जदों सारी दुनिया महामारी ਦੇ ਕਾਰਨ ਘਰਾਂ ਵਿੱਚ ਤੁੰਨੀ ਹੋਈ ਆ, ਵੜੀ ਹੋਈ ਹੈ, ਉਸ ਵੇਲੇ ਇੱਕ ਇਹੋ ਜਿਹਾ ਮੰਚ ਪ੍ਰਦਾਨ ਕਰਨਾ ਜਿਹਦੇ ਨਾਲ ਥੀਏਟਰ ਕਰਨ ਵਾਲਿਆਂ ਨੂੰ ਔਰ ਥੀਏਟਰ ਦੇਖਣ ਵਾਲਿਆਂ ਨੂੰ ਜਿਹੜਾ ਇੱਕ ਸੁੱਖ ਦਾ ਸਾਹ ਆਵੇ, ਥੋੜ੍ਹੀ ਜਿਹੀ ਉਹਨਾਂ ਨੂੰ ਮਿਲੇ ਕਿ ਅਸੀਂ ਅਜੇ ਜ਼ਿੰਦਾ ਹਾਂ। ਇਹ ਪਹਿਲ ਕਦਮੀ ਉਸ ਪਾਸੇ ਵੱਲ ਬਹੁਤ ਵੱਡਾ ਕਦਮ ਹੈ। ਪਰ ਨਾਲ ਦੀ ਨਾਲ ਸਾਨੂੰ ਨਵੇਂ ਟੂਲ ਲੱਭਣੇ ਪੈਣਗੇ ਥੀਏਟਰ ਵਾਲਿਆਂ ਨੂੰ, ਖਾਸ ਕਰਕੇ ਨਾਟਕ ਲਿਖਣ ਵਾਲਿਆਂ ਨੂੰ ਅਤੇ ਨਾਟਕ ਕਰਨ ਵਾਲਿਆਂ ਨੂੰ, क्योंकि नाटक लिखना पहले तो फिर नाटक करना। सो पहले तो नाटककार की जिम्मेवारी बनेगी कि वो इदां दे नाटक सामने लियाउण, इदां दे नाटक लिखण जिहड़े कि एक पात्री होण जां दो पात्री होण वध तो वध। पर ये कुछ करना ही सानूं पैना, इहदे बिना साडे कोल होर कोई बदल नहीं हैगा। तो ये बदल लभणे ये शुरू हो गया भी मंच नाल कि असीं पहले ऑनलाइन थिएटर कर लिया। जित्थों तक सरबजीत सिंह अरोड़ा होणां दा सवाल है, वो अज इस दे विच रूबरू दे विच साडे सामने आ रहे हैं। सरबजीत सिंह होरां दे वास्ते ये मैं कहना चाहुंदा कि सरबजीत बहुत जिहड़ा एक कर्मठ रंगकर्मी आ। मैं बचपन तो उन्होंने जानदा, जदों वो खुद थिएटर करते सी और उस तो बाद मेरे पंजाबी अकैडमी के दिनों में उन्होंने थिएटर डायरैक्ट भी किया और बाल थिएटर वर्कशापों में साडे नाल रहे। और उदों भी उन्हों का लगता सी कि ये जो लड़का है ये थिएटर में जरूर कुछ वड्डा काम करेगा। और कनेडा जाके भी अपने व्यापार के नाल उन्होंने थिएटर एक्टिविटीज़ जारी रखियाँ, उत्थे एसोसीएशन बनाई और एसोसीएशन के विच रहिंदियां उन्होंने हर साल कनेडा वर्गे देश में एक दो प्रोडक्शनस हर साल पंजाबी दियां करनियां। ये कोई छोटा काम नहीं सी। सो इसलिए मैं उन्होंने बधाई भी दिना और मैं उन्हों तो ये चाहना भी है कि वो वध तो वध होर थिएटर करन और पंजाबी थिएटर में वध तो वध कंट्रीब्यूट करन। और दूजी गल यह है कि जिथे सरबजीत अरोड़ा हुणी दे नाल कनेडा के रंगमंच तक तजर्बा साढ़े को सामने आ रहा, उत्थे नाल ही वी मंच भी जिहड़ियां साड़ियां एक्टिविटीज़ है, जिहड़े साडे थिएटर करने वाले लोग है, साडे रंगकर्मी आ, उन्होंने भी एक विश्व मंच प्रदान कर रहा इस तरह नाल। सो ये दोनों का जिहड़ा सुमेल है साडे नाटककारां दा, साडे रंगकर्मियां दा और वी मंच का, ये पंजाबी थिएटर नूं अंतरराष्ट्रीय मंच भी प्रदान कर रहा। इसलिए मैं सरबजीत अरोड़ा ने भी बधाई देना और भी मंच के सरदार गुरविंदर सिंह भी बधाई देना, उन्होंने जुड़ी सारी टीम में मैं बधाई देना, शाबाश देना कि उन्होंने पंजाबी थिएटर लिए इन्ने वड्डे पद्धर पर सोचा और ये सोच सानू एक नवी दिशा वाल लैके जाएगी, ये मैनू पूरी उम्मीद है। दर्शकों स्वागत है साडे दूसरे सैगमेंट दे विच जिस दा नाम है रूबरू। अज जिहड़ी शख्सियत असी तुहाडे सामने पेश कर रहे हैं उन्हां दा रंगमंच दा सफर जिहड़ा है वो अर्ली 90s तो लैके हुण तक निरंतर जारी है, जिथे उन्होंने दिल्ली दे विच इंग्लिश थिएटर हाउस तो शुरू करके अपना सफर जिहड़ा वो पंजाबी रंगमंच वाल लियांदा है। उत्थे कनेडा की धरती के उत्ते आके रंगमंच नूं जारी रखना अपने आप दे विच एक काफ़ी तशद्दद भरिया जिहड़ा मुश्किल काम है, पर वो लगातार इस थिएटर नूं जारी रख रहे हैं। मेरी मुराद है सरबजीत सिंह अरोड़ा होना तो। लो मिलते हैं सरबजीत सिंह अरोड़ा जी नूं
ਸਰਬਜੀਤ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪਵਨਦੀਪ ਜੀ, ਤੇ ਸਾਰੇ ਹੀ ਰੰਗ ਕਰਮੀਆਂ ਨੂੰ, ਥੀਏਟਰ ਪ੍ਰੇਮੀਆਂ ਨੂੰ, ਜਿਹੜੇ ਵੀ ਸਾਨੂੰ ਇਸ ਵਕਤ ਵੇਖ ਰਹੇ ਨੇ, ਨਾਜ਼ਰੀਨ, ਉਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰਬਜੀਤ ਭਾਜੀ, ਤੁਸੀਂ ਵੀ ਮੰਚ ਤੇ ਸਾਡੇ ਦਰਸ਼ਕ ਜਿਹੜੇ ਨੇ ਉਹ ਆਲਰੇਡੀ ਬਹੁਤ ਉਤਸਕ ਨੇ ਤੁਹਾਨੂੰ ਦੇਖ ਕੇ। ਕਾਫੀ ਦਰਸ਼ਕਾਂ ਦੀਆਂ ਜਿਹੜੀਆਂ ਬੈਸਟ ਵਿਸ਼ੇਸ ਤੇ ਮੁਬਾਰਕਾਂ ਤੁਹਾਨੂੰ ਜਿਹੜੀਆਂ ਉਹ ਭੇਜ ਰਹੇ ਨੇ ਆਨਲਾਈਨ ਲਗਾਤਾਰ। ਤੁਸੀਂ ਆਪਣੇ ਸ਼ੁਰੂਆਤ ਸਫ਼ਰ ਜਿਹੜਾ ਹੈ ਉਸ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਨੂੰ ਉਹਦੇ ਉੱਤੇ ਝਾਤੀ ਜ਼ਰੂਰ ਮਰਵਾਓ। ਜ਼ਰੂਰ ਜੀ। ਮੈਂ ਦਿੱਲੀ ਸ਼ਹਿਰ ਦਾ ਜੰਮਪਲ ਹਾਂ। ਮੈਂ ਦਿੱਲੀ ਸ਼ਹਿਰ 'ਚ ਜੰਮਿਆ, ਉੱਥੇ ਜ਼ਿੰਦਗੀ ਦੇ ਕਰੀਬ ਮੈਂ 26-27 ਸਾਲ ਗੁਜ਼ਾਰੇ। ਉਸ ਤੋਂ ਬਾਅਦ ਮੈਂ ਕੈਨੇਡਾ ਆ ਗਿਆ। ਸੋ ਮੇਰਾ ਜੋ ਕੁਝ ਵੀ ਹੈ, ਦਿੱਲੀ ਮੇਰਾ ਪਹਿਲਾ ਘਰ ਸੀ, ਪਰ ਮੇਰੇ ਵੱਡੇ ਜਿਹੜੇ ਸਨ ਉਹ ਪਾਕਿਸਤਾਨ ਤੋਂ ਆਏ ਸਨ। ਸੋ ਮੈਂ ਉਸ ਨੂੰ ਵੀ ਆਪਣਾ ਉੱਧਰ ਜਿਹਨੂੰ ਲਹਿੰਦਾ ਪੰਜਾਬ ਕਹਿ ਲੈਂਦੇ ਹਾਂ ਅਸੀਂ, ਮੈਂ ਉਸ ਪੰਜਾਬ ਨਾਲ ਮੇਰਾ ਤਾਲਕ ਹੈ। ਸਹੀ ਮਾਇਨੇ ਜੇ ਪੰਜਾਬ ਨਾਲ ਤਾਲਕ ਲੱਭਿਆ ਜਾਵੇ ਤੇ ਮੇਰੇ ਵੱਡੇ ਸਰਗੋਧੇ ਦੇ ਨੇ, ਮੇਰੇ ਫਾਦਰ ਦਾ ਜਨਮ ਉੱਥੇ ਦਾ, ਪਰ ਮੈਂ ਦਿੱਲੀ ਦਾ ਜੰਮਪਲ ਹਾਂ ਤੇ ਹੁਣ ਕੈਨੇਡਾ ਮੇਰੀ ਧਰਤੀ ਹੈ। ਬਹੁਤ ਅੱਛੇ, ਬਹੁਤ ਵਧੀਆ। ਸਰਬਜੀਤ ਭਾਜੀ, ਤੁਹਾਡਾ ਪੰਜਾਬੀ ਥੀਏਟਰ ਨਾਲ ਜਿਹੜਾ ਲਗਾਓ ਹੈ ਉਹ ਤੁਹਾਡੀ ਫੈਮਿਲੀ ਦੇ ਵਿੱਚੋਂ ਕੋਈ ਰੰਗਮੰਚ ਨਾਲ ਜੁੜਿਆ ਸੀ, ਜਾਂ ਤੁਹਾਡਾ ਸਕੂਲ ਦੇ ਵਿੱਚ ਆ ਕੇ ਜਾਂ ਕਾਲਜ ਦੇ ਵਿੱਚ ਆ ਕੇ ਪੰਜਾਬੀ ਥੀਏਟਰ ਨਾਲ ਵਾਸਤਾ ਪਿਆ, ਜਾਂ ਇਸ ਬਾਰੇ ਕੋਈ ਜਾਣਕਾਰੀ ਦਿਓ। ਜੀ ਜ਼ਰੂਰ। ਸੋ ਮੇਰਾ ਪੰਜਾਬੀ ਥੀਏਟਰ ਨਾਲ ਵਾਸਤਾ ਪਹਿਲਾਂ ਨਹੀਂ ਸੀ। ਮੇਰਾ ਵਾਸਤਾ ਥੀਏਟਰ ਨਾਲ ਪਹਿਲਾਂ ਹੋਇਆ, ਪੰਜਾਬੀ ਤੋਂ ਬਹੁਤ ਬਾਅਦ ਵਿੱਚ ਮੈਨੂੰ ਮਿਲੀ। ਜੇ ਸੱਚਾਈ ਦੀ ਗੱਲ ਕਰਾਂ ਤਾਂ ਮੈਂ 8ਵੀਂ ਜਮਾਤ ਤੱਕ ਮੈਂ ਨਾ ਪੰਜਾਬੀ ਲਿਖ ਸਕਦਾ ਸੀ, ਨਾ ਪੜ੍ਹ ਸਕਦਾ ਸੀ, ਨਾ ਬੋਲ ਸਕਦਾ ਸੀ। ਮੈਨੂੰ ਬਿਲਕੁਲ ਵੀ ਪੰਜਾਬੀ ਨਹੀਂ ਸੀ ਆਉਂਦੀ। ਕਿਉਂਕਿ ਮੈਂ ਦਿੱਲੀ, ਜਿਸ ਤਰ੍ਹਾਂ ਮੈਂ ਦੱਸਿਆ ਕਿ ਦਿੱਲੀ ਸ਼ਹਿਰ ਦਾ ਜੰਮਪਲ ਸੀ, ਮੇਰੀ ਪਹਿਲੀ ਜ਼ੁਬਾਨ ਹਿੰਦੀ ਸੀ, ਮੈਂ ਹਿੰਦੀ ਬੋਲਦਾ ਸੀ, ਤੇ ਇਸ ਕਰਕੇ ਪੰਜਾਬੀ ਮੇਰੇ ਹਿੱਸੇ ਨਹੀਂ ਸੀ ਆਈ। ਘਰਾਂ 'ਚ ਬੋਲੀ ਜਾਂਦੀ, ਸੁਣਦੇ ਸੀ, ਪਰ ਕੰਫਰਟ ਲੈਵਲ ਜਿਹਨੂੰ ਕਹਿਣਾ ਚਾਹੀਦਾ ਉਹ ਨਹੀਂ ਸੀ ਮੇਰਾ ਜ਼ੁਬਾਨ ਦਾ। ਮੈਂ 82 ਦੇ ਵਿੱਚ ਮੈਨੂੰ ਸਕੂਲ ਦੇ ਵਿੱਚ ਮੇਰੀ ਅੰਗਰੇਜ਼ੀ ਦੀ ਟੀਚਰ ਸੀ ਮਿਸਿਸ ਗੁਲਿਆਨੀ। ਉਹਨਾਂ ਨੇ ਮੈਨੂੰ ਰਵਿੰਦਰ ਨਾਥ ਟੈਗੋਰ ਦਾ ਡਰਾਮੇ ਵਿੱਚ ਇੱਕ ਕਿਰਦਾਰ ਨਿਭਾਉਣ ਲਈ ਕਿਹਾ। ਦ ਹੋਮ ਕਮਿੰਗ ਨਾਂ ਦਾ ਇੱਕ ਪਲੇ ਸੀ, ਉਸ ਵਿੱਚ ਬੰਗਾਲ ਦਾ ਸੈਟਅਪ, ਉਸ ਵਿੱਚ ਮੈਨੂੰ ਇੱਕ ਅੰਗਰੇਜ਼ੀ ਡਰਾਮੇ ਵਿੱਚ ਮੈਨੂੰ ਕਿਰਦਾਰ ਕਰਨ ਨੂੰ ਦਿੱਤਾ ਗਿਆ। ਉਹ ਜਿਹੜਾ ਕਿਰਦਾਰ ਸੀ ਜਿਸਨੇ ਮੇਰਾ ਥੀਏਟਰ ਦੇ ਕਰੀਅਰ ਦਾ, ਜਿਹਨੂੰ ਕਹਿੰਦਾ ਮੈਂ ਸਮਝਦਾ ਕਿ ਬੁੱਢ ਬੰਨਿਆ। ਮੈਨੂੰ ਥੀਏਟਰ ਕਰਕੇ ਬੜਾ ਚੰਗਾ ਜਿਹਾ ਲੱਗਿਆ। ਮੈਨੂੰ ਲੱਗਿਆ ਕਿ ਯਾਰ ਮੈਂ ਬੰਗਾਲ ਦੇ ਜੀਵਨ ਬਾਰੇ ਸਮਝ ਸਕਿਆ, ਮੈਨੂੰ ਧੋਤੀ ਪਾਉਣ ਦਾ ਮੌਕਾ ਮਿਲਿਆ ਜੋ ਕਦੀ ਸੋਚਿਆ ਨਹੀਂ ਸੀ ਮੈਂ। ਸੋ ਮੈਨੂੰ ਬੜੀ ਚੰਗੀ ਜਿਹੀ ਗੱਲ ਲੱਗੀ। ਸੋ ਉਸ ਨਾਲ ਮੈਂ ਕੋਸ਼ਿਸ਼ ਕਰਨ ਲੱਗ ਗਿਆ, ਲੱਭਣ ਲੱਗ ਗਿਆ ਮੌਕੇ, ਕਿ ਜਿੱਥੇ ਕਿਤੇ ਮੌਕਾ ਮਿਲ ਜਾਏ ਡਰਾਮਾ ਕਰਨ ਦਾ। ਸੋ ਉਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਪੰਜਾਬੀ ਥੀਏਟਰ ਘੱਟ ਸੀ ਕਾਫੀ, ਜਾਂ ਸ਼ਾਇਦ ਮੇਰੀ ਪਹੁੰਚ ਨਹੀਂ ਸੀ ਉੱਥੇ ਤੱਕ। ਸੋ ਜੋ ਜਿੱਥੇ ਤੱਕ ਮੇਰੀ ਪਹੁੰਚ ਹੋਈ, ਮੈਂ ਜੀ ਅੰਗਰੇਜ਼ੀ ਸਕੂਲ 'ਚ ਕਰਦਾ ਸੀ ਜਾਂ ਹਿੰਦੀ ਕਰਨ ਲੱਗ ਗਏ, ਉਸ ਸਭ ਚੱਲਦਾ ਰਿਹਾ। ਸੋ ਉੱਥੋਂ ਫਿਰ ਨੈਕਸਟ ਸਟੈਪ ਕੀ ਹੋਇਆ ਕਿ ਮੇਰੀ ਮੁਲਾਕਾਤ ਮੇਰੇ ਉਸਤਾਦ, ਮੇਰੇ ਬਹੁਤ ਸਾਰੇ ਉਸਤਾਦ ਨੇ ਜੀ, ਉਹਨੂੰ ਗੁਰੂ ਮੰਨਦਾ, ਤੇ ਉਹਨਾਂ ਵਿੱਚ ਮੇਰੀ ਪਹਿਲੇ ਜਿਹੜੀ ਜਿਹਨਾਂ ਦੀ ਸ਼ਾਗਿਰਦੀ ਕੀਤੀ ਅਸ਼ੋਕ ਪੁਰਮ ਸਾਹਿਬ ਨੇ, ਅੱਜ ਕੱਲ੍ਹ ਬੰਬੇ 'ਚ ਹੁੰਦੇ ਨੇ। ਉਹਨਾਂ ਤੋਂ ਮੈਂ 2 ਚੀਜ਼ਾਂ ਸਿੱਖੀਆਂ, ਖਾਸ ਤੌਰ ਤੇ ਉਹਨਾਂ ਦਾ ਜ਼ਿਕਰ ਵੀ ਕਰਾਂਗਾ ਮੈਂ। ਅਸ਼ੋਕ ਪੁਰਮ ਸਾਹਿਬ ਨੇ ਮੈਨੂੰ ਅੰਗਰੇਜ਼ੀ ਥੀਏਟਰ ਵਾਲੇ ਪਾਸੇ ਜੋੜੀ ਰੱਖਿਆ। ਅਸ਼ੋਕ ਪੁਰਮ ਸਾਹਿਬ ਉਹਨਾਂ ਦੇ ਵਿੱਚ ਇੱਕ ਨੌਕਰੀ ਕਰਦੇ ਸੀ, ਤੇ ਉਹਨਾਂ ਨੇ ਅੱਛਾ ਜੋ ਨੌਕਰੀ ਇਸ ਕਿਸਮ ਦੀ ਸੀ, ਜੇ ਅੱਜ ਮੈਂ ਕਿਸੇ ਨੂੰ ਕਹਾਂ ਕਿ ਇੰਡੀਆ 'ਚ ਕਿਸੇ ਨੂੰ 5-7 ਲੱਖ ਰੁਪਇਆ ਮਹੀਨਾ ਬਣਦਾ ਹੋਵੇ ਤੇ ਨੌਕਰੀ ਅਚਾਨਕ ਛੱਡ ਦੇਵੇ ਕਿ ਮੈਂ ਆਪਣਾ ਸੁਪਨੇ ਪੂਰੇ ਕਰਨੇ, ਤੇ ਦਿੱਲੀ ਛੱਡ ਕੇ ਬੰਬਈ ਚਲਾ ਜਾਵੇ, ਉਹਨਾਂ ਨੇ ਐਗਜ਼ੈਕਟਲੀ ਇਹੀ ਕੀਤਾ। ਤੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਕਿ ਬਈ ਤੁਸੀਂ ਇਹ ਨੌਕਰੀ ਕਿਉਂ ਛੱਡੀ ਹੈ? ਤੇ ਉਹਨਾਂ ਨੇ ਇੱਕ ਮੈਨੂੰ ਗੱਲ ਕਹੀ ਜੋ ਸੀ ਕਿ ਦ ਓਨਲੀ ਥਿੰਗ ਦੈਟ ਸ਼ੈਟਰਸ ਅ ਡਰੀਮ ਇਜ਼ ਅ ਕੰਪਰੋਮਾਈਜ਼। ਉਹ ਗੱਲ ਮੇਰੇ ਲਈ ਸਾਰੀ ਜ਼ਿੰਦਗੀ ਦੀ ਮੇਰੇ ਨਾਲ ਵੱਜ ਗਈ, ਤੇ ਉਹੀ ਸ਼ਾਇਦ ਗੱਲ ਸੀ ਜਿਸ ਕਰਕੇ ਮੈਂ ਥੀਏਟਰ ਵਾਲੇ ਪਾਸੇ ਹੋ ਤੁਰਿਆ। ਤੇ ਮੈਂ ਕਿਹਾ ਵੀ ਜੋ ਮਰਜ਼ੀ ਹੋ ਜਾਵੇ, ਮੈਂ ਆਪਣਾ ਥੀਏਟਰ ਦਾ ਸੁਪਨਾ ਟੁੱਟਣ ਨਹੀਂ ਦਿਆਂਗਾ, ਮੈਂ ਥੀਏਟਰ ਨੂੰ ਕੈਰੀ ਔਨ ਕਰਾਂਗਾ। ਅੱਛਾ, ਜਦੋਂ ਅਸੀਂ ਥੀਏਟਰ ਕਰ ਰਹੇ ਸੀ, ਉੱਥੋਂ ਨਾਲ ਹੀ ਸਾਡੇ ਨਾਲ ਡਾਕਟਰ ਸਈਦ ਆਲਮ, ਅੱਜ ਕੱਲ੍ਹ ਹਿੰਦੁਸਤਾਨ ਵਿੱਚ ਬੜਾ ਵੱਡਾ ਨਾਂ ਹੈ ਉਹਨਾਂ ਦਾ, ਗਾਲਿਬ ਦੇ ਉੱਤੇ ਬੜੇ ਸਾਰੇ ਸ਼ੋਜ਼ ਕੀਤੇ ਨੇ, ਉਹ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦੇ ਕੋਲ ਥੀਏਟਰ ਦਾ ਕੋਈ ਐਕਸਪੀਰੀਅੰਸ ਨਹੀਂ ਸੀ। ਆਲਮ ਸਾਹਿਬ ਨੇ ਆਪਣੀ ਨੌਕਰੀ, ਇਰਾਨੀ ਨਿਊਜ਼ ਏਜੰਸੀ ਦੀ ਨੌਕਰੀ ਛੱਡ ਕੇ ਥੀਏਟਰ ਲਿਖਣਾ ਸ਼ੁਰੂ ਕਰ ਦਿੱਤਾ, ਪਲੇਜ਼ ਲਿਖਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਪਲੇਜ਼ ਮੈਂ ਡਾਇਰੈਕਟ ਕਰਨ ਲੱਗ ਗਿਆ। ਉਸ ਦੌਰ ਵਿੱਚ ਅਸੀਂ ਉਰਦੂ ਪਲੇਜ਼ ਕਰਦੇ ਸੀ। ਉਸ ਦੌਰਾਨ 2 ਚੀਜ਼ਾਂ ਹੋਰ ਹੋਈਆਂ ਮੇਰੇ ਉਰਦੂ ਪਲੇਜ਼ ਕਰਦਿਆਂ ਹੋਇਆਂ। ਮੈਨੂੰ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਕੁਝ ਵਰਕਸ਼ਾਪਸ ਕਰਨ ਦਾ ਮੌਕਾ ਮਿਲਿਆ, ਅਟੈਂਡ ਕਰਨ ਦਾ ਮੌਕਾ ਮਿਲਿਆ, ਤੇ ਨਾਲ ਹੀ ਮੈਂ ਡਾਕਟਰ ਚਰਨਦਾਸ ਸਿੱਧੂ ਦੇ ਪਲੇਜ਼ ਵੇਖਦਾ ਰਿਹਾ। ਪੰਜਾਬੀ 'ਚ ਦਿਲਚਸਪੀ ਪੈਦਾ ਹੋਣੀ ਸ਼ੁਰੂ ਹੋ ਗਈ, ਪੰਜਾਬੀ ਮੈਂ ਬੋਲਣ ਲੱਗ ਚੁੱਕਿਆ ਸੀ ਆਲਰੇਡੀ। ਉਸ ਵਰਕਸ਼ਾਪ ਦੌਰਾਨ ਮੇਰੇ ਬਹੁਤ ਸਾਰੇ ਵੱਡੇ ਉਸਤਾਦਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਫਿਰ ਮੌਕਾ ਮਿਲਿਆ, ਜਿਸ ਵਿੱਚ ਅੰਜਲਾ ਮਹਾਰਿਸ਼ੀ, ਮੋਹਨ ਮਹਾਰਿਸ਼ੀ, ਸਲੀਮ ਆਰਿਫ ਸਾਹਿਬ। ਸੋ ਸਲੀਮ ਆਰਿਫ ਸਾਹਿਬ ਨੇ ਮੈਨੂੰ ਪਹਿਲੇ ਦਿਨ ਕਲਾਸ ਵਿੱਚ ਇੱਕ ਸਵਾਲ ਪੁੱਛਿਆ ਉਸ ਵਰਕਸ਼ਾਪ ਵਿੱਚ। ਕਹਿੰਦੇ ਸਰ ਜੀ ਤੂੰ ਕੀ ਕਰਦਾ ਹੈ? ਉਹਨੇ ਮੇਰੀ ਸਿਰ ਤੇ ਪੱਗ ਬੱਧੀ ਦੇਖ ਕੇ ਆਟੋਮੈਟਿਕਲੀ ਅਸਿਊਮ ਕਰ ਲਿਆ ਵੀ ਕੀ ਕਰਦਾ, ਮੈਂ ਪੰਜਾਬੀ ਥੀਏਟਰ ਕਰੇਗਾ? ਮੈਂ ਕਿਹਾ ਹਾਂਜੀ ਪੰਜਾਬੀ ਥੀਏਟਰ ਕਰਾਂਗਾ। ਉਹਨਾਂ ਦਾ ਅਗਲਾ ਸਵਾਲ ਸੀ
ਤੂੰ ਕੀ ਸਫਰ ਹਾਊਸ ਥੀਏਟਰ ਕਰਨਾ ਚਾਹੁੰਦਾ ਹੈ? ਅੱਛਾ, ਮੈਂ ਇੰਨਾ ਕੁ ਅਣਭੋਲ ਸੀ, ਮੈਨੂੰ ਪਤਾ ਨਹੀਂ ਸੀ ਸਫਰ ਹਾਊਸ ਥੀਏਟਰ ਕੀ ਹੈ। ਮੈਂ ਸੱਚ ਦੱਸ ਰਿਹਾ ਜੀ, ਮੈਨੂੰ ਮੈਨੂੰ ਹਾਂਜੀ। ਇਸ ਬਾਰੇ ਕੋਈ ਇਲਮ ਨਹੀਂ ਸੀ, ਕਿਉਂਕਿ ਪੰਜਾਬੀ ਥੀਏਟਰ ਨਾਲ ਜੁੜਿਆ ਹੀ ਨਹੀਂ ਸੀ ਉਦੋਂ ਤੱਕ ਸਹੀ ਮਾਇਨੇ 'ਚ। ਰਾਈਟ। ਮੈਂ ਅਜੇ ਮੈਨੂੰ ਇਹ ਨਹੀਂ ਯਾਦ ਮੈਂ ਹਾਂ ਕਿਹਾ ਜਾਂ ਨਾ ਕਿਹਾ। ਉਹਨਾਂ ਨੇ ਇੱਕ ਗੱਲ ਕਹੀ ਜਿਹੜੀ ਬੜੀ ਪਤੇ ਦੀ ਗੱਲ ਸੀ, ਕਹਿੰਦੇ ਜੇ ਸਫਰ ਹਾਊਸ ਥੀਏਟਰ ਵੀ ਕਰਨਾ ਤਾਂ ਇਸ ਤਰੀਕੇ ਦਾ ਕਰੀ, ਲੋਕ ਕਹਿਣ ਕਿ ਤੇਰੇ ਤੋਂ ਬਿਹਤਰ ਕੋਈ ਨਹੀਂ। ਉਹ ਵੀ ਗੱਲ ਮੈਂ ਪੱਲੇ ਆਪਣੇ ਬੰਨ ਲਈ ਪੱਕੇ ਤੌਰ ਤੇ। ਉੱਥੇ ਕਿਤੇ ਮੇਰੇ ਥੀਏਟਰ, ਪੰਜਾਬੀ ਥੀਏਟਰ ਦੀ ਮੈਨੂੰ ਇਹ ਦਿਲਚਸਪੀ ਪੈਦਾ ਹੋਣੀ ਸ਼ੁਰੂ ਹੋਣ ਲੱਗ ਪਈ ਕਿ ਮੈਂ ਕਰਨਾ ਕੀ ਹੈ। ਡਾਕਟਰ ਸਿੱਧੂ ਦੀ ਮੁਲਾਕਾਤ ਤੇ ਫਿਰ ਅਗਲਾ ਮੋੜ ਲਿਆਂਦਾ ਉਸ ਵਿੱਚ। ਡਾਕਟਰ ਸਿੱਧੂ ਨੇ ਮੈਨੂੰ ਕਿਹਾ, ਇੱਕ ਦਿਨ ਮੈਂ ਡਰਾਮਾ ਦੇਖਣ ਗਿਆ ਤੇ ਕਹਿੰਦੇ ਉਹ ਜਿਸਨੂੰ ਬੜਾ ਪਿਆਰ ਕਰਦੇ ਉਹਨੂੰ ਗਾਲ ਕੱਢ ਕੇ ਬੁਲਾਉਂਦੇ ਸੀ, ਉਹਨਾਂ ਦਾ ਇੱਕ ਵੱਖਰਾ ਅੰਦਾਜ਼ ਸੀ। ਬਿਲਕੁਲ। ਹਾਂਜੀ। ਉਹਨਾਂ ਨੂੰ ਗਾਲ ਕੱਢ ਕੇ ਕਿਹਾ, ਕਹਿੰਦੇ ਹਰਾਮਜ਼ਾਦਿਆ ਤੂੰ ਬੰਦਾ ਕੰਮ ਕਰੀ, ਤੇਰੀ ਦਾੜੀ ਕੰਮ ਦੀ, ਮੈਂ ਐਕਟਰਾਂ ਦੀ ਨਕਲੀ ਦਾੜੀਆਂ ਲਾਉਂਦਾ ਤੰਗ ਹੋ ਗਿਆ, ਤੂੰ ਐਕਟਿੰਗ ਕਰਿਆ ਕਰ। ਮੈਂ ਪੰਜਾਬੀ ਐਕਟਿੰਗ ਕਿਵੇਂ ਕਰਾਂਗਾ? ਹਾਲਾਂਕਿ ਮੈਨੂੰ ਉਹਨਾਂ ਨਾਲ ਕਦੇ ਐਕਟ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਉਹਨਾਂ ਦੇ ਲਗਭਗ ਹਰ ਡਰਾਮੇ ਵਿੱਚ ਮੈਂ ਕੁਛ ਨਾ ਕੁਛ ਬੈਕ ਸਟੇਜ ਕੰਮ ਕੀਤਾ ਤੇ ਮੈਨੂੰ ਬੈਕ ਸਟੇਜ ਦਾ ਬਹੁਤ ਸ਼ੌਕ ਸੀ ਕੰਮ ਕਰਨ ਦਾ। ਸੋ ਮੇਰੀ ਪੰਜਾਬੀ ਥੀਏਟਰ ਦਾ ਮੋੜ ਉੱਥੋਂ ਆਇਆ। ਸੋ ਮੈਂ 1994-95 ਤੋਂ ਬਾਅਦ ਮੈਂ ਪੀਰੀਓਸ ਟਰੂਪ, ਜਿਸ ਨਾਲ ਮੈਂ ਕੰਮ ਕਰਦਾ ਸੀ, ਉਰਦੂ ਅੰਗਰੇਜ਼ੀ ਡਰਾਮੇ ਕਰਦਾ ਸੀ, ਉਸ ਨੂੰ ਮੈਂ ਫਤਿਹ ਬੁਲਾ ਦਿੱਤੀ ਤੇ ਮੈਂ ਸਿਰਫ ਪੰਜਾਬੀ ਡਰਾਮੇ ਵਾਲੇ ਪਾਸੇ ਹੋ ਤੁਰਿਆ ਤੇ ਮੈਂ ਪੰਜਾਬੀ ਡਰਾਮੇ ਲਿਖਣੇ, ਡਾਇਰੈਕਟ ਕਰਨੇ ਸ਼ੁਰੂ ਕਰ ਦਿੱਤੇ ਜੀ। ਵਾਹ ਜੀ ਵਾਹ, ਬਹੁਤ ਬਹੁਤ ਮਿਹਰਬਾਨੀ। ਤੁਸੀਂ ਆਪਣੇ ਪਿਛੋਕੜ ਬਾਰੇ ਜਿਹੜਾ ਚਾਨਣਾ ਪਾਇਆ। CD ਸਿੱਧੂ ਹੋਣਾ ਨਾਲ ਮੈਨੂੰ ਮੇਰੀ ਇੱਕ ਯਾਦ ਤੁਹਾਡੀ ਗੱਲ ਤੋਂ ਯਾਦ ਆ ਗਈ। 86 ਜਾਂ 85 ਦੇ ਵਿੱਚ ਡਾਕਟਰ ਆਤਮਜੀਤ ਹੋਣਾ ਨੇ ਇੱਕ ਸਦਭਾਵਨਾ ਨਾਟਕ ਮੇਲਾ ਕੀਤਾ ਸੀ ਮੋਹਾਲੀ ਦੇ ਵਿੱਚ, ਸ਼ਿਵਾਲਿਕ ਸਕੂਲ ਦੇ ਵਿੱਚ। CD ਸਿੱਧੂ ਸਾਹਿਬ ਪਲੇ ਕਰਨ ਆਏ ਉੱਥੇ ਤੇ ਇਹ ਗਾਲ ਵਾਲਾ ਕਿੱਸਾ ਜਿਹੜਾ ਉੱਥੇ ਹੀ, ਉਹ ਕਿਸੇ ਕਰੈਕਟਰ ਦੇ ਪੱਗ ਬੰਨਣੀ ਸੀ ਤੇ ਮੈਨੂੰ ਉਹਨਾਂ ਨੇ ਕਿਹਾ, ਓਏ ਹਰਾਮਜ਼ਾਦੇ ਇੱਧਰ ਆ, ਪੱਗ ਬੰਨ੍ਹ ਦੇ। ਮੈਨੂੰ ਨਹੀਂ ਸੀ ਪਤਾ ਉਹਨਾਂ ਦੀ ਸ਼ਖਸੀਅਤ ਬਾਰੇ। ਮੈਂ ਆਪਣੇ ਆਪ 'ਚ ਬੜਾ ਮਾਈਂਡ ਕੀਤਾ। ਡਾਕਟਰ ਸਾਹਿਬ ਨੇ ਮੈਨੂੰ ਕਿਹਾ, ਕਹਿੰਦੇ ਨਹੀਂ ਇਹ ਸਿੱਧੂ ਸਾਹਿਬ ਦੀ ਆਦਤ ਹੈ, ਕੋਈ ਗੱਲ ਨਹੀਂ, ਗੁੱਸਾ ਨਾ ਕਰ। ਤੇ ਨਹੀਂ, ਬਹੁਤ ਉਹਨਾਂ ਦਾ ਨਾਮ ਰਿਹਾ ਦਿੱਲੀ ਰੰਗਮੰਚ ਦੇ, ਪੰਜਾਬੀ ਰੰਗਮੰਚ ਦੇ ਵਿੱਚ। ਤੇ ਆਲਰੇਡੀ ਤੁਹਾਡੇ ਟੋਰਾਂਟੋ ਤੋਂ ਬਲਜਿੰਦਰ ਸਿੰਘ ਲਹਿਣਾ ਹੋਣੀ ਤੇ PAA ਦੇ ਕਾਫੀ ਮੈਂਬਰ ਜਿਹੜੇ ਨੇ ਉਹ ਫੇਸਬੁੱਕ ਤੇ ਸਾਡੇ ਨਾਲ ਜੁੜ ਚੁੱਕੇ ਨੇ, ਜਿਹੜੇ ਤੁਹਾਨੂੰ ਵਧਾਈਆਂ ਭੇਜਦੇ ਨੇ। ਕਹਿੰਦੇ ਨੇ ਕਿ ਤੁਸੀਂ ਪ੍ਰਾਊਡ ਹੋ PAA ਦਾ ਕੈਨੇਡਾ ਦੇ ਵਿੱਚ। ਜਿਹੜੀ ਤੁਹਾਡਾ ਜਿਹੜੀ ਟ੍ਰਾਂਜੀਸ਼ਨ ਸੀਗੀ ਦਿੱਲੀ ਤੋਂ ਲੈ ਕੇ ਕੈਨੇਡਾ ਤੱਕ ਦੀ, ਉਹਦੇ ਤੇ ਥੋੜੀ ਜੀ ਝਾਤ ਪਾਓ ਕਿ ਉਹ ਤੁਹਾਨੂੰ ਕੈਨੇਡਾ ਆ ਕੇ ਰੰਗਮੰਚ ਕਰਨਾ ਜਿਹੜਾ ਹੈ ਉਹਦੇ 'ਚ ਕਿੰਨੀਆਂ ਕੁ ਦਿੱਕਤਾਂ, ਜਾਂ ਮੈਨੂੰ ਬਤੌਰ, ਮੈਂ ਅਮਰੀਕਾ ਦੇ ਵਿੱਚ ਬੈਠਾ, ਤੋਂ ਜਦੋਂ ਮੈਂ ਅਮਰੀਕਾ ਆਇਆ ਸੀ ਮੈਂ ਕੁਝ ਸਾਲ ਥੀਏਟਰ ਬਾਰੇ ਸੋਚਿਆ ਵੀ ਨਹੀਂ ਸੀ। ਤੁਸੀਂ ਆਪਦੇ ਸਫ਼ਰ ਬਾਰੇ ਥੋੜਾ ਜਿਹਾ ਚਾਨਣਾ ਪਾਓ ਜੀ। ਸੋ ਮੈਂ ਤਾਂ ਜੀ ਬੜਾ ਤੁਹਾਨੂੰ ਦੱਸਿਆ ਸੀ ਨਾ ਜੀ ਕਿ ਮੈਂ ਸਿਰੜੀ ਕਿਸਮ ਦਾ ਇਨਸਾਨ ਆ। ਜਦੋਂ ਮੈਨੂੰ ਕਹਿ ਦਿੱਤਾ ਗਿਆ ਵੀ ਥੀਏਟਰ ਕਰਨਾ ਤੇ ਫਿਰ ਕਰਨਾ ਹੈ। ਸੋ ਮੈਂ ਜਦੋਂ ਕੈਨੇਡਾ ਆਇਆ ਤੇ ਆਉਂਦੇ ਹੀ ਮੈਂ ਪਹਿਲੀ ਨੌਕਰੀ ਜਿਹੜੀ ਮੈਂ ਕੀਤੀ ਇੱਥੇ ਰਾਮਸੇ ਬ੍ਰਦਰਸ ਦਾ ਐਕਟਿੰਗ ਸਕੂਲ ਸੀ, ਇੰਡੀਆ ਟੂਡੇ ਐਕਟਿੰਗ ਅਕੈਡਮੀ, ਉੱਥੇ ਮੈਨੂੰ ਬਤੌਰ ਐਕਟਿੰਗ ਟੀਚਰ ਨੌਕਰੀ ਮਿਲ ਗਈ। ਉੱਥੇ ਸਰੋਜ ਖਾਨ ਜਿਨ੍ਹਾਂ ਦੀ ਹਾਲ ਹੀ ਵਿੱਚ ਮੌਤ ਹੋਈ ਹੈ ਉਹ, ਤੇ ਰੋਸ਼ਨ ਤਨੇਜਾ ਜੀ ਵੀ, ਤੇ ਇੱਕ ਹੋਰ ਇੱਥੇ ਦਿਵਿਆ ਕੁਮਾਰ ਡਾਂਸ ਡਾਇਰੈਕਟਰ ਸੀ, ਅਸੀਂ ਸਾਰੇ ਉੱਥੇ ਪੜ੍ਹਾਉਂਦੇ ਰਹੇ। ਉਸ ਤੋਂ ਬਾਅਦ ਮੈਨੂੰ ਜਿਹੜੀ ਅਗਲੀ ਨੌਕਰੀ ਜਦੋਂ ਮਿਲੀ ਤੇ ਮੈਂ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਮੇਰੇ ਦੋਸਤ ਸੁਧੀਰ ਆਨੰਦ ਸਾਹਿਬ, ਉਹਨਾਂ ਨੂੰ ਮੈਂ ਕਿਹਾ ਮੈਂ ਥੀਏਟਰ ਕਰਨਾ ਚਾਹੁੰਦਾ, ਮੈਨੂੰ ਕੋਈ ਜਾਣਦਾ ਨਹੀਂ ਇੱਥੇ। ਅਜੇ ਮੈਨੂੰ 4 ਮਹੀਨੇ 5 ਮਹੀਨੇ ਹੋਏ ਸੀ ਕੈਨੇਡਾ ਆਇਆ ਨੂੰ। ਉਹਨਾਂ ਨੇ ਕਿਹਾ ਜੀ ਮੈਂ ਤੇਰਾ ਕੰਮ ਸੌਖਾ ਕਰ ਦਿੰਦਾ। ਉਹ ਮੈਨੂੰ ਬਲਜਿੰਦਰ ਸਿੰਘ ਲੇਹਨਾ ਕੋਲ ਲੈ ਗਏ, ਜੋ ਕਿ ਆਪਣੇ ਹੋਰ ਦੋਸਤਾਂ ਨਾਲ, ਕੁਲਦੀਪ ਰੰਧਾਵਾ, ਹਰਭਜਨ ਤੋਰਾ ਤੇ ਹੋਰ ਦੋਸਤਾਂ, ਜਨਕ ਜੋਸ਼ੀ ਜੀ ਨਾਲ ਰਲ ਕੇ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਚਲਾਉਂਦੇ ਸੀ। ਮੈਂ ਉਹਨਾਂ ਕੋਲ ਚਲਿਆ ਗਿਆ ਜੀ। ਮੈਂ ਕਿਹਾ ਜੀ ਮੈਂ ਥੀਏਟਰ ਦਾ ਸ਼ਦਾਈ ਹਾਂ, ਮੈਨੂੰ ਕੁਛ ਥੀਏਟਰ ਵਿੱਚ ਥੋੜਾ ਬਹੁਤ ਕੰਮ ਦੇ ਦਿਓ। ਉਹਨਾਂ ਨੇ ਮੈਨੂੰ ਪਹਿਲੇ ਡਰਾਮੇ ਵਿੱਚ ਆਜ਼ਾਦੀ ਕੇ, ਡਰਾਮੇ ਦਾ ਨਾਂ ਨਹੀਂ ਚੇਤੇ ਆ ਰਿਹਾ, ਓਂਕਾਰਪ੍ਰੀਤ ਦਾ ਡਰਾਮਾ ਸੀ, ਮੈਨੂੰ ਇੱਕ ਛੋਟਾ ਜਿਹਾ ਰੋਲ ਦੇ ਦਿੱਤਾ ਗਿਆ। ਮੈਂ ਉਹ ਰੋਲ ਕੀਤਾ। ਫਿਰ ਉਹ ਰੋਲ ਤੋਂ ਬਾਅਦ ਵਧਦੇ ਫਿਰ 5-7 ਸਾਲ ਦੇ ਸਫ਼ਰ ਵਿੱਚ ਮੈਨੂੰ ਲਿਖਣ ਦਾ, ਡਾਇਰੈਕਟ ਕਰਨ ਦਾ ਮੌਕਾ ਮਿਲਿਆ। ਤੇ ਮੇਰੇ ਲਈ ਤਾਂ ਜਿਹਨੂੰ ਕਹਿਣਾ ਟ੍ਰਾਂਜੀਸ਼ਨ ਬੜਾ ਸੌਖਾ ਹੋ ਗਿਆ, ਕਿਉਂਕਿ ਪੰਜਾਬੀ ਆਰਟਸ ਐਸੋਸੀਏਸ਼ਨ ਮੇਰੀ ਬਾਂਹ ਫੜ ਲਈ ਤੇ ਬਸ ਜ਼ਿੰਦਗੀ ਉਸ ਤੋਂ ਬਾਅਦ ਥੀਏਟਰ ਵਾਲੇ ਪਾਸੇ ਬੜੀ ਸੌਖੀ ਚੱਲ ਰਹੀ ਹੈ ਜੀ। ਨਹੀਂ, ਪੰਜਾਬੀ ਆਰਟਸ ਐਸੋਸੀਏਸ਼ਨ ਦਾ ਵਾਕਈ ਟੋਰਾਂਟੋ ਦੇ ਵਿੱਚ ਆਪਣਾ ਇੱਕ ਮੁਕਾਮ ਹੈ। ਪੰਜਾਬੀ ਥੀਏਟਰ ਨੂੰ ਨਿਰੰਤਰ ਉਹਨਾਂ ਨੇ ਜਿਹੜਾ ਜਗਵਿੰਦਰ ਜੱਜ ਹੋਣੀ, ਬਲਜਿੰਦਰ ਸਿੰਘ ਲਹਿਣਾ ਜੀ, ਇਹ ਸਾਰੇ ਜਿਹੜੀਆਂ ਸ਼ਖਸੀਅਤਾਂ ਨੇ, ਇਹਨਾਂ ਦਾ ਵਾਕਈ ਪ੍ਰਸ਼ੰਸਾ ਕਰਨੀ ਬਣਦੀ ਹੈ। ਮੈਨੂੰ ਪਤਾ ਹੈ ਬਲਜਿੰਦਰ ਸਿੰਘ ਲਹਿਣਾ ਹੋਣੀ ਭਾਵੇਂ ਪਰਦੇ ਦੇ ਪਿੱਛੇ ਕੰਮ ਕਰਦੇ ਨੇ, ਪਰ ਬੈਕਬੋਨ ਜਿਹੜੀ ਹੈ ਉਹ ਉਹੀ ਨੇ ਇਸ PAA ਦੀ। ਮੈਂ ਤੁਹਾਨੂੰ ਇੰਟਰਪਟ ਕਰਨਾ ਚਾਹੁੰਦਾ, ਕਥਾ ਕਲਾ ਦੀ ਮਾਫੀ ਚਾਹੁੰਦਾ। ਮੈਂ ਇੱਕ ਖਾਸ ਗੱਲ ਇਸ ਕਰਕੇ ਕਰਨੀ ਬਣਦੀ ਹੈ ਕਿਉਂ ਮੌਕੇ ਦੀ ਢੁਕਵੀਂ ਗੱਲ ਹੈ। ਆਮ ਥੀਏਟਰ ਵਾਲਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ, ਜੋ ਡਾਇਰੈਕਟਰ ਹੈ
ਉਹੀ ਪ੍ਰੋਡਿਊਸਰ ਹੈ, ਉਹੀ ਟਿਕਟਾਂ ਵੀ ਵੇਚ ਰਿਹਾ, ਉਹੀ ਐਕਟਰ ਇਕੱਠੇ ਕਰ ਰਿਹਾ, ਉਹੀ ਸਾਰਾ ਕੁਝ ਕਰ ਰਿਹਾ। ਪੰਜਾਬੀ ਆਰਟਸ ਐਸੋਸੀਏਸ਼ਨ ਵਿੱਚ ਇਹ ਦਿੱਕਤ ਨਹੀਂ ਹੈ। ਇੱਥੇ ਕਿਸੇ ਦੀ ਈਗੋ ਐਡੀ ਵੱਡੀ ਨਹੀਂ ਕਿ ਮੈਨੂੰ ਕੰਮ ਛੋਟਾ ਦਿੱਤਾ, ਮੈਨੂੰ ਵੱਡਾ ਦੇ ਦਿੱਤਾ। ਮੈਂ ਪਿਛਲੇ 10 ਸਾਲਾਂ ਵਿੱਚ ਤਾਂ ਗਾਰੰਟੀ ਕਰ ਰਿਹਾ, ਮੈਨੂੰ ਕਦੀ ਇਸ ਗੱਲ ਦਾ ਫਿਕਰ ਨਹੀਂ ਹੋਇਆ ਕਿ ਹਾਲ ਕਿੱਥੇ ਬੁੱਕ ਹੋਣਾ, ਟਿਕਟ ਵਿਕੀ ਕਿ ਨਹੀਂ ਵਿਕੀ, ਸੈੱਟ ਲਾਉਣ ਲਈ ਪੈਸੇ ਕਿੱਥੇ ਆਉਣੇ ਆ, ਕਾਸਟਿਊਮ ਦੇ ਪੈਸੇ ਕਿੱਥੋਂ ਆਉਣੇ ਆ। ਉਹ ਸਾਰਾ ਕੰਮ ਮੇਰਾ ਪ੍ਰੋਡਿਊਸਰ, ਸਾਡੇ ਪ੍ਰੋਡਿਊਸਰ ਗਰੁੱਪ ਜਿਹਦੇ ਵਿੱਚ ਬਲਜਿੰਦਰ ਹੈ ਜੀ, ਕੁਲਦੀਪ ਰੰਧਾਵਾ ਜੀ ਨੇ, ਉਹ ਸਾਡੇ ਦੋ ਸਾਥੀ ਸੰਭਾਲਦੇ ਨੇ। ਇਸੇ ਤਰ੍ਹਾਂ ਹੋਰ ਜਿਹੜੇ ਸਾਡੇ ਨਵੇਂ ਜਿਹੜੇ ਐਕਟਰਸ ਨੇ, ਉਹ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਨੇ। ਸ਼ਾਇਦ ਇਸੇ ਕਰਕੇ ਸਾਡਾ ਜਿਹੜਾ ਪਲੇਟਫਾਰਮ ਹੈ, ਉਸ ਵਿੱਚ ਅਸੀਂ ਨਵੇਂ ਡਾਇਰੈਕਟਰ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਦਿਨੀ ਅਸੀਂ ਸ਼ੋਜ਼ ਕੀਤੇ ਜਿਸ ਵਿੱਚ ਅਸੀਂ ਨਵੇਂ ਜਿਹੜੇ ਯੰਗ ਜਿਹੜੇ ਉਹ ਐਕਟਰਸ ਜਿਹਨਾਂ ਨੇ ਡਾਇਰੈਕਟ ਨਹੀਂ ਸੀ ਕੀਤਾ, ਉਹਨਾਂ ਨੂੰ ਮੌਕਾ ਦਿੱਤਾ। ਜਿਸ ਵਿੱਚ ਜਸਲੀਨ ਕੌਰ ਹੈ, ਬੜਾ ਵਧੀਆ ਉਹਨੇ ਕੰਮ ਕੀਤਾ। ਪ੍ਰੀਤ ਸੰਘਾ ਹੈ, ਉਹਨੇ ਡਾਇਰੈਕਟ ਕੀਤਾ। ਤੇ ਜਗਵਿੰਦਰ ਜੱਜ ਵਰਗਾ ਵੱਡਾ ਐਕਟਰ ਪ੍ਰੀਤ ਸੰਘੇ ਦੀ ਡਾਇਰੈਕਸ਼ਨ ਹੇਠਾਂ ਕੰਮ ਕਰ ਰਿਹਾ ਸੀ। ਇਹ ਬੜੀ ਵੱਡੀ ਗੱਲ ਹੈ। ਸੋ ਇਹ ਈਗੋ ਦੀ ਲੜਾਈ ਨਾ ਹੋਣ ਕਰਕੇ ਪੰਜਾਬੀ ਆਰਟਸ ਐਸੋਸੀਏਸ਼ਨ ਬੜੀ ਪ੍ਰਫੁੱਲਤ ਹੋ ਰਹੀ ਹੈ। ਨਹੀਂ, ਮੇਰਾ ਖਿਆਲ ਹੈ ਕਿ ਪੰਜਾਬੀ ਆਰਟਸ ਐਸੋਸੀਏਸ਼ਨ ਦੇ 10-12 ਸਾਲ ਜਿਉਂਦੇ ਰਹਿਣ ਦਾ ਕਾਰਨ ਵੀ ਇਹੀ ਹੈ ਕਿ ਈਗੋ ਕਿਸੇ ਦੇ ਵਿੱਚ ਨਹੀਂ ਹੈ ਤੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਜਿਹੜਾ ਉਹ ਬਖੂਬੀ ਨਿਭਾ ਰਿਹਾ। ਵਧਾਈ ਦੇ ਪਾਤਰ ਹੋ ਤੁਸੀਂ ਸਾਰੇ ਜਿੰਨੇ ਵੀ ਪ੍ਰਬੰਧਕ ਤੇ ਰੰਗਕਰਮੀ ਪੰਜਾਬੀ ਆਰਟਸ ਐਸੋਸੀਏਸ਼ਨ ਨਾਲ ਜੁੜੇ ਹੋ। ਅੱਜ ਜਿਹੜਾ ਦੂਸਰਾ ਸੈਗਮੈਂਟ ਆਪਣਾ ਰੂਬਰੂ ਦਾ ਸੈਗਮੈਂਟ ਹੈ, ਇਸ ਦੇ ਵਿੱਚ ਜਿੱਥੇ ਆਪਾਂ ਤੁਹਾਡੇ ਕੈਨੇਡਾ ਦੇ ਵਿੱਚ ਆ ਕੇ ਰੰਗਮੰਚ ਬਾਰੇ ਜਿਹੜਾ ਤੁਸੀਂ ਕੀਤਾ ਹੈ, ਉਹਦੇ ਤੋਂ ਬਿਨਾਂ ਤੁਹਾਡੀ ਜਿਹੜੀ ਆਮ ਜ਼ਿੰਦਗੀ ਹੈ ਉਹਦੇ ਵਿੱਚ ਥੋੜਾ ਜਿਹਾ ਆਪਦੇ ਬਾਰੇ ਦੱਸੋ ਕਿ ਕੀ ਕਰ ਰਹੇ ਹੋ ਕੈਨੇਡਾ ਦੇ ਵਿੱਚ ਇਸ ਵੇਲੇ ਤੁਸੀਂ। ਜੀ ਜਿਸ ਤਰ੍ਹਾਂ ਕੀ ਹੁੰਦਾ ਉੱਤਰੀ ਅਮਰੀਕਾ ਜਾ ਕੇ ਬਹੁਤੇ ਲੋਕਾਂ ਦੇ ਇੱਕ ਤੋਂ ਵੱਧ ਪ੍ਰੋਫੈਸ਼ਨ ਹੁੰਦੇ। ਮੇਰੇ ਵੀ 2 ਪ੍ਰੋਫੈਸ਼ਨ ਨੇ। ਇੱਕ ਤਾਂ ਮੇਰਾ ਜਿਹੜਾ ਪੁਰਾਣਾ ਪ੍ਰੋਫੈਸ਼ਨ ਜੋ ਮੈਂ ਇੰਡੀਆ ਤੋਂ ਨਾਲ ਲੈ ਕੇ ਆਇਆ ਸੀ, ਮੈਂ ਪੇਸ਼ੇ ਤੋਂ ਫਿਲਮ ਮੇਕਰ ਹਾਂ ਜੀ। ਮੈਂ ਐਡ ਫਿਲਮਸ ਬਣਾਉਣਾ, ਕੁਝ ਛੋਟੀ ਕੰਪਨੀਜ਼ ਦੀ, ਕੁਝ ਵੱਡੀ ਕੰਪਨੀਜ਼ ਦੀ, ਕੁਝ ਬ੍ਰਾਂਡਸ ਜਿਵੇਂ ਨੈਸਲੇ ਹੈ, ਯੂਨੀਲੀਵਰ ਹੈ, ਉਹਨਾਂ ਦੇ ਵਾਸਤੇ ਕੁਝ ਫਿਲਮਸ ਕੀਤੀਆਂ। ਮੈਨੂੰ ਕੁਝ ਇਸ ਕਿਸਮ ਦਾ ਕੰਮ ਕਰਨ ਦਾ ਮੌਕਾ ਮਿਲਿਆ। ਕੁਝ ਛੋਟੇ ਬਿਜ਼ਨਸਿਸ ਦਾ ਵੀ ਕੰਮ ਐਡਸ ਬਣਾਉਣ ਦਾ ਮੌਕਾ ਮਿਲਿਆ। ਉਹ ਮੇਰਾ ਇੱਕ ਬਿਜ਼ਨਸ ਹੈ। ਮੇਰਾ ਦੂਜਾ ਜਿਹੜਾ ਬਿਜ਼ਨਸ ਹੈ ਉਹ ਹੈ ਉਹ ਜਿਹਨੂੰ ਅਸੀਂ ਇੰਡੀਆ 'ਚ ਕਹਿੰਦੇ ਆ ਨਾ ਪੱਪੂ ਪ੍ਰਾਪਰਟੀ ਡੀਲਰ, ਮਕਾਨ ਵੇਚਣ ਵਾਲਾ ਘਰ ਦਾ ਉਹ ਨਲਾਇਕ ਮੁੰਡਾ ਜੋ ਕੁਛ ਨਹੀਂ ਕਰਦਾ, ਪ੍ਰਾਪਰਟੀ ਵੇਚਦਾ ਹੈ। ਮੈਂ ਉਹ ਵੀ ਹਾਂ ਜੀ। ਮੈਂ ਰੀਅਲ ਏਸਟੇਟ ਏਜੰਟ ਹਾਂ। ਮੈਂ ਰੀਅਲ ਏਸਟੇਟ ਦਾ ਬਿਜ਼ਨਸ ਪਿਛਲੇ 18 ਸਾਲ ਤੋਂ ਕਰ ਰਿਹਾ। ਮੈਨੂੰ ਤੁਹਾਡੀ ਇੱਕ ਤੋਂ ਵੱਧ ਪੇਸ਼ੇ ਵਾਲੀ ਗੱਲ ਤੋਂ ਯਾਦ ਆਈ, ਜਦੋਂ ਅਰਲੀ 99 ਦੇ ਵਿੱਚ ਜਦੋਂ ਮੈਂ ਅਮਰੀਕਾ ਸ਼ਿਫਟ ਹੋਇਆ ਨਾ, ਤੇ ਮੈਂ ਕੈਨੇਡਾ ਉਦੋਂ ਪੁਆਇੰਟ ਬੇਸ ਤੇ ਅਪਲਾਈ ਕਰਦੇ ਸੀ ਤੇ ਮੈਂ ਥੀਏਟਰ ਦੇ ਬੇਸ ਤੇ ਅਪਲਾਈ ਕਰ ਦਿੱਤਾ। ਨਿਊਯਾਰਕ ਸਿਟੀ ਬ੍ਰੌਡਵੇ ਦੇ ਉੱਤੇ ਉਹਨਾਂ ਦਾ ਆਫਿਸ ਹੈ ਕੈਨੇਡਾ ਇਮੀਗ੍ਰੇਸ਼ਨ ਦਾ, ਤੇ ਉਹ ਮੇਰੀ ਇੰਟਰਵਿਊ ਲੈ ਰਹੀ ਹੈ ਲੇਡੀ। ਓਕੇ, ਆਰ ਯੂ ਐਕਟਰ ਔਰ ਯੂ ਡਾਇਰੈਕਟਰ? You have certificates for lighting, certificates for stage designing. What's your profession? ਮੈਂ ਕਿਹਾ ਹੁਣ ਬੀਬਾ ਮੈਂ ਤੈਨੂੰ ਕਿਵੇਂ ਦੱਸਾਂ ਵੀ ਪੰਜਾਬੀ ਰੰਗਮੰਚ ਦੇ ਵਿੱਚ ਮਤਲਬ ਬ੍ਰੌਡਵੇ ਵਾਲੀ ਕਲਾ ਨਹੀਂ ਹੁੰਦੀ ਵੀ ਜਿਹੜਾ ਲਾਈਟਮੈਨ ਹੈ ਉਹ ਲਾਈਟਮੈਨ ਹੀ ਹੈ। ਪੰਜਾਬੀ ਰੰਗਮੰਚ ਦੇ ਵਿੱਚ ਜਿਹੜਾ ਨਿਰਦੇਸ਼ਕ ਹੈ ਉਹ ਸਟੇਜ ਵੀ ਸਾਫ਼ ਕਰਦਾ ਹੈ ਤੇ ਜਿਹੜਾ ਐਕਟਰ ਹੈ ਉਹ ਰੋਟੀਆਂ ਵੀ ਪਕਾਉਂਦਾ ਹੈ। ਸੋ ਇਹ ਗੱਲਾਂ ਜਿਹੜੀਆਂ ਸਰਬਜੀਤ ਜੀ ਚੱਲਦੀਆਂ ਰਹਿਣਗੀਆਂ, ਪਰ ਅੱਜ ਦੀ ਜਿਹੜੀ ਇਹ ਪੇਸ਼ਕਾਰੀ ਹੈ ਤੁਸੀਂ ਉਸ ਤੇ ਬਾਰੇ ਥੋੜਾ ਜਿਹਾ ਦੱਸੋ ਕਿ ਅੱਜ ਤੁਸੀਂ ਜਿਹੜੀ ਸੋਲੋ ਪਰਫਾਰਮੈਂਸ ਆ ਉਹਦੇ ਵਿੱਚ ਦਰਸ਼ਕਾਂ ਦੇ ਸਨਮੁਖ ਕੀ ਰੱਖ ਰਹੇ ਹੋ? ਜੀ, ਮੈਂ ਸਭ ਤੋਂ ਪਹਿਲਾਂ ਇਹ ਦੱਸ ਦੇਵਾਂ ਜੀ ਕਿ ਮੈਂ ਆਪਣੇ ਆਪ ਨੂੰ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਕਿਸ ਕੈਟੇਗਰੀ 'ਚ ਵੰਡਦੇ ਹੋ, ਮੈਂ ਕੀਤਾ ਤਾਂ ਮੈਂ ਵੀ ਸਾਰਾ ਕੁਛ ਹੈ ਜੀ। ਮੈਂ ਬਤੌਰ ਐਕਟਰ ਵੀ ਕੰਮ ਕੀਤਾ, ਲਾਈਟਮੈਨ ਵੀ ਕੀਤਾ, ਮੇਕਅਪ ਆਰਟਿਸਟ ਵੀ ਕੀਤਾ, ਸੈਟ ਡਿਜ਼ਾਈਨਰ ਵੀ ਕੀਤਾ। ਪਰ ਮੈਂ ਆਪਣੇ ਆਪ ਨੂੰ ਮੰਨਦਾ ਇਹ ਹਾਂ ਕਿ ਮੈਂ ਬਿਹਤਰ ਡਾਇਰੈਕਟਰ ਨਾਲ ਇਸ ਮੁਕਾਬਲੇ ਕਿ ਐਕਟਰ ਹੋਣ ਦੇ, ਕਿਉਂਕਿ ਇਹ ਫੋਕਸ ਕਰਦਾ ਇੱਕ ਡਾਇਰੈਕਟਰ ਆਪਣੇ ਆਪ ਨੂੰ ਐਕਟ ਨਹੀਂ ਕਰਵਾ ਸਕਦਾ। ਹਾਂ, ਮੇਰੇ ਕੋਲ ਕੋਈ ਹੋਰ ਡਾਇਰੈਕਟ ਕਰ ਲਵੇ, ਮੇਰੇ ਕੋਲ ਐਕਟਿੰਗ ਕਰਵਾ ਲਵੇ, ਉਹਦੇ ਮੈਂ ਘੜੇ ਘੁਮਿਆਰ ਦੀ ਮਿੱਟੀ ਆ, ਜਿਹੋ ਜਿਹਾ ਮਰਜ਼ੀ ਮੇਰੇ ਕੋਲ ਘੜਾ ਬਣਵਾ ਲਵੋ। ਜਿਹੜੀ ਅੱਜ ਦੀ ਪਰਫਾਰਮੈਂਸ ਦੀ ਗੱਲ, ਇਹ ਅੱਜ ਦੀ ਪਰਫਾਰਮੈਂਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਦੱਸਣਾ ਹੈ ਕਿ ਮੈਂ ਲਿਖਦਾ ਕੀ ਆ। ਮੈਂ ਲਿਖਦਾ ਇਹ ਆ ਕਿ ਜੀ ਮੈਂ ਹਿਊਮਨ ਰਿਲੇਸ਼ਨਸ਼ਿਪਸ ਉੱਤੇ ਗੱਲਾਂ ਲਿਖਣਾ ਪਸੰਦ ਕਰਦਾ। ਜੋ ਵੀ ਤੁਸੀਂ ਮੇਰੇ ਡਰਾਮੇ ਦੇਖੋਗੇ, ਜੋ ਵੀ ਮੈਂ ਲਿਖਾਂਗਾ, ਉਹ ਹਮੇਸ਼ਾ ਹਿਊਮਨ ਰਿਲੇਸ਼ਨਸ਼ਿਪਸ ਉੱਤੇ ਹੁੰਦੇ ਨੇ। ਮੇਰਾ ਇਹ ਮੰਨਣਾ ਹੈ ਕਿ ਇੱਕ ਚੰਗੀ ਸਕ੍ਰਿਪਟ ਦੇ ਉੱਤੇ ਭੈੜਾ ਡਰਾਮਾ ਖੇਡਿਆ ਡਰਾਮਾ ਕਦੀ ਨਹੀਂ ਖੇਡਿਆ ਜਾ ਸਕਦਾ। ਸੋ ਮੈਂ ਕੋਸ਼ਿਸ਼ ਇਹ ਕਰਦਾ ਕਿ ਚੰਗੀ ਸਕ੍ਰਿਪਟਸ ਲਿਖੀਆਂ ਜਾਣ ਜਿਨ੍ਹਾਂ ਦਾ ਸਿੱਧਾ ਸੰਬੰਧ ਜਿਹੜਾ ਹੈ ਹਿਊਮਨ ਰਿਲੇਸ਼ਨਸ਼ਿਪਸ ਦੇ ਉੱਤੇ, ਤੇ ਅੱਜ ਦਾ ਵੀ ਸਾਡਾ ਡਰਾਮਾ ਹਿਊਮਨ ਰਿਲੇਸ਼ਨਸ਼ਿਪਸ ਦੇ ਉੱਤੇ ਹੀ ਹੈ ਜੋ ਤੁਸੀਂ ਹੁਣ ਵੇਖੋਗੇ ਜੀ। ਜੀ, ਨਾਟਕ ਦੇ ਬਾਰੇ ਆਪਾਂ ਜ਼ਿਆਦਾ ਜਿਹੜੀ ਹੈ ਉਹ ਜਾਣਕਾਰੀ ਲੋਕਾਂ ਨੂੰ ਪਰਫਾਰਮੈਂਸ ਦੇ ਥਰੂ ਹੀ ਦਿਆਂਗੇ। ਤੇ ਲਓ
ਪੇਸ਼ ਹੈ ਪੇਸ਼ੇ ਨਜ਼ਰ, ਜਿਸ ਦੇ ਵਿੱਚ ਸਰਬਜੀਤ ਸਿੰਘ ਜੀ ਆਪਣੀ ਪਰਫਾਰਮੈਂਸ ਜਿਹੜੀ ਹੈ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਗੇ। ਪੇਸ਼ੇ ਨਜ਼ਰ। ਉਹ ਬਸ ਯਾਰ ਕੀ ਦੱਸਾਂ, ਇਹ ਕੋਈ 2 ਮਹੀਨੇ ਪੁਰਾਣੀ ਗੱਲ ਆ। ਅਸੀਂ ਉਹ ਕਲਾਇੰਟ ਮੀਟਿੰਗ ਤੋਂ ਬਾਅਦ ਨਾ ਸਾਰੇ ਸਟਾਫ ਨਾਲ ਆਫ ਸਾਈਡ ਗਏ ਸੀ। ਬਸ ਯਾਰ ਉੱਥੇ ਆਫ ਸਾਈਡ ਤੇ ਗੱਲਬਾਤ ਹੀ ਹੋ ਗਈ। ਨਹੀਂ ਬਹੁਤ ਸਿੰਪਲ ਵਾਲੀ ਕੋਈ ਗੱਲ ਨਹੀਂ ਯਾਰ। ਮੈਂ ਤਾਂ ਸਮਝਦਾ ਕਿ ਆਪਣੇ ਆਪ ਹੀ ਹੋ ਗਿਆ। ਮੈਂ ਤਾਂ ਯਾਰ ਬੌਸ ਨੂੰ ਬੌਸ ਵਾਂਗੂ ਟ੍ਰੀਟ ਕਰਦਾ ਸੀ, ਪਰ ਇੱਕ ਮਿੰਟ ਹੋਲਡ ਕਰੀ, ਚਲੋ ਤੈਨੂੰ ਬਾਅਦ ਫੋਨ ਕਰਦਾ। ਬੌਸ ਦਾ ਹੀ ਫੋਨ ਹੈ। ਕੀ ਗੱਲ ਸੋਹਣਿਓ, ਇਸ ਵਕਤ ਸਾਡੀ ਯਾਦ ਕਿਵੇਂ ਆ ਗਈ? ਅੱਗੇ ਤਾਂ ਅਸੀਂ ਫੋਨ ਕਰਕੇ ਤੁਹਾਨੂੰ ਰਿਪੋਰਟ ਕਰਦੇ ਹੁੰਦੇ ਸੀ, ਅੱਜ ਤੁਸੀਂ ਇਹਨਾਂ ਨੂੰ ਕਿਵੇਂ ਯਾਦ ਕਰ ਲਿਆ? ਕੋਈ ਖਾਸ ਹੀ ਗੱਲ ਲੱਗਦੀ ਆ। ਇੱਕ ਮਿੰਟ ਹੋਲਡ ਕਰਨਾ ਸੋਹਣਿਓ, ਇੱਕ ਹੋਰ ਕਾਲ ਆ ਰਹੀ ਹੈ। ਚਲੋ ਜ਼ਰੂਰੀ ਹੈ ਕਿ ਤੁਸੀਂ ਇਜਾਜ਼ਤ ਦਿਓ ਤੇ ਲੈ ਲਓ। ਓਕੇ। ਹੈਲੋ, ਹਾਂ ਕੀ ਗੱਲ ਹੋ ਗਈ? ਛੇਤੀ ਦੱਸ। ਮੈਂ ਬਹੁਤ ਬਿਜ਼ੀ ਆਫਿਸ ਦੇ ਕੰਮ ਵਿੱਚ। ਕੀ ਦੁੱਧ ਤੇ ਟਮਾਟਰ ਲੈ ਕੇ ਆਉਣੇ? ਇੰਨੀ ਛੇਤੀ ਕਿਵੇਂ ਮੁੱਕ ਗਏ? ਉਹ ਚੱਲ ਰਹਿਣ ਦੇ ਦੱਸਣ ਨੂੰ, ਮੈਂ ਆਉਂਦੀ ਵਾਰੀ ਲੈ ਆਵਾਂਗਾ। ਉਹ ਆ ਜਾਵਾਂਗਾ ਜਦੋਂ ਟਾਈਮ ਮਿਲਿਆ, ਜਦੋਂ ਕੰਮ ਮੁੱਕਿਆ ਆ ਜਾਵਾਂਗਾ। ਕਿ ਹਾਂ ਮੈਂ ਬਹੁਤ ਬਿਜ਼ੀ ਹਾਂ। ਓਕੇ ਬਾਏ। ਹੈਲੋ ਸੋਹਣੇ, ਹੈਲੋ, ਫੋਨ ਹੀ ਕੱਟਿਆ ਗਿਆ। ਕੋਈ ਨਹੀਂ, ਆਪਾਂ ਡਾਇਲ ਕਰ ਲੈਂਦੇ ਆ। ਚੁੱਕੋ ਫੋਨ। ਵੈਸੇ ਯਾਰ ਕੁੜੀਆਂ ਬੜੀ ਅਜੀਬ ਹੁੰਦੀਆਂ ਨੇ। ਉਹ ਤਾਂ ਫੋਨ ਹੀ ਨਹੀਂ ਕਰਦੀਆਂ। ਜੇ 2 ਮਿੰਟ ਉਡੀਕ ਕਰਨੀ ਪਵੇ ਤਾਂ ਜ਼ਰਾ ਜਿਹੀ ਉਡੀਕ ਨਹੀਂ ਹੁੰਦੀ। ਵੈਸੇ ਯਾਰ ਇਸ ਵਿੱਚ ਗਲਤੀ ਤਾਂ ਮੇਰੀ ਹੈ। ਮੈਂ ਹੀ ਉਹਨੂੰ ਉਡੀਕ ਕਰਨ ਲਾਤਾ ਸੀ। ਵੈਸੇ ਵਿਆਹ ਬੰਦੇ ਦੀ ਵੀ ਅਜੀਬ ਮੁਸੀਬਤ ਹੈ। ਸਰਾ ਜਿਹਾ ਘਰ ਤੋਂ ਬਾਹਰ ਕਿਸੇ ਨਾਲ ਚੋਲ ਕਰਨ ਲੱਗੇ, ਯਾਰਾਂ ਦੋਸਤਾਂ ਨੂੰ ਪਤਾ ਨਹੀਂ ਕੀ ਹੋਣ ਲੱਗ ਜਾਂਦਾ। ਝਾਟੀ ਸਵਾਲ ਪੁੱਛਣ ਲੱਗ ਜਾਂਦੇ ਨੇ, ਕੀ ਗੱਲ, ਕਿੱਥੇ ਮਿਲੀ ਸੀ, ਕਿਵੇਂ ਫਸਾ ਲਈ, ਕੀ ਕੁਝ ਹੋ ਗਿਆ? ਤੇ ਜਦੋਂ ਯਾਰਾਂ ਦੋਸਤਾਂ ਨੂੰ ਜਾਨ ਛੁੱਟਦੀ ਹੈ ਤੇ ਘਰ ਵਾਲੀਆਂ ਆ ਵੜਦੀਆਂ ਨੇ ਇਸ ਸਾਰੀ ਗੱਲਬਾਤ ਵਿੱਚ ਧੜਾਮ ਚੌਧਰੀ ਬਣ ਕੇ। ਚੌਂਕ 'ਚ ਖੜੇ ਸਰਕਾਰੀ ਸਾਹਮਣੇ ਕਰਨਾ ਕਰਾਉਣਾ ਕੱਖ ਨਹੀਂ ਹੁੰਦਾ, ਮੁਫਤ ਦਾ ਡਰ। ਯਾਰ ਫੋਨ ਕਿਉਂ ਨਹੀਂ ਵੱਜ ਰਿਹਾ? सिग्नल भी पूरे है, ट्रेन एरोप्लेन मोड से भी है नहीं। मैं आप ही क्यों ना फोन कर रहा हूं? नहीं रहने देना कि तुम यह ना लगे कि मैं बहुत काला ही हूं। पर उन्हें मैंने फोन किया क्यों सी? हो सकता है मैनू मिलने का मूड हो, पर यार आप मिलांगे किथे? सारे शहर से अपनी जान पछाण है। यह भी तो हो सकता है कि वो मैनू अपने घर सद देना चाहती हो
ਕਿਉਂਕਿ ਅੱਜ ਉਹਦੇ ਘਰ ਕੋਈ ਨਹੀਂ ਆਉ ਯਾਰ ਮੈਂ ਚੰਗਾ ਖਾਸਾ ਵਿਆਹ ਬਾਰੇ ਸਿਆਣਾ ਵਿਆਹਲਾ ਬੰਦਾ ਇਹ ਕੀ ਸੋਚੀ ਜਾਂਦਾ ਪਰ ਕੀ ਵਿਆਹੇ ਬੰਦੇ ਦਾ ਦਿਲ ਨਹੀਂ ਹੁੰਦਾ ਕਿ ਉਹਦਾ ਦਿਲ ਕਿਸੇ ਤੇ ਆ ਨਹੀਂ ਸਕਦਾ ਮਤਲਬ ਕਿਚਨ ਤਾਂ ਹਰ ਘਰ ਵਿੱਚ ਹੁੰਦੀ ਹੈ ਰੋਜ਼ਾਨਾ ਰੋਟੀ ਖਾਂਦੇ ਆ ਪਰ ਫਿਰ ਵੀ ਅਸੀਂ ਬਾਹਰ ਰੈਸਟੋਰੈਂਟ ਤੇ ਵੀ ਤਾਂ ਜਾਂਦੇ ਹੀ ਆ ਹਾਂ ਹੁਣ ਕੀ ਹੈ ਸਵੇਰ ਦੇ 50 ਫੋਨ ਕਰ ਲਏ ਨੇ ਹੁਣ ਦੱਸ ਕੀ ਹੈ ਕੀ ਲੌਕੀ ਦੇ ਕੋਫਤੇ ਖਾਵਾਂਗਾ ਕਿ ਲੌਕੀ ਦੀ ਸਬਜ਼ੀ ਤੇਰਾ ਜੋ ਜੀ ਕਰਦਾ ਬਣਾ ਲੈ ਤੇ ਬਣਾ ਕੇ ਮੇਰੀ ਖੁਰਲੀ ਚ ਪਾ ਦੀ ਮੈਂ ਖਾ ਲਵਾਂਗਾ ਮੈਂ ਕੀ ਖਾਵਾਂ ਮੈਨੂੰ ਪੁੱਛ ਰਹੀ ਹੈ ਉਹ ਤੇਰਾ ਜੋ ਜੀ ਕਰਦਾ ਉਹ ਖਾ ਲਈ ਵੈਸੇ ਤੂੰ ਖਾਣਾ ਵੀ ਕੀ ਆ ਸਵੇਰ ਦਾ 50 ਵਾਰ ਮੇਰਾ ਦਿਮਾਗ ਤਾਂ ਖਾ ਚੁੱਕੀ ਹੈ ਹੁਣ ਤੱਕ ਤਾਂ ਰਾਜੀ ਗਈ ਹੋਣੀ ਆ ਕਿ ਹਾਂ ਨਾ ਆ ਜਾਵਾਂਗਾ ਜਦੋਂ ਕੰਮ ਤੋਂ ਵੇਲ ਮਿਲੇਗੀ ਓਕੇ ਬਾਏ ਕਿਹਾ ਸੀ ਨਾ ਘਰ ਵਾਲੀਆਂ ਸਰਕਾਰੀ ਸਾਂਭ ਵਾਂਗ ਹੁੰਦੀਆਂ ਨੇ ਹਾਂ ਸੱਚ ਮੈਂ ਗੱਲ ਕਰ ਰਿਹਾ ਸੀ ਔਰਤਾਂ ਤੇ ਮਰਦਾਂ ਬਾਰੇ ਘਰ ਰਹਿਣ ਤੇ ਬਾਹਰ ਜਾਣ ਬਾਰੇ वैसे प्यार भी बड़ी अजीब चीज है जो प्यार होता ना सब कुछ रंगीन ते खूबसूरत लगन लग जाता है ते जो ब्याह हो जाता है सब कुछ इस तो उलट कभी सोचा है जिहा क्यों होंगे मैनू लगता है कि प्यार विच खुलापन है ते ब्याह दे विच बन है जिवें वो हिंदी फिल्मां डायलॉग हुंदा ना अब इन दोनों को विवाह के बंधन में बांध दिया जाना चाहिए जिवें तुसी बन्ने गए समझ लो तुहाडे विचाले घर आ गया नहीं मेरे वाली तो मेरा घर वाला ते मेरी घर वाली घर शब्द जुड़दे ही आजादी खत्म पोजेसिवनेस शुरू मैनू तो यो लगता है बई ब्याह बनाया ही प्यार दे दंद खट्टे कर ਲਈ ਹੁੰਦਾ ਇਹ ਪਿਆਰ ਦੀ ਨਿਸ਼ਾਨੀ ਕੀ ਹੁੰਦੀ ਹੈ ਨਿਸ਼ਾਨੀ ਤੁਸੀਂ ਇਹ ਸਮਝ ਲਓ ਜਦੋਂ ਤੁਹਾਨੂੰ ਕਿਸੇ ਖਾਸ ਬੰਦੇ ਦੇ ਪਿਆਰੇ ਦੇ ਫੋਨ ਦੀ ਉਡੀਕ ਹੋਣ ਲੱਗ ਪਵੇ ਨਾ ਸਮਝ ਲਓ ਤੁਹਾਨੂੰ ਪਿਆਰ ਹੋ ਗਿਆ ਨੰਬਰ ਤਾਂ ਉਹਦਾ ਨਹੀਂ ਲੱਗਦਾ ਹੈਲੋ और यार मैं नहीं लेना कोई लोन और छाड़ दियो मेरा खेड़ा है बिना किसी शर्त दे लोन दे रहे हो बिना सिक्योरिटी दे यार मैं फिर भी नहीं लेना ओके बाय एक तो कॉल सेंटर वाले ना जोड़ नहीं देते भाई ये भी नहीं सोचते किसी बंदे का जरूरी कोई फोन आना भी हो सकता अपना विच घड़ांपा के बह जाते चलो इस बार ये तो चेक हो जाता भी बंदे का फोन ठीक चल रहा सिग्नल भी सही आ रहे हैं मैसेज मैं पहला क्यों नहीं देखा हाय आई हैव एन अल्ट्रासाउंड अपॉइंटमेंट एट 2 फॉर कॉन्फर्मेशन आई एम रियली स्केयर्ड स्टे इन द ऑफिस आई नीड टू कम एंड टॉक टू यू अल्ट्रासाउंड स्केयर्ड आई नीड टू टॉक टू यू अल्ट्रासाउंड किस वास्ते ਅਸੀਂ ਜੋ ਕੁਝ ਵੀ ਕੀਤਾ ਬੜੀ ਇhtiyat ਨਾਲ ਕੀਤਾ ਸੀ ਉਹਦੇ ਅਲਟਰਾਸਾਊਂਡ ਵਾਲੀ ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਅਲਟਰਾਸਾਊਂਡ ਫॉर ਕਨਫਰਮੇਸ਼ਨ ਫਿਰ ਇਹ ਮੈਂ ਕਿਹੜੀ ਮੁਸੀਬਤ ਆਪਣੇ ਗੱਲ ਪਾ ਲਈ ਕੀ ਕਰਾਂ ਕਿਹਦੇ ਨਾਲ ਗੱਲ ਕਰਾਂ ਕਿਹਨੂੰ ਦੱਸਾਂ ਇਸ ਬਾਰੇ ਦੱਸਾਂਗਾ ਵੀ ਕਿਵੇਂ ਜੇ ਕਿਸੇ ਨੂੰ ਪਤਾ ਲੱਗ ਗਿਆ ਕਿਸੇ ਨੂੰ ਕੀ ਜੇ ਮੇਰੀ ਘਰ ਵਾਲੀ ਨੂੰ ਪਤਾ ਲੱਗ ਗਿਆ ਗੋਲਡੀ ਨੂੰ ਕਾਲ ਕਰਤਾ ਉਹਦੇ ਕੋਲ ਸਾਰੇ ਕੰਮਾਂ ਦੇ ਤਜਰਬੇ ਨੇ
ਗੋਲਡੀ ਯਾਰ ਸੁਣ, ਇੱਕ ਜ਼ਰੂਰੀ ਗੱਲ ਹੈ। ਉਹ ਨਹੀਂ ਯਾਰ, ਮੈਂ ਕਿਧਰੇ ਨਹੀਂ ਜਾ ਚੱਲਿਆ ਬਾਹਰ, ਨਾ ਤੈਨੂੰ ਮੇਰੇ ਘਰ ਫੋਨ ਕਰਕੇ ਕੁਝ ਕਹਿਣ ਦੀ ਲੋੜ ਹੈ, ਝੂਠ ਬੋਲਣ ਦੀ ਕੋਈ ਲੋੜ ਨਹੀਂ ਹੈ। ਯਾਰ ਤੈਨੂੰ ਦੱਸਿਆ ਸੀ ਨਾ ਕਿ ਉਹ 2 ਮਹੀਨੇ ਪਹਿਲਾਂ ਮੈਂ ਆਫ ਸਾਈਡ ਗਿਆ ਸੀ। ਹਾਂ ਬਸ ਉਹੀ ਗੱਲ ਯਾਰ, ਉੱਥੇ ਕੁਝ ਹੋ ਗਿਆ ਸੀ। ਯਾਰ ਤੂੰ ਮੇਰੀ ਗੱਲ ਸੁਣ, ਮੈਂ ਮੁਸੀਬਤ ਵਿੱਚ ਹਾਂ। ਅੱਜ ਉਹਦਾ ਟੈਕਸਟ ਮੈਸੇਜ ਆਇਆ, ਕਹਿੰਦੀ ਕਿ ਉਹ ਅਲਟਰਾਸਾਊਂਡ ਕਰਾਉਣ ਜਾ ਰਹੀ ਹੈ ਫॉर ਕਨਫਰਮੇਸ਼ਨ। ਕਹਿੰਦੀ ਮੈਂ ਤੇਰੇ ਨਾਲ ਗੱਲ ਕਰਨੀ ਹੈ। ਹਾਂ ਯਾਰ ਅਲਟਰਾਸਾਊਂਡ, ਉਹ ਨਹੀਂ ਯਾਰ ਮੈਂ ਕੋਈ ਬੇਵਕੂਫੀ ਨਹੀਂ ਕੀਤੀ, ਪਰ ਫਿਰ ਵੀ ਹੋ ਤਾਂ ਸਕਦਾ ਹੀ ਹੈ। ਮੈਨੂੰ ਯਾਰ ਬਹੁਤ ਘਬਰਾਹਟ ਹੋ ਰਹੀ ਹੈ, ਕੁਝ ਸਮਝ ਨਹੀਂ ਆ ਰਹੀ ਯਾਰ, ਮੈਂ ਕੀ ਕਰਾਂ? ਤੂੰ ਹੀ ਦੱਸ ਯਾਰ ਕੀ ਕਰਾਂ? ਨਹੀਂ ਯਾਰ ਮੈਂ ਫੋਨ ਤਾਂ ਨਹੀਂ ਆਇਆ, ਪਰ ਇਸ ਕਰਕੇ ਪੂਰੀ ਗੱਲ ਤਾਂ ਪਤਾ ਵੀ ਨਹੀਂ। ਯਾਰ ਮੈਨੂੰ ਸੱਚੀ ਬੜੀ ਘਬਰਾਹਟ ਹੋ ਰਹੀ ਹੈ, ਮੇਰੀ ਗੱਲ ਸਮਝ। ਤੂੰ ਹੱਸੀ ਜਾਣਾ, ਮੇਰਾ ਕਿੱਥੇ ਘਰ ਪੱਟਿਆ ਜਾਣਾ? ਨਹੀਂ ਮੈਂ ਨਹੀਂ ਲੈ ਕੇ ਗਿਆ ਸੀ ਯਾਰ, ਉਹਨੇ ਆਪਣੇ ਪਰਸ ਚੋਂ ਕੱਢ ਲਿਆ ਸੀ। ਯਾਰ ਮੈਂ ਤੇਰੇ ਵਾਂਗ ਇਹ ਕੰਮ ਥੋੜਾ ਕਰਦਾ। ਤੂੰ ਯਾਰ ਫਿਰ ਹੱਸੀ ਜਾਣਾ। ਮੈਂ ਸੀਰੀਅਸ ਹਾਂ, ਬੜੀ ਸੀਰੀਅਸ ਪ੍ਰੋਬਲਮ ਚ ਮੈਂ, ਮੇਰੀ ਮਦਦ ਕਰ ਯਾਰ। ਯਾਰ ਨਹੀਂ ਇਹੋ ਜਿਹੀ ਕੋਈ ਖਾਸ ਗੱਲ ਵੀ ਨਹੀਂ। ਯਾਰ ਯਾਦ ਹੈ ਜਦੋਂ ਆਪਾਂ ਕਾਲਜ ਪੜ੍ਹਦੇ ਹੁੰਦੇ ਸਾਂ, ਜਦੋਂ ਰਿਕਸ਼ੇ ਤੇ ਜਾਂਦੀ ਕੋਈ ਤੂੰ ਭਾਰੀ ਜਿਹੇ ਸਰੀਰ ਵਾਲੀ ਧੀ ਵੇਖਦਾ ਸੀ ਤੇ ਕੀ ਕਹਿੰਦਾ ਸੀ? ਯਾਰ ਇਹੋ ਜਿਹੇ ਘਰ ਵਾਲੀਆਂ ਵੀ ਕਿਹਦੇ ਕੰਮ ਆਉਂਦੀਆਂ ਹੋਣਗੀਆਂ? ਬਸ ਸਮਝ ਲੈ ਕੁਝ ਉਹੋ ਜਿਹੀ ਹੈ। ਯਾਰ ਮੈਂ ਮੁਸੀਬਤ ਜਾਂ ਤੂੰ ਹੱਸੀ ਜਾਂਦਾ? ਯਾਰ ਤੂੰ ਹੱਸ ਨਾ, ਮੇਰੀ ਮਦਦ ਕਰ, ਮੈਨੂੰ ਹੱਲ ਦੱਸ। ਕੀ ਕਿਹਾ? ਮੈਨੂੰ ਕੋਈ ਪੈਸੇ ਦੇ ਦਿਆਂ? ਉਹ ਯਾਰ ਉਹ ਮੇਰੇ ਕੰਮ ਵਾਲੀ ਨਹੀਂ, ਮੇਰੀ ਬੌਸ ਹੈ, ਨਾਲੇ ਪੈਸੇ ਦੀ ਲੋੜ ਮੈਨੂੰ ਹੈ, ਉਹਨੂੰ ਨਹੀਂ। ਯਾਰ ਮੈਨੂੰ ਵੈਸੇ ਵੀ ਇਹ ਗੱਲ ਠੀਕ ਨਹੀਂ ਲੱਗਦੀ। ਯਾਰ ਦੱਸ ਯਾਰ ਮੈਂ ਕੀ ਕਰਾਂ? ਉਹਨੂੰ ਪਿਆਰ ਨਾਲ ਸਮਝਾਵਾਂ ਤੇ ਜੇ ਨਾ ਮੰਨੀ ਫੇਰ ਲੜਾਈ? ਯਾਰ ਉਹ ਕਿਵੇਂ ਕਰਾਂਗਾ? ਦੱਸੀ ਤਾਂ ਜਾਣਾ, ਉਹ ਮੇਰੀ ਬੌਸ ਹੈ। ਗੋਲਡੀ ਯਾਰ ਤੂੰ ਮੇਰੀ ਮੁਸੀਬਤ ਤੇ ਹੱਸੀ ਜਾਣਾ। ਤੇਰੀਆਂ ਪੁੱਠੀਆਂ ਮੱਤਾਂ ਤਾਂ ਮੈਂ ਕਦੀ ਕਾਲਜ ਪੜ੍ਹਦੇ ਨਹੀਂ ਲਈਆਂ, ਹੁਣ ਤੱਕ ਨਹੀਂ ਲਈਆਂ। ਅੱਜ ਜਦੋਂ ਤੂੰ ਮੈਨੂੰ ਤੇਰੀ ਲੋੜ ਹੈ, ਤੂੰ ਮੈਨੂੰ ਕੁਝ ਦੱਸ ਨਹੀਂ ਰਿਹਾ। ਚਲ ਠੀਕ ਹੈ, ਓਕੇ ਬਾਏ। ਪ੍ਰੀਤ ਘਟਾਵਾਂ ਲੰਘ ਗਈਆਂ, ਮੋਹ ਔੜਾ ਮਾਰੇ ਗੁਜ਼ਰ ਗਏ। ਪ੍ਰੀਤ ਘਟਾਵਾਂ ਲੰਘ ਗਈਆਂ। ਯਾਰ ਮੈਂ ਕਿਸ ਮੁਸੀਬਤ ਵਿੱਚ ਫਸ ਗਿਆ? ਆਪਣੇ ਮੂੰਹ ਤੇ ਚਪੇੜਾ ਮਾਰਨ ਨੂੰ ਜੀ ਕਰਦਾ। ਇੰਨੀ ਖੂਬਸੂਰਤ ਵੀ ਨਹੀਂ ਹੈ, ਪਰ ਹੈ ਤਾਂ ਬਗਾਨੀ ਥੀ ਵੀ। ਮੈਂ ਕੀ ਕਰਦਾ? ਕੀ ਕਹਿੰਦੀ ਮੈਨੂੰ? ਵਾਲੀਆ ਜੀ ਤੁਸੀਂ ਬੜੀ ਪਿਆਰੀਆਂ ਗੱਲਾਂ ਕਰਦੇ ਹੋ, ਬੜੇ ਪਿਆਰੇ ਜੋਕ ਸੁਣਾते ਹੋ। ਬਸ ਪਿਆਰੀਆਂ ਗੱਲਾਂ ਨਹੀਂ ਮੈਨੂੰ ਫਸਾਤਾ। ਇਹ ਪਿਆਰੀਆਂ ਗੱਲਾਂ ਜੇ ਮੈਂ ਉਹਦੇ ਨਾਲ ਕਰਨ ਦੀ ਥਾਂ ਆਪਣੇ ਘਰੇ ਹੀ ਕਰ ਲੈਂਦਾ ਤੇ ਮੁਸੀਬਤ ਤਾਂ ਨਾ ਪੈਂਦੀ। 4 ਵਜ ਗਏ, ਹਾਲੇ ਤੱਕ ਆਈ ਨਹੀਂ। ਜੇ ਆਫਿਸ ਨਾ ਹੀ ਫੇਰ ਜੇ ਮੇਰੇ ਘਰ ਆ ਗਈ, ਬੌਸ ਕੋਲ ਤਾਂ ਘਰ ਦਾ ਵੀ ਐਡਰੈਸ ਹੁੰਦਾ ਹੈ। ਪਿਆਰੀਆਂ ਗੱਲਾਂ। ਹੈਲੋ, ਹਾਂਜੀ ਬਸ ਆਫਿਸ ਦਾ ਕੰਮ ਕਰ ਰਹੇ ਸੀ। ਤੁਸੀਂ ਦੱਸੋ ਕੀ ਚੱਲ ਰਿਹਾ? ਅੱਛਾ ਵਾਹ ਬਈ ਵਾਹ, ਲੌਕੀਆਂ ਦੇ ਕੋਫਤੇ ਤੇ ਨਾਲ ਤੰਦੂਰੀ ਰੋਟੀਆਂ। ਬੇ ਤਾਂ ਬੜੀ ਸਵਾਦ ਵਾਲੀ ਗੱਲ ਕਰਤੀ। ਇਕੱਠੇ ਰੋਟੀ ਖਾਵਾਂਗੇ। ਹਾਂ ਮੈਂ ਕੋਸ਼ਿਸ਼ ਕਰਦਾ ਛੇਤੀ ਆਉਣ ਦੀ। ਬਾਏ, ਲਵ ਯੂ। ਮੈਨੂੰ ਕੀ ਹੋਇਆ? ਨਹੀਂ ਮੈਨੂੰ ਕੁਝ ਨਹੀਂ ਹੋਇਆ। ਹੁਣ ਮੈਂ ਆਪਣੀ ਘਰ ਵਾਲੀ ਨੂੰ ਜੇ ਲਵ ਯੂ ਨਹੀਂ ਕਹਾਂਗਾ ਤਾਂ ਕਿਸੇ ਬਗਾਨੇ ਦੀ ਘਰ ਵਾਲੀ ਨੂੰ ਲਵ ਯੂ ਕਹਾਂਗਾ। ਓਕੇ ਬਾਏ। ਯਾਰ ਕਿੰਨਾ ਧਿਆਨ ਰੱਖਦੀ ਹੈ ਮੇਰਾ।
ਛੋਟੀ ਛੋਟੀ ਗੱਲ ਦਾ ਮੇਰੀ ਪਸੰਦ, ਮੇਰੀ ਨਾਪਸੰਦ, ਮੇਰੇ ਸ਼ੌਕ ਦਾ, ਤੇ ਮੈਂ ਤਾਂ ਕਦੇ ਉਹਦੇ ਨਾਲ ਪਿਆਰ ਨਾਲ ਗੱਲ ਵੀ ਨਹੀਂ ਕੀਤੀ। ਅੱਜ ਜਦੋਂ ਪਿਆਰ ਨਾਲ ਗੱਲ ਕੀਤੀ ਤਾਂ ਕਿੰਨੀ ਖੁਸ਼ ਹੋਈ ਸੀ ਉਹ, ਕਿੰਨਾ ਪਿਆਰ ਆ ਰਿਹਾ ਸੀ ਉਹਨੂੰ ਮੇਰੇ ਉੱਤੇ। ਪਰ ਯਾਰ ਉਹ ਅਲਟਰਾਸਾਊਂਡ, ਉਹਦਾ ਕੀ ਕਰਾਂ? ਇਹ ਕੰਮ ਕਰਦਾ, ਸਭ ਕੁਝ ਪੈਕ ਕਰਕੇ ਘਰ ਚਲੇ ਜਾਣਾ, ਜੋ ਹੋਏਗਾ ਵੇਖਿਆ ਜਾਏਗਾ। ਘੱਟੋ ਘੱਟ ਘਰ ਜਾ ਕੇ ਜਿੱਥੇ ਮੈਨੂੰ ਸੱਚੀ ਪਿਆਰ ਵਾਲੀ ਗੱਲ ਕਰਨ ਦੀ ਲੋੜ ਹੈ, ਉੱਥੇ ਪਿਆਰ ਵਾਲੀ ਗੱਲ ਤਾਂ ਕਰਾਂ। ਬਾਕੀ ਜੋ ਇਸ ਦੀ ਆਫਿਸ ਦੇ ਵਿੱਚ ਹੋਣੀ ਹੈ, ਬਾਹਰ ਦੁਨੀਆ ਤੇ ਹੋਣੀ ਹੈ, ਉਹ ਅੱਜ ਕੀ ਤੇ ਕੱਲ ਕੀ ਆਪੇ ਹੁੰਦੀ ਰਹੇਗੀ। Mustafa? ਹੈਲੋ। ਹਾਂਜੀ ਹਾਂਜੀ, ਉਹ ਟੈਂਡਰ ਦੇ ਪੇਪਰਸ ਤਾਂ ਮੈਂ ਸਵੇਰੇ ਹੀ ਤਿਆਰ ਕਰ ਲਏ ਸੀ ਜੀ, ਪਰ ਉਹ ਅਲਟਰਾਸਾਊਂਡ, ਉਹ ਅੱਛਾ, that is such a relief। ਉਹ ਤੁਹਾਡੇ ਨਾਲ ਹੀ ਨੇ, ਗੱਲ ਕਰਵਾ ਦਿਓ ਮੈਡਮ ਪਲੀਜ਼। ਹੈਲੋ ਸਰ, ਕਾਂਗ੍ਰੈਚੁਲੇਸ਼ਨ ਸਰ, ਤੁਹਾਡਾ ਅਲਟਰਾਸਾਊਂਡ ਕਲੀਅਰ ਆਇਆ, ਤੁਹਾਨੂੰ ਕੈਂਸਰ ਨਹੀਂ ਹੈ। That's wonderful news sir। ਸਰ ਬਹੁਤ ਬਹੁਤ ਮੁਬਾਰਕਾਂ, ਯੂ ਆਰ ਵੈਰੀ ਲੱਕੀ ਸਰ, ਤੁਸੀਂ ਬਹੁਤ ਲੱਕੀ ਹੋ ਸਰ, ਤੁਸੀਂ ਕੈਂਸਰ ਤੋਂ ਵੀ ਕਲੀਅਰ ਹੋ, ਤੁਸੀਂ ਨਾਲੇ ਮੈਡਮ ਦੇ ਹਸਬੈਂਡ ਹੋ ਸਰ। ਓਕੇ ਬਾਏ ਸਰ, ਬਾਏ। ਲੱਕੀ ਹੋ ਨਹੀਂ, ਲੱਕੀ ਮੈਂ ਆ ਜੋ ਥੋੜੀ ਜਿਹੀ ਛੇਤੀ ਸਮਝ ਆ ਗਈ। ਹੈਲੋ ਹੈਲੋ ਸੋਹਣਿਓ, ਹਾਂਜੀ ਬਸ ਮੈਂ ਬੈਗ ਪੈਕ ਕਰ ਰਿਹਾ, ਆਈ ਐਮ ਕਮਿੰਗ ਹੋਮ, ਮੈਂ ਘਰ ਵਾਪਸ ਆ ਰਿਹਾ। ਹਾਂ ਹਾਂ ਆ ਜਾ, ਦੋ ਤੇ ਟਮਾਟਰ ਵੀ ਲੈ ਆਵਾਂਗਾ। ਸਰਬਜੀਤ ਭਾਜੀ, ਬਹੁਤ ਕਮਾਲ ਦੀ, ਬਹੁਤ ਸਹਿਜ ਅਦਾਕਾਰੀ, ਬਹੁਤ ਵਧੀਆ ਸਕ੍ਰਿਪਟ। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਨੂੰ ਅੱਗੇ ਤੋਰੀਏ, ਕੁਝ ਇੱਕ ਦਰਸ਼ਕਾਂ ਦੇ ਜਿਹੜੇ ਕਮੈਂਟ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਜਗਜੀਤ ਸਰੀਨ ਹੁਣੀ ਉਹ ਲਿਖਦੇ ਨੇ ਕਿ ਦਿੱਲੀ 'ਚ ਰਹਿੰਦਾ ਬੰਦਾ ਐਡੀ ਵਧੀਆ ਪੰਜਾਬੀ ਕਿਵੇਂ ਬੋਲ ਸਕਦਾ, ਬਹੁਤ ਕਮਾਲ ਦੀ ਗੱਲ ਹੈ। ਉਸ ਤੋਂ ਬਾਅਦ ਵਰਿਆਮ ਮਸਤ ਜੀ ਕਹਿੰਦੇ ਨੇ ਬਹੁਤ ਬਹੁਤ ਮੁਬਾਰਕਾਂ ਸਰਬਜੀਤ ਜੀ, ਨਾਲ ਹਰਵਿੰਦਰ ਬਬਲੀ ਜੀ, ਮੈਨੀ ਕੰਗਰੈਚੁਲੇਸ਼ਨ ਸਰਬਜੀਤ ਜੀ। ਲੱਖਾ ਲਹਿਰੀ ਜੀ ਜੁੜੇ ਹੋਏ ਨੇ। ਬਲਜਿੰਦਰ ਸਿੰਘ ਜੀ ਲਹਿ ਨਾ ਕਹਿ ਰਹੇ ਨੇ ਕਿਆ ਬਾਤ ਹੈ, ਬੰਦਾ ਕਿਵੇਂ ਗਿਰਗਟ ਵਾਂਗ ਰੰਗ ਬਦਲਦਾ। ਉਹ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਜਾਣਦੇ ਨੇ ਜੀ। ਪਰ ਇਹ ਨਾਟਕ ਦੇ ਬਾਰੇ ਗੱਲ ਕਰ ਰਹੇ। ਵਰਿਆਮ ਮਸ ਜੀ ਕਹਿੰਦੇ ਸਰਬਜੀਤ ਅਰੋੜਾ ਜੀ ਟੋਰਾਂਟੋ ਵਿੱਚ ਸੰਜੀਦਾ ਰੰਗਮੰਚ ਕਰਨ ਵਾਲੇ ਨਿਰਦੇਸ਼ਕ ਤੇ ਨਾਟਕਕਾਰ ਨੇ। ਹਰਮੀਤ ਸਿੰਘ ਜੀ ਕਹਿੰਦੇ ਨੇ ਬਹੁਤ ਵਧੀਆ। ਅੰਮ੍ਰਿਤ ਜਿੱਟੀ ਜੀ ਕਹਿੰਦੇ ਨੇ ਵਾਹ ਸਰਬਜੀਤ ਸਿੰਘ ਜੀ। ਕੁਲਦੀਪ ਸਿੰਘ ਜੀ ਆਵਾਜ਼ ਕਰ ਰਹੇ ਨੇ ਤੁਹਾਨੂੰ। ਅਨੁਰਾਧਾ ਗਰੋਵਰ, ਤੇਜਪਾਲ, ਸਵੀਟੀ ਸ਼ਰਮਾ, ਅਨੀਤਾ ਸ਼ਿਵਜੀਤ, ਰਜਤ ਮਨਚੰਦਾ, ਇੰਦਰਜੀਤ ਕੌਰ ਗੋਲਡੀ, ਪਿੰਕੀ ਸੱਗੂ, ਸੁਖਵਿੰਦਰ ਕੌਰ, ਹੋਰ ਬਹੁਤ ਸਾਰੇ ਰੰਗਕਰਮੀ ਜਿਹੜੇ ਨੇ ਉਹਨਾਂ ਨੇ ਤੁਹਾਡੀ ਇਸ ਪ੍ਰੋਡਕਸ਼ਨ ਦਾ, ਇਸ ਪੇਸ਼ਕਾਰੀ ਦਾ ਆਨੰਦ ਮਾਣਿਆ। ਸਰਬਜੀਤ ਭਾਜੀ, ਜਦੋਂ ਤੁਸੀਂ ਕੋਈ ਨਾਟਕ ਜਿਹੜਾ ਉਹ ਡਿਜ਼ਾਈਨ ਕਰਦੇ ਆ, ਕਿਹੜੀਆਂ ਜਿਹੜੀਆਂ ਮੇਨ ਐਲੀਮੈਂਟਸ ਨੇ ਜਾਂ ਮੇਨ ਗੱਲਾਂ ਨੇ ਉਹ ਤੁਹਾਡੇ ਧਿਆਨ ਵਿੱਚ ਹੁੰਦੀਆਂ ਨੇ? ਸੋ ਮੈਂ ਜਦੋਂ ਨਾਟਕ, ਕਿਸੇ ਵੀ ਨਾਟਕ ਨੂੰ ਲਿਖਦਾ, ਵਿਸ਼ਾ ਭਾਵੇਂ ਕਿੰਨਾ ਵੀ ਸੰਜੀਦਾ ਕਿਉਂ ਨਾ ਹੋਵੇ, ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤਾ ਕਿ ਮੈਂ ਹਮੇਸ਼ਾ ਹਿਊਮਨ ਰਿਲੇਸ਼ਨਸ਼ਿਪਸ ਉੱਤੇ, ਰਿਸ਼ਤਿਆਂ ਉੱਤੇ ਨਾਟਕ ਲਿਖਣਾ ਪਸੰਦ ਕਰਦਾ।
ਮੈਂ ਸਮਝਦਾ ਕਿ ਨਾਟਕ ਦੇ ਵਿੱਚ ਸੀਰੀਅਸਨੈਸ ਹੋਣੀ ਜ਼ਰੂਰੀ ਹੈ, ਸੰਜੀਦਗੀ ਹੋਣੀ ਜ਼ਰੂਰੀ ਹੈ, ਪਰ ਨਾਟਕ ਦੇ ਵਿੱਚ ਕਿਤੇ ਨਾ ਕਿਤੇ ਇਹੋ ਜਿਹਾ ਐਲੀਮੈਂਟ ਹੋਣਾ ਬੜਾ ਜ਼ਰੂਰੀ ਹੈ ਕਿ ਜਿਸ ਨਾਲ ਲੋਕ ਕਨੈਕਟ ਕਰ ਸਕਣ, ਉਹਨੂੰ ਆਪਣੀ ਕਹਾਣੀ ਵਰਗਾ ਲੱਗੇ। ਸੋ ਸ਼ਬਦਾਵਲੀ ਮੈਂ ਉਹ ਵਰਤਣਾ ਜੋ ਮੇਰੀ ਆਪਣੀ ਸ਼ਬਦਾਵਲੀ ਹੈ। ਸੋ ਮੈਂ ਇਸੇ ਕਰਕੇ ਜਦੋਂ ਜਿਵੇਂ ਜਗਜੀਤ ਸਰੀਨ ਜੀ ਨੇ ਕਿਹਾ ਕਿ ਦਿੱਲੀ ਵਾਲਾ ਬੰਦਾ ਪੰਜਾਬੀ ਕਿਵੇਂ ਇੰਨੀ ਸੋਹਣੀ ਬੋਲ ਸਕਦਾ ਹੈ, ਜੋ ਮੇਰੀ ਆਪਣੀ ਪੰਜਾਬੀ ਹੈ ਮੈਂ ਉਹੀ ਲਿਖਦਾ। ਮੈਂ ਕਦੇ ਪਿੰਡਾਂ 'ਚ ਰਿਹਾ ਨਹੀਂ, ਸੋ ਇਸ ਕਰਕੇ ਮੈਂ ਕਦੇ ਖੂਹਾਂ ਦੀ ਹਾਲਟਾਂ ਦੀ ਮੈਂ ਬਲਦਾਂ ਦੀ ਗੱਲ ਨਹੀਂ ਕਰਦਾ, ਕਿਉਂਕਿ ਉਸ ਦਾ ਮੇਰੇ ਕੋਲ ਤਜਰਬਾ ਹੀ ਨਹੀਂ। ਸੋ ਮੈਂ ਸਿਰਫ ਆਪਣੀ ਕਹਾਣੀਆਂ, ਆਪਣੇ ਆਲੇ ਦੁਆਲੇ ਦੀ ਕਹਾਣੀਆਂ, ਆਪਣੇ ਵਰਗੇ ਲੋਕਾਂ ਲਈ ਲਿਖਦਾ, ਜਿਨ੍ਹਾਂ ਨੂੰ ਜਿਸ ਦੇ ਕਿਰਦਾਰ ਉਹਨਾਂ ਨੂੰ ਇਹ ਲੱਗਣ ਕਿ ਇਹ ਮੇਰੇ ਵਰਗੇ ਕਿਰਦਾਰ ਨੇ, ਜੋ ਉਹ ਮੁੰਡੇ ਉਹ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਮੈਂ ਵਿਚਰਿਆ, ਜਿਨ੍ਹਾਂ ਨੂੰ ਮੈਂ ਦੇਖਿਆ ਵੇਖਿਆ, ਉਹੀ ਮੈਂ ਲਿਖਦਾ, ਉਹੀ ਸਿਰਜਣਾ। ਤੇ ਬਸ ਇਹੀ ਇੰਨੀ ਕੁ ਜੀ ਮੇਰੀ ਟੈਕਨੀਕ ਹੈ, ਬਸ ਇਸ ਤੋਂ ਵੱਧ ਕੁਝ ਵੀ ਨਹੀਂ ਮੇਰੇ ਕੋਲ। ਜਦੋਂ ਤੁਸੀਂ ਕੈਨੇਡਾ ਦੇ ਵਿੱਚ ਕੋਈ ਪ੍ਰੋਡਕਸ਼ਨ ਜਿਹੜੀ ਹੈ, ਉਹ ਤੁਸੀਂ ਪਹਿਲਾਂ ਦੱਸਤਾ ਕਿ ਓਕੇ ਉਹਦਾ ਜਿਹੜਾ ਫਾਈਨੈਂਸ਼ੀਅਲ ਐਲੀਮੈਂਟ ਹੈ ਉਹ ਲੈਣਾ ਹੋਣੀ, ਜਾਂ ਤੁਹਾਡੇ ਹੋਰ ਜਿਹੜੇ ਪ੍ਰੋਡਿਊਸਰ ਉਹ ਸਾਂਭਦੇ ਨੇ। ਅਦਾਕਾਰ ਜਿਹੜੇ ਐਕਟਰ ਨੇ, ਕਿਉਂਕਿ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਹਰ ਬੰਦੇ ਕੋਲੇ ਸਮੇਂ ਦੀ ਜਿਹੜੀ ਹੈ ਉਹ ਬਹੁਤ ਘਾਟ ਹੁੰਦੀ ਹੈ, ਕਿਉਂਕਿ ਤੁਸੀਂ ਕੰਮ ਵੀ ਦੇਖਣਾ, ਤੁਸੀਂ ਫੈਮਿਲੀ ਵੀ ਦੇਖਣੀ ਹੈ, ਤੁਸੀਂ ਬੱਚਿਆਂ ਨੂੰ ਵੀ ਐਂਟਰਟੇਨ ਕਰਨਾ। ਕਦੋਂ ਤੁਹਾਡੇ ਕੋਲ ਸਮਾਂ ਨਿਕਲਦਾ ਕਿ ਤੁਸੀਂ ਰਿਹਰਸਲਸ ਨੂੰ ਆਰਗੇਨਾਈਜ਼ ਕਰ ਸਕੋ? ਕਿੱਦਾਂ ਇਹ ਸਾਰਾ ਕੁਝ ਮੈਨੇਜ ਕਰਦੇ ਹੋ? ਸੋ ਮੈਂ ਦੋ ਤਿੰਨ ਚੀਜ਼ਾਂ ਦੱਸ ਦਿੰਦਾ ਜੀ, ਇਹਦੇ ਵਿੱਚ ਅਸੀਂ ਟੈਕਨੀਕਸ ਵਰਤਦੇ ਹਾਂ। ਇੱਕ ਤਾਂ ਅਸੀਂ ਡਰਾਮੇ ਦੀ ਰਿਹਰਸਲ ਨੂੰ ਟੋਟਿਆਂ 'ਚ ਵੰਡ ਲੈਂਦੇ ਹਾਂ। ਅਸੀਂ ਕਿਰਦਾਰਾਂ ਦੇ ਹਿਸਾਬ ਨਾਲ ਇੱਕ ਐਕਸੈਲ ਸ਼ੀਟ ਬਣਾ ਲੈਂਦੇ ਹਾਂ ਕਿ ਵੀ ਇਹ 3 ਕਿਰਦਾਰ ਸਾਨੂੰ ਇਸ ਦਿਨ ਲੋੜ ਹੈ, ਇਹ 4 ਸਾਨੂੰ ਇਸ ਦਿਨ ਲੋੜ ਹੈ, ਮੰਡੇ ਨੂੰ ਇਹ ਲੋਕ ਆਉਣਗੇ, ਬੁੱਧਵਾਰ ਨੂੰ ਉਹ ਦਿਨ ਆਉਣਗੇ। ਸੋ ਉਸ ਹਿਸਾਬ ਨਾਲ ਅਸੀਂ ਵੰਡ ਵਰਤ ਕੇ ਰਿਹਰਸਲ ਦਾ ਚਾਰਟ ਬਣਾਉਂਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ 2 ਦਿਨ ਅਜਿਹੇ ਰੱਖਦੇ ਜਿਸ ਦਿਨ ਅਸੀਂ ਫੁੱਲ ਕਾਸਟ ਨਾਲ ਰਿਹਰਸਲ ਕਰ ਸਕੀਏ, ਯਾਨੀ ਸੈਟਰਡੇ, ਸੰਡੇ ਜਾਂ ਕੋਈ ਵੀ ਅਜਿਹਾ ਦਿਨ। ਉਸ ਵਿੱਚ ਵੀ ਅਸੀਂ ਟਾਈਮ ਬੜੇ ਯੂਨੀਕ ਚੁਣੇ ਨੇ। ਹੁਣ ਮੈਂ ਜਿਹੜਾ ਟਾਈਮ ਦੱਸਾਂਗਾ, ਬਹੁਤ ਸਾਰੇ ਲੋਕਾਂ ਨੂੰ ਇਹ ਹਾਸੋਹੀਣੀ ਟਾਈਮ ਵੀ ਲੱਗਣੇ ਨੇ। ਅਸੀਂ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 9:30 ਵਜੇ ਤੱਕ ਵੀਕਐਂਡ ਤੇ ਰਿਹਰਸਲ ਰੱਖਦੇ ਹਾਂ। ਯਾਨੀ ਕਿ ਸਵੇਰੇ 6 ਵਜੇ ਅਸੀਂ ਰਿਹਰਸਲ ਸਟਾਰਟ ਕਰਕੇ 9:30 10 ਵਜੇ ਤੱਕ ਰਿਹਰਸਲ ਖਤਮ ਕਰ ਲੈਂਦੇ ਹਾਂ 4 ਘੰਟਿਆਂ ਵਿੱਚ, ਤਾਂ ਕਿ ਅਸੀਂ 10 ਵਜੇ ਤੱਕ ਆਪਣੇ, ਜਦੋਂ ਸਾਡੇ ਘਰ ਦੇ ਬੱਚੇ ਪਰਿਵਾਰ ਸਾਡੇ ਉੱਠਦੇ ਨੇ, ਤਿਆਰ ਹੁੰਦੇ ਨੇ ਵੀਕਐਂਡ ਵਾਸਤੇ, ਅਸੀਂ ਵਾਪਸ ਘਰ ਵਿੱਚ ਪਹੁੰਚ ਜਾਂਦੇ ਹਾਂ ਆਪਣੀ ਰੋਜ਼ਾਨਾ ਜ਼ਿੰਦਗੀ ਲਈ। ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਸਾਡੇ ਟਾਈਮ 'ਚ ਖੋ ਕੇ ਟਾਈਮ ਲਿਆ ਗਿਆ। ਸੋ ਇਹ ਕੁਰਬਾਨੀ ਸਾਡੇ ਸਾਰੇ ਐਕਟਰ ਕਰਦੇ ਨੇ ਸਵੇਰੇ ਟਾਈਮ ਸਿਰ ਉੱਠਣ ਵਾਲੀ। ਇਹੀ ਚੀਜ਼ ਅਸੀਂ ਸ਼ਾਮ ਨੂੰ ਕਰਦੇ ਹਾਂ। ਸ਼ਾਮ ਨੂੰ ਜੇ ਕੰਮਾਂ ਕਰਨ ਤੋਂ ਬਾਅਦ ਅਸੀਂ ਕਦੀ 7 ਵਜੇ, ਕਦੀ 8 ਵਜੇ ਰਿਹਰਸਲ ਤੋਂ ਲੈ ਕੇ 11 ਵਜੇ ਤੱਕ ਵੀ ਰਿਹਰਸਲਸ ਕੀਤੀਆਂ ਨੇ। ਖਾਸ ਤੌਰ ਤੇ ਕੁਝ ਡਰਾਮੇ ਜਿਨ੍ਹਾਂ 'ਚ ਅਸੀਂ 2 ਜਾਂ 3 ਐਕਟਰਸ ਨਾਲ ਜਿਹਨਾਂ 'ਚ ਕੰਮ ਕੀਤਾ, ਉਹਨਾਂ ਦੀ ਰਿਹਰਸਲਸ ਅਸੀਂ ਰਾਤ ਨੂੰ 11 12 ਵਜੇ ਤੱਕ ਵੀ ਕੀਤੀਆਂ ਨੇ, 1 ਵਜੇ ਤੱਕ ਵੀ ਲੈ ਕੇ ਗਏ ਹਾਂ। ਸੋ ਸਮੇਂ ਦੀ ਐਡਜਸਟਮੈਂਟ ਕਰਨੀ ਪੈਂਦੀ ਹੈ, ਪਰ ਉਹ ਐਕਸੈਲ ਸ਼ੀਟ ਜਿਹੜੀ ਹੈ ਨਾ ਜੀ, ਕਿ ਸੀਨ ਵਾਈਜ਼ ਬ੍ਰੇਕ ਕਰ ਲਿਆ, ਜਿਵੇਂ ਫਿਲਮਾਂ 'ਚ ਸੀਨ ਬ੍ਰੇਕ ਹੁੰਦੇ ਆ, ਅਸੀਂ ਡਰਾਮੇ ਦੇ ਸੀਨ ਵੀ ਬਿਲਕੁਲ ਉਸ ਤਰ੍ਹਾਂ ਬ੍ਰੇਕ ਕਰਕੇ ਰਿਹਰਸਲਸ ਆਪਣੀ ਡਿਜ਼ਾਈਨ ਕਰਦੇ ਹਾਂ। ਬਹੁਤ ਅੱਛੇ, ਬਹੁਤ ਅੱਛੇ। ਨਹੀਂ, ਇਹ ਫੈਮਲੀਜ਼ ਦਾ ਜਿਹੜਾ ਟਾਈਮ ਹੈ ਉਹਨੂੰ ਤੁਸੀਂ ਨਹੀਂ ਸੈਕਰੀਫਾਈਸ ਕਰਦੇ, ਬਹੁਤ ਵਧੀਆ ਗੱਲ ਹੈ। ਜਿੰਨਾ ਚਿਰ ਆਪਾਂ ਫੈਮਲੀਜ਼ ਦੇ ਟਾਈਮ ਨੂੰ ਪ੍ਰੋਪਰ ਰੱਖਦੇ ਹਾਂ, ਆਈ ਥਿੰਕ ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ। ਤੁਹਾਡਾ ਕਿੱਦਾਂ ਹੈ ਘਰੇਲੂ ਜ਼ਿੰਦਗੀ ਦੇ ਵਿੱਚ? ਕਦੇ ਕੋਈ ਓਬਜੈਕਸ਼ਨ ਜਾਂ ਬੱਚਿਆਂ ਵੱਲੋਂ ਜਾਂ ਤੁਹਾਡੇ ਬੈਟਰ ਹਾਫ ਵੱਲੋਂ? ਸੋ ਪਹਿਲੀ ਵਾਰ ਜਦੋਂ ਮੈਂ ਡਰਾਮੇ ਕਰਨੇ ਸ਼ੁਰੂ ਕੀਤੇ, ਤੇ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਵਿੱਚ ਪੁੱਛਿਆ ਸੀ ਤੁਹਾਡੇ ਘਰ ਵਿੱਚ ਕੋਈ ਡਰਾਮੇ ਖੇਡਦਾ ਜਾਂ ਨਹੀਂ, ਮੇਰੀ ਮਾਂ ਨੂੰ, ਮੰਮੀ ਨੂੰ ਮੇਰੇ ਡਰਾਮੇ ਵੇਖਣ ਦਾ ਬੜਾ ਸ਼ੌਂਕ ਸੀ। ਸੋ ਇਸ ਕਰਕੇ ਇਨਕਰੇਜਮੈਂਟ ਉਹਨਾਂ ਵੱਲੋਂ ਸੀ ਕਿ ਕਰ ਲੈ, ਕੋਈ ਨਹੀਂ ਕਰ ਲੈ। ਉਹ ਕਈ ਵਾਰ ਖੁੱਲ ਕੇ ਨਹੀਂ ਸੀ ਕਹਿ ਸਕਦੇ, ਪਰ ਮੈਨੂੰ ਹੱਲਾਸ਼ੇਰੀ ਜ਼ਰੂਰ ਦਿੰਦੀ ਸੀ। ਮੇਰੀ ਮਾਂ ਨੇ ਮੇਰੇ ਸਾਰੇ ਡਰਾਮੇ ਜਦੋਂ ਵੀ ਸ਼ਹਿਰ ਵਿੱਚ ਰਹੇ ਨੇ ਉਹ ਜ਼ਰੂਰ ਵੇਖੇ ਨੇ। ਇਸ ਵੇਲੇ ਉਹ ਕੈਲੀਫੋਰਨੀਆ ਰਹਿੰਦੇ ਨੇ, ਤੇ ਜਦੋਂ ਵੀ ਸ਼ਹਿਰ ਵਿੱਚ ਹੋਣ ਮੇਰਾ ਹਰ ਡਰਾਮਾ ਵੇਖਣ ਆਏ ਮੇਰੇ ਮੰਮੀ। ਤੇ ਮੇਰਾ ਇੱਕ ਇੰਡੀਆ ਰਹਿੰਦਾ ਦੋਸਤ ਮਨਦੀਪ ਸਿੰਘ, ਉਹਦੀ ਡਰਾਮੇ 'ਚ ਕੋਈ ਦਿਲਚਸਪੀ ਨਹੀਂ, ਪਰ ਜਦੋਂ ਵੀ ਮੈਂ ਪਰਫਾਰਮ ਕੀਤਾ ਉਹ ਵੇਖਣ ਜ਼ਰੂਰ ਆਇਆ। ਇਹ 2 ਲੋਕ ਮੇਰੇ ਕੰਸਿਸਟੈਂਟ ਆਡੀਅנס ਵਿੱਚ ਰਹੇ ਨੇ। ਹੁਣ ਦੀ ਜ਼ਿੰਦਗੀ ਵਿੱਚ ਵੀ ਮੈਂ ਕਈ ਵਾਰ ਤੰਗ ਆ ਜਾਂਦਾ। ਮੇਰੇ ਬਾਰੇ ਬੜਾ ਮਸ਼ਹੂਰ ਹੈ, ਮੈਂ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਸਾਰੇ ਮੇਰੇ ਜਿਹੜੇ ਦੋਸਤ ਨੇ ਗੱਲ ਕਹਿਣਗੇ, ਮੈਂ ਹਰ ਡਰਾਮਾ ਡਾਇਰੈਕਟ ਕਰਨ ਤੋਂ ਬਾਅਦ ਕਹਿਣਾ ਕਿ ਬਸ ਅੱਜ ਤੋਂ ਬਾਅਦ ਮੈਨੂੰ ਦੁਬਾਰਾ ਨਾ ਬੁਲਾਉਣਾ, ਮੈਂ ਨਹੀਂ ਕਰਨਾ ਡਰਾਮਾ ਡਾਇਰੈਕਟ, ਬਹੁਤ ਮੈਨੂੰ ਤੰਗ ਕਰਦੇ ਹੋ ਤੁਸੀਂ। ਮੈਂ ਡਰਾਮੇ ਨੂੰ ਇਸ ਤਰ੍ਹਾਂ ਮੰਨਦਾ ਕਿ ਡਰਾਮਾ ਜਿਹੜਾ ਕਰਨਾ ਇੱਕ ਪ੍ਰੈਗਨੈਂਸੀ ਦੇ ਵਾਂਗ ਹੈ, ਕਿ ਸ਼ੌਕ ਨਾਲ ਸ਼ੁਰੂ ਕਰ ਦਿਓ, ਹਾਫ ਵੇ ਥਰੂ ਦਾ ਪ੍ਰੈਗਨੈਂਸੀ ਕਹਿੰਦੇ ਯਾਰ ਕੀ ਮੁਸੀਬਤ ਹੋ ਗਈ, ਮੈਂ ਤਾਂ ਨਾ, ਮੇਰੇ ਕੋਈ ਚੀਜ਼ ਹੋਰ ਨਹੀਂ ਹੋ ਰਹੀ, ਮੈਂ ਸਿਰਫ ਇਹ ਤੇ ਮੇਰਾ ਫੋਕਸ ਹੈ, ਤੇ ਮੈਂ ਬਸ ਇਸ ਤੋਂ ਬਾਅਦ ਨਹੀਂ ਹੋਰ। ਫਿਰ ਜਦੋਂ ਜਨਮ ਲੈਂਦਾ ਬੱਚਾ, ਜਾਂ ਜਦੋਂ ਡਰਾਮਾ ਜਨਮ ਲੈਂਦਾ, ਜਦੋਂ ਸਟੇਜ ਤੇ ਹੁੰਦਾ ਹੈ, ਤੇ ਜੋ ਵਾਹ ਵਾਹੀ ਹੁੰਦੀ, ਬੜਾ ਸੋਹਣਾ ਲੱਗਦਾ ਹੈ, ਕਹਿੰਦੇ ਯਾਰ ਕੋਈ ਨਹੀਂ ਇੱਕ ਵਾਰ ਹੋਰ। ਉਹ ਜਿਹੜੀ ਸਟੇਜ ਹੈ, ਉਹੀ ਚੀਜ਼ ਮੈਨੂੰ ਮੋਟੀਵੇਟ ਕਰਦੀ ਦੁਬਾਰਾ ਕਰਨ ਲਈ। ਹਾਲਾਂਕਿ ਮੈਂ ਹਰ ਡਰਾਮੇ ਤੋਂ ਬਾਅਦ ਕਹਿੰਦਾ ਬਸ ਇਹ ਮੇਰਾ ਅਖੀਰਲਾ ਡਰਾਮਾ ਹੈ,
ਹਰ ਵਾਰ ਮੈਂ ਇਹ ਗੱਲ ਕਹਿੰਦਾ, ਤੇ ਪਰ ਮੈਨੂੰ ਕੋਈ ਪਰਿਵਾਰ ਵੱਲੋਂ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ। ਨਹੀਂ, ਬਹੁਤ ਵਧੀਆ ਗੱਲ ਹੈ। ਆਮ ਤੌਰ ਤੇ ਜਦੋਂ ਪਰਿਵਾਰ ਜਿਹੜਾ ਉਹ ਸਿੱਧੇ ਤੌਰ ਤੇ ਰੰਗਮੰਚ ਨਾਲ ਨਾ ਜੁੜਿਆ ਹੋਵੇ ਤਾਂ ਅਕਸਰ ਦਿੱਕਤਾਂ ਜਿਹੜੀਆਂ ਉਹ ਆਉਂਦੀਆਂ ਨੇ, ਸਪੈਸ਼ਲੀ ਆਪਣੇ ਨਾਰਥ ਅਮਰੀਕਾ ਦੇ ਵਿੱਚ ਜਾਂ ਜਿੰਨੇ ਵੀ ਹੋਰ ਸਾਡੇ ਰੰਗਕਰਮੀ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕਿਤੇ ਵੀ ਹੋਰ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠੇ ਨੇ ਉਹਨਾਂ ਨੂੰ। ਤੁਸੀਂ ਜਦੋਂ ਕੈਨੇਡਾ ਦੇ ਵਿੱਚ ਕੋਈ ਪ੍ਰੋਡਕਸ਼ਨ ਤਿਆਰ ਕਰਦੇ ਹੋ, ਕਿੰਨਾ ਚਿਰ ਲੱਗਦਾ ਇੱਕ ਪ੍ਰੋਡਕਸ਼ਨ ਲਈ? ਆਈ ਨੋ ਕਿ ਟਾਈਮ ਦੀ ਘਾਟ ਹੋਣ ਕਰਕੇ ਇੱਕ ਪਲੇ ਜਿਹੜਾ ਉਹ ਕਿੰਨੀ ਦੇਰ ਦੇ ਵਿੱਚ ਤੁਸੀਂ ਤਿਆਰ ਕਰਕੇ ਪਰਫਾਰਮ ਕਰਦੇ ਹੋ? ਜੀ, ਸੋ ਸਾਡੀ ਬਹੁਤੀਆਂ ਪ੍ਰੋਡਕਸ਼ਨਸ ਜਿਹੜੀਆਂ ਕਹਿਣਾ ਚਾਹੀਦਾ ਉਹ ਕਸਟਮ ਸਕ੍ਰਿਪਟਸ ਅਸੀਂ ਦੇਖਦੇ ਹਾਂ ਕਿ ਅਸੀਂ ਸਾਡੇ ਪੰਜਾਬੀ ਆਰਟ ਐਸੋਸੀਏਸ਼ਨ ਦਾ ਇੱਕ ਹੋਰ ਮੈਂਡੇਟ ਹੈ ਕਿ ਕੈਨੇਡੀਅਨ ਸਬਜੈਕਟਸ ਤੇ ਪੰਜਾਬੀ ਪਲੇ ਕਰਨਾ। ਸਾਡੀ ਜਿਹੜੀ ਬਹੁਤੀਆਂ ਕਹਾਣੀਆਂ ਨੇ ਉਸ ਕੈਨੇਡਾ ਦੇ ਜੀਵਨ ਦੇ ਉੱਤੇ ਆਧਾਰ ਤੇ, ਜਿਵੇਂ ਮੈਂ ਇਹ ਡਰਾਮਾ ਜਿਹੜਾ ਅੱਜ ਖੇਡਿਆ, ਮੇਰੇ ਸਾਥੀ ਬਲਜਿੰਦਰ ਮੇਰੇ ਤੋਂ ਬਹੁਤ ਰਾਜ਼ੀ ਨਹੀਂ ਸੀ ਇਸ ਡਰਾਮੇ ਤੋਂ। ਉਹ ਕਹਿੰਦੇ ਯਾਰ ਕੋਈ ਹੋਰ ਕੈਨੇਡੀਅਨ ਜ਼ਿੰਦਗੀ ਤੇ ਰੱਖ, ਇਹ ਤਾਂ ਬੜਾ ਇੰਟਰਨੈਸ਼ਨਲ ਕਿਸਮ ਦੀ ਗੱਲ ਹੈ, ਕਿਤੇ ਵੀ ਹੋ ਸਕਦੀ ਹੈ। ਪਰ ਮੇਰੀ ਥੋੜੀ ਜ਼ਿੱਦ ਸੀ ਕਿ ਮੈਂ ਕਿ ਇਹੀ ਖੇਡਣਾ। ਸੋ ਅਸੀਂ ਜਦੋਂ ਸਕ੍ਰਿਪਟ ਲਿਖਣਾ, ਸਾਨੂੰ ਕਰੀਬ ਸਕ੍ਰਿਪਟਿੰਗ ਦਾ ਜਿਹੜਾ ਫੇਜ਼ ਹੈ ਸਾਨੂੰ ਉਹ ਚੱਲਦਾ, ਕਰੀਬ 2 ਮਹੀਨੇ ਸਕ੍ਰਿਪਟ ਲਿਖਦਿਆਂ ਲੱਗ ਜਾਂਦੇ ਨੇ। ਉਸ ਵਜੋਂ ਰਿਹਰਸਲ ਸ਼ੁਰੂ ਹੋਣ ਤੋਂ ਲੈ ਕੇ ਸਟੇਜ ਤੇ ਮਾਊਂਟ ਕਰਨ ਤੱਕ ਅਸੀਂ ਆਪਣੇ ਆਪ 2.5 ਤੋਂ 3 ਮਹੀਨੇ ਦਾ ਸਮਾਂ ਦਿੰਦੇ ਹਾਂ। ਤੇ ਉਸ ਤੋਂ ਬਾਅਦ ਫਿਰ ਜਦੋਂ ਰਿਪੀਟ ਸ਼ੋਜ਼ ਜਿਹੜੇ ਕਰਨੇ ਨੇ, ਜੋ ਕਿ ਅਸੀਂ ਮੁਸਲਸਲ ਕਰਦੇ ਰਹਿੰਦੇ ਹਾਂ, ਅਸੀਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੋਜ਼ ਕਰਦੇ ਹਾਂ, ਤੇ ਉਹਨਾਂ ਵਾਸਤੇ ਅਸੀਂ ਕਰੀਬ ਸਮਝ ਲਓ ਕਿ 2-2.5 ਹਫ਼ਤੇ ਪਹਿਲਾਂ ਫਿਰ ਇੱਕ ਵਾਰ ਰਿਹਰਸਲ ਸ਼ੁਰੂ ਕਰ ਲੈਂਦੇ ਹਾਂ ਤੇ ਫਿਰ ਜਾ ਕੇ ਉਹਦੇ ਸ਼ੋਜ਼ ਪਰਫਾਰਮ ਕਰਕੇ ਆਉਂਦੇ ਹਾਂ ਜੀ। ਬਹੁਤ ਵਧੀਆ। ਅੱਛਾ ਸਰਜੀਤ ਜੀ, ਜਦੋਂ ਤੁਸੀਂ ਇੱਕ ਨਾਟਕ ਜਿਹੜਾ ਉਹ ਤਿਆਰ ਕਰ ਲੈਂਦੇ ਹੋ, ਕਿੰਨੀਆਂ ਕੁ ਉਹਦੀਆਂ ਪਰਫਾਰਮੈਂਸਿਸ ਜਿਹੜੀਆਂ ਤੁਸੀਂ ਕਰ ਪਾਉਂਦੇ? ਜਦੋਂ ਮੈਂ ਇੱਥੇ ਅਮਰੀਕਾ ਦੇ ਵਿੱਚ ਮੈਂ ਜਿਹੜੇ ਪਲੇ ਕੀਤੇ, ਇੱਕ ਮੈਂ ਪਲੇ ਕੀਤਾ ਸੀ ਕੋਰਟ ਮਾਰਸ਼ਲ, ਪਰ ਉਹਦੇ ਪਰਫਾਰਮੈਂਸ ਜਿਹੜੀ ਆ ਉਹ ਅਸੀਂ ਮੇਰੇ ਖਿਆਲ 2 ਹੀ ਕਰ ਪਾਏ ਸੀ। ਤੁਸੀਂ ਕਿੰਨੇ ਕੁ ਸ਼ੋਅ ਕਰਦੇ ਹੋ ਇੱਕ ਪਲੇ ਜਦੋਂ ਤਿਆਰ ਕਰ ਲੈਂਦੇ ਹੋ ਉਸ ਤੇ? ਸੋ ਸਾਡੇ ਦੇਖੋ ਜੀ, ਥੀਏਟਰ ਸਾਈਜ਼ ਤੇ ਡਿਪੈਂਡੈਂਟ ਹੈ। ਅਸੀਂ ਆਮ 4 ਤੋਂ 5 ਸ਼ੋਜ਼ ਤਾਂ ਕਰਦੇ ਹਾਂ। ਅਸੀਂ ਜਿਹੜੀ ਓਪਨਿੰਗ ਨਾਈਟ ਜਿਹੜੀ ਹੁੰਦੀ ਹੈ, ਸਾਡੇ ਇੱਥੇ 2 ਮੇਜਰ ਥੀਏਟਰਸ ਨੇ, ਦੋਨੋਂ ਚੋਂ ਇੱਕ 'ਚ ਓਪਨ ਕਰਦੇ ਹਾਂ। ਜਿਹੜਾ ਇੱਕ ਵੱਡਾ ਥੀਏਟਰ ਜਿਹਨੂੰ ਅਸੀਂ ਰੋਜ਼ ਥੀਏਟਰ ਦੇ ਨਾਂ ਨਾਲ ਜਾਣਦੇ ਹਾਂ, ਉਹਦੀ ਕੈਪੈਸਿਟੀ 850 ਦੇ ਕਰੀਬ ਹੈ। ਅਸੀਂ ਉਹਨੂੰ ਨਾਰਮਲੀ ਓਪਨਿੰਗ ਨਾਈਟ ਤੇ ਉਹਨੂੰ ਫੁੱਲ ਹਾਊਸ ਵੇਚਦੇ ਹਾਂ ਜੀ, ਉੱਥੇ ਕਰ ਰਹੇ ਹਾਂ। ਨਹੀਂ ਤਾਂ ਇੱਕ ਹੋਰ ਥੀਏਟਰ ਜਿਸਨੂੰ ਅਸੀਂ ਪੀਅਰਸਨ ਥੀਏਟਰ ਦੇ ਨਾਂ ਨਾਲ ਜਾਣਦੇ ਹਾਂ, ਉਹਦੀ 450 ਦੀ ਕੈਪੈਸਿਟੀ ਹੈ। ਪੀਅਰਸਨ ਦੇ ਅਸੀਂ ਪਹਿਲੇ ਦਿਨ 2 ਸ਼ੋਜ਼ ਕਰਦੇ ਹਾਂ, ਇੱਕ 2 ਵਜੇ, ਇੱਕ 5 ਵਜੇ। ਅਸੀਂ 2 ਸ਼ੋਜ਼ ਰੱਖਦੇ ਹਾਂ ਤੇ ਉਸ ਤੋਂ ਬਾਅਦ ਅਸੀਂ 2 ਸ਼ੋਜ਼ ਅਸੀਂ ਜੱਜ ਕਰਦੇ ਸੀ ਕਿੰਨੀ ਕੀ ਡਿਮਾਂਡ ਹੈ। ਸੋ 2 ਸ਼ੋਜ਼ ਬ੍ਰੈਂਪਟਨ ਵਿੱਚ, ਇੱਕ ਮਾਰਖਮ ਵਿੱਚ, ਇੱਕ ਦਾ ਸ਼ਾਇਦ ਮਿਸਿਸਾਗਾ ਵਿੱਚ। ਤੇ ਇਸ ਤੋਂ ਇਲਾਵਾ ਅਸੀਂ ਕੁਝ ਡਰਾਮੇ ਜਿਹੜੇ ਵੱਡੇ ਹੋ ਜਾਂਦੇ ਨੇ ਆਪਣੇ ਕੱਦ ਤੋਂ, ਫਿਰ ਉਹਨਾਂ ਨੂੰ ਅਸੀਂ ਕੈਲਗਰੀ, ਵੈਨਕੂਵਰ ਤੱਕ ਵੀ ਪਰਫਾਰਮ ਕੀਤਾ। ਪਰ ਆਮ ਡਰਾਮਾ ਸਾਡਾ ਜਿਹੜਾ ਹੈ 4 ਤੋਂ 5 ਸ਼ੋਜ਼, ਯਾਨੀ 500 ਦੀ ਕੈਪੈਸਿਟੀ ਵਾਲੇ 4 ਤੋਂ 5 ਸ਼ੋਜ਼ ਅਸੀਂ ਉਹਦੇ ਆਮ ਤੌਰ ਤੇ ਕਰ ਲੈਂਦੇ ਹਾਂ ਜੀ। ਵੈਰੀ ਨਾਈਸ, ਵੈਰੀ ਨਾਈਸ। ਤੁਸੀਂ ਆਮ ਤੌਰ ਤੇ ਪੰਜਾਬੀ ਰੰਗਮੰਚ ਦੇ ਵਿੱਚ ਜਿੰਨਾ ਕੁ ਮੇਰਾ ਵਾਸਤਾ ਰਿਹਾ, ਹਰ ਰੰਗਕਰਮੀ ਜਿਹੜਾ ਉਹ ਬਤੌਰ ਅਦਾਕਾਰ ਆਉਂਦਾ ਤੇ ਫਿਰ ਉਹ ਨਿਰਦੇਸ਼ਕ ਤੇ ਜਾਂਦਾ। ਤੁਹਾਡੀ ਜਿਹੜੀ ਇਹ ਟ੍ਰਾਂਜੀਸ਼ਨ ਹੈ, ਇਹਦੇ ਵਿੱਚ ਕੋਈ ਖਾਸ ਕਾਰਨ ਸੀ ਜਾਂ ਜਦੋਂ ਤੁਸੀਂ ਅਦਾਕਾਰੀ ਸ਼ੁਰੂ ਕੀਤੀ ਉਦੋਂ ਸੀਗਾ ਕਿ ਮੈਂ ਨਹੀਂ ਨਿਰਦੇਸ਼ਨ ਕਰਨੀ? ਸੱਚ ਦੱਸਾਂ, ਮਜਬੂਰੀ। ਮੈਂ ਜਦੋਂ ਡਰਾਮੇ ਸ਼ੁਰੂ ਕੀਤੇ ਤੇ ਇਹ 2 ਚੀਜ਼ਾਂ ਹੋਈਆਂ। ਮੈਂ ਸ਼ੁਰੂਆਤੀ ਦੌਰ ਵਿੱਚ ਮੈਂ ਅੰਗਰੇਜ਼ੀ ਤੋਂ ਜਦੋਂ ਡਰਾਮਿਆਂ ਵੱਲ ਗਿਆ ਤੇ ਮੈਂ ਉਦੋਂ 18-19 ਸਾਲ ਦੀ ਮੇਰੀ ਉਮਰ ਸੀ ਜਦੋਂ ਮੈਂ ਪਰਫਾਰਮ ਕਰਨਾ ਸ਼ੁਰੂ ਕੀਤਾ। ਹਜੇ ਥੋੜੀ ਦਾੜੀ ਆਉਣੀ ਸ਼ੁਰੂ ਹੋਈ ਸੀ, ਦਾੜੀ ਲੱਥਣੀ ਸ਼ੁਰੂ ਹੋਈ ਸੀ, ਪੱਗ ਬੰਨ੍ਹਦਾ ਸੀ। ਆਮ ਤੌਰ ਤੇ ਹਿੰਦੀ ਡਰਾਮਿਆਂ ਵਿੱਚ ਮੈਨੂੰ ਇਸ ਗੱਲ ਵਿੱਚ ਕਿ ਜਾਂ ਅੰਗਰੇਜ਼ੀ ਡਰਾਮਿਆਂ ਵਿੱਚ ਸਿੱਖ ਕਿਰਦਾਰਾਂ ਦੀ ਨੂੰ ਲੋਕ ਕਾਸਟ ਕਰਕੇ ਰਾਜ਼ੀ ਨਹੀਂ ਸੀ। ਸੋ ਮੈਨੂੰ ਇਸ ਕਰਕੇ ਐਕਟਿੰਗ ਦੇ ਵਿੱਚ ਰੋਲ ਬੜੇ ਘੱਟ ਮਿਲਦੇ ਸੀ ਤੇ ਮੈਨੂੰ ਲੱਗਣ ਲੱਗ ਗਿਆ ਯਾਰ ਇਹ ਕੀ ਮੁਸੀਬਤ ਹੈ। ਮੈਂ ਸੋਚਿਆ ਕੋਈ ਗੱਲ ਨਹੀਂ। ਅੱਛਾ, ਦੂਸਰੀ ਮੇਰੀ ਲਾਈਟਿੰਗ ਦੇ ਵਿੱਚ ਬੜੀ ਦਿਲਚਸਪੀ ਸੀ। ਮੈਂ ਲਾਈਟਿੰਗ ਬੜੀ ਸ਼ਿੱਦਤ ਨਾਲ ਕੀਤੀ ਹੈ, ਬਹੁਤ ਸਾਰੇ ਡਰਾਮਿਆਂ ਲਈ ਕੀਤੀ ਹੈ। ਸੋ ਮੈਂ ਜਦੋਂ ਬੈਕ ਸਟੇਜ ਕੰਮ ਕਰਨਾ ਸ਼ੁਰੂ ਕੀਤਾ, ਮੈਨੂੰ ਲੱਗਿਆ ਕਿ ਯਾਰ ਇਹ ਐਕਟਿੰਗ ਨਾਲੋਂ ਜ਼ਿਆਦਾ ਜ਼ਰੂਰੀ ਇਹ ਹਿੱਸਾ ਹੈ, ਡਾਇਰੈਕਸ਼ਨ ਵਾਲਾ ਹਿੱਸਾ ਹੈ। ਸੋ ਮੈਂ ਰੋਲ ਹੈ ਨਹੀਂ ਸੀ ਪਸੰਦ, ਮੈਨੂੰ ਇਹ ਕੰਮ ਆ ਰਿਹਾ ਸੀ, ਉਸ ਕਰਕੇ ਮੈਂ ਖੁਦ ਟ੍ਰਾਂਜ਼ਿਸ਼ਨ ਹੋ ਗਿਆ। ਮੈਂ ਐਕਟ ਹਾਲੇ ਵੀ ਕਰਦਾ, ਪਰ ਜਦੋਂ ਕੋਈ ਹੋਰ ਡਾਇਰੈਕਟ ਕਰ ਰਿਹਾ ਹੋਵੇ ਤਾਂ ਮੈਂ ਉਸ ਵਿੱਚ ਕਦੀ ਕਦਾਈ ਕਰ ਲੈਂਦਾ, ਪਰ ਮੇਰਾ ਬਹੁਤਾ ਹਿੱਸਾ ਡਾਇਰੈਕਸ਼ਨ ਵਾਲੇ ਪਾਸੇ ਗੁਜ਼ਰਦਾ ਹੈ। ਠੀਕ ਹੈ ਜੀ। ਕਾਫੀ ਦਰਸ਼ਕ ਜਿਹੜੇ ਜਗਵਿੰਦਰ ਜੱਜ ਹੋਣੀ, ਉਹਨਾਂ ਨੇ ਤੁਹਾਡੀ ਪਰਫਾਰਮੈਂਸ ਨੂੰ ਬਹੁਤ ਸਲਾਹਿਆ। ਇੰਦਰਜੀਤ ਗੋਲਟੀ ਉਹਨਾਂ ਨੇ ਲਿਖਿਆ ਕਿ ਗੁੱਡ ਪਰਫਾਰਮੈਂਸ,
ਸੰਦੀਪ ਸ਼ਰਮਾ ਕਹਿੰਦਾ ਰੰਗਮੰਚ ਜਿੰਦਾਬਾਦ, ਹਰਜੀਤ ਕੌਰ ਔਜਲਾ ਵੈਲ ਸੈਟ ਸਰਬਜੀਤ, ਲੈਣਾ ਸਾਹਿਬ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਨੇ, ਸੰਜੀਵਨ ਸਿੰਘ ਮੋਹਾਲੀ ਤੋਂ ਨਾਟਕ ਸਾਹਿਤ ਦੀ ਸਭ ਤੋਂ ਔਖੀ ਵਿਧਾ ਤਾਂ ਇਹੀ ਹੈ, ਪਰ ਬਾਹਰਲੇ ਮੁਲਕਾਂ ਵਿਚਲੇ ਰੰਗਕਰਮੀਆਂ ਦਾ ਨਾਟਕ ਕਰਨਾ ਔਖੇ ਤੋਂ ਵੀ ਔਖਾ ਹੈ। ਰੋਟੀ ਰੋਜੀ ਦੇ ਨਾਲ ਨਾਲ ਰੰਗਮੰਚ ਕਰਨਾ ਜਿਹੜਾ ਇਹ ਸੰਜੀਵਨ ਹੋਣਾ ਬਹੁਤ ਵਧੀਆ ਗੱਲ ਕਹੀ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿੱਥੇ ਸਾਨੂੰ ਦੋ ਪਹੀਏ ਬਰਾਬਰ ਜਿਹੜੇ ਨੇ ਉਹ ਚਲਾਉਣੇ ਪੈਂਦੇ ਨੇ, ਜ਼ਿੰਦਗੀ ਦਾ ਤੇ ਨਾਲ ਨਾਲ ਨਾਟਕ ਦਾ ਵੀ, ਇਹਦੇ ਵਿੱਚ ਤੁਹਾਨੂੰ ਕਿੰਨੀ ਕੁ ਔਖ ਆਈ ਹੈ ਜਾਂ ਕਿੰਨੀ ਕੁ ਇਹਦੇ ਵਿੱਚ ਸਫਲਤਾ ਮਿਲੀ ਹੈ? ਮੈਨੂੰ ਜੀ ਕੋਈ ਜ਼ਿਆਦਾ ਲੰਬੀ ਚੌੜੀ ਦਿੱਕਤ ਨਹੀਂ। ਮੈਂ ਹਮੇਸ਼ਾ ਇਹ ਮੰਨਿਆ ਕਿ ਜਿਹੜਾ ਤੁਹਾਡਾ ਕੰਮ ਕਰਨ ਦਾ ਵਾਲੇ ਪਾਸੇ ਤੁਹਾਡੀ ਤਵੱਜੋ ਹੋਏਗੀ, ਤੁਸੀਂ ਕਰ ਲਵੋਗੇ, ਤੁਸੀਂ ਰਾਹ ਬਣਾ ਲਵੋਗੇ। ਤਾਂ ਸ਼ੌਂਕ ਦੀ ਗੱਲ ਹੈ ਜੀ। ਮੈਨੂੰ ਚੰਗਾ ਲੱਗਦਾ ਸੀ, ਮੈਂ ਇਸ ਲਈ ਆਪਣਾ ਰਾਹ ਆਪਣੇ ਆਪ ਬਣਾ ਲਿਆ। ਸੋ ਮੈਨੂੰ ਕੋਈ ਲੰਬੀ ਚੌੜੀ ਦਿੱਕਤ ਨਹੀਂ ਆਈ ਹੈ। ਮੈਂ ਖਾਸ ਤੌਰ ਤੇ ਜੋ ਤੁਸੀਂ ਕਮੈਂਟਸ ਪੜ੍ਹ ਰਹੇ ਸੀ, ਮੈਂ ਵੀ 2 ਕਮੈਂਟਸ ਪੜ੍ਹੇ, ਮੈਂ ਉਹਨਾਂ ਦਾ ਜ਼ਿਕਰ ਇਸ ਕਰਕੇ ਕਰਨਾ ਇੱਥੇ ਜ਼ਰੂਰੀ ਸਮਝਦਾ ਵਾਂ ਕਿ ਜਿਹੜੀ ਫੈਮਿਲੀ ਦੀ ਜਿਹੜੀ ਸਪੋਰਟ ਹੈ ਨਾ ਜੀ, ਉਸ ਦੇ ਉੱਤੇ ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਿਹੜੇ ਤੁਸੀਂ ਵੀ ਜ਼ਿਕਰ ਕੀਤਾ। ਮੈਨੂੰ ਨਾ ਤਾਂ ਕੋਈ ਫੈਮਿਲੀ ਵੱਲੋਂ ਸਪੋਰਟ ਦਿੱਕਤ ਸੀਗੀ, ਨਾ ਮੈਨੂੰ ਕੰਮਕਾਰ ਵਾਲੇ ਪਾਸੇ ਕੋਈ ਦਿੱਕਤ ਸੀ। ਮੈਂ ਆਪਣਾ ਬਿਜ਼ਨਸ ਰਨ ਕਰਦਾ। ਮੇਰੇ ਨਾਲ ਮੇਰੇ ਕੋ ਵਰਕਰਸ ਉਹਨਾਂ ਨੂੰ ਦੱਸ ਦਿੰਦਾ, ਯਾਰ ਮੈਨੂੰ ਹੁਣ ਇਹ ਸ਼ਾਮ ਨੂੰ ਤੰਗ ਨਾ ਕਰਿਆ ਕਰੋ। ਮੈਂ ਰਿਹਰਸਲ ਸਪੇਸ ਆਪਣੇ ਆਫਿਸ ਨੂੰ ਵੀ ਬਣਾ ਲੈਂਦਾ, ਉੱਥੇ ਉਹ ਵੀ ਤੰਗ ਨਹੀਂ ਕਰਦੇ, ਉਹ ਸਭ ਕੁਛ ਸਪੋਰਟ ਕਰਦੇ ਨੇ ਮੇਰੇ ਆਫਿਸ ਦਾ ਸਟਾਫ। ਜਿਵੇਂ ਇਹਦੀ ਵੀਡੀਓ ਸ਼ੂਟ ਕਰਨ ਵਿੱਚ ਮੈਂ ਕੱਲ ਰਾਤ ਹੀ ਸ਼ੂਟ ਕੀਤਾ, ਰਾਤ 3 ਵਜੇ ਤੱਕ ਬੈਠ ਕੇ ਮੇਰੇ ਸਾਥੀ ਮਨਪ੍ਰੀਤ ਉਹਨੂੰ ਐਡਿਟ ਕਰਦੇ ਰਹੇ। ਜਗਵਿੰਦਰ ਮੇਰੇ ਬੜੇ ਪਿਆਰੇ ਸਾਥੀ ਨੇ, ਬੜੇ ਅਜ਼ੀਜ਼ ਨੇ। ਜਗਵਿੰਦਰ ਨੇ ਆ ਕੇ ਕੱਲ ਉਹਨੂੰ ਫਾਈਨ ਟਿਊਨ ਕਰਨ ਦੀ ਕੋਸ਼ਿਸ਼ ਕੀਤੀ ਅਖੀਰਲੇ ਮੌਕੇ ਤੇ ਆ ਕੇ, ਯਾਰ ਥੋੜੀ ਇਹ ਚੀਜ਼ਾਂ ਬਦਲ ਲੈ। ਸੋ ਮੈਨੂੰ ਕੋਈ ਦਿੱਕਤ ਹੈ ਹੀ ਨਹੀਂ ਹੈ ਡਰਾਮੇ ਨੂੰ ਲੈ ਕੇ। ਮੈਂ ਤਾਂ ਸਟਰਗਲ ਸ਼ਬਦ ਦੇ ਬਿਲਕੁਲ ਸਖਤ ਖਿਲਾਫ ਹੈ। ਜਦੋਂ ਕਹਿੰਦੇ ਕਿ ਡਰਾਮੇ 'ਚ ਸਟਰਗਲ ਬੜੀ ਹੈ, ਮੈਂ ਕਹਿੰਦਾ ਸਟਰਗਲ ਨਹੀਂ ਜੀ, ਮਸ਼ੱਕਤ ਹੈ। ਕਰੋ, ਕਿਸੇ ਵੀ ਕੰਮ ਦੀ ਮਸ਼ੱਕਤ ਕਰਦੇ ਆ ਤਾਂ ਡਰਾਮੇ ਵਿੱਚ ਕਿਉਂ ਨਹੀਂ? ਬਿਲਕੁਲ ਸਹੀ ਗੱਲ। ਐਕਚੁਅਲੀ ਜਦੋਂ ਤੁਸੀਂ ਕਿਸੇ ਕੰਮ ਨੂੰ ਪੂਰੀ ਸ਼ਿੱਦਤ ਨਾਲ ਕਰਨ ਲੱਗ ਜਾਓ ਤਾਂ ਫਿਰ ਉਹ ਸਟਰਗਲ ਨਹੀਂ ਲੱਗਦੀ। ਬਿਲਕੁਲ ਜੀ। ਮੇਰਾ ਇਹ ਮੰਨਣਾ ਕਿ ਕੋਈ ਵੀ ਕੰਮ ਹੈ ਜਿੰਨਾ ਚਿਰ ਤੁਸੀਂ ਕਰਨਾ ਤਾਂ ਹੈ ਹੀ ਹੈ, ਤੇ ਫਿਰ ਉਹਨੂੰ ਇੰਜੋਏ ਕਰਕੇ ਕਰੋ, ਉਹ ਵਧੀਆ ਤੇ ਸੌਖਾ ਹੋ ਜਾਂਦਾ। ਰੰਗਮੰਚ ਵੀ ਇਦਾਂ ਹੀ ਹੈ। ਕੈਨੇਡਾ ਦੇ ਵਿੱਚ ਤੁਸੀਂ ਪੰਜਾਬੀ ਰੰਗਮੰਚ ਦਾ ਫਿਊਚਰ ਜਿਹੜਾ ਉਹ ਕਿੱਦਾਂ ਦਾ ਦੇਖਦੇ ਹੋ? ਮੈਨੂੰ ਪਤਾ ਬਹੁਤ ਮਤਲਬ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਹੈ ਟੋਰਾਂਟੋ ਦੇ ਵਿੱਚ, ਖਾਸ ਕਰਕੇ, ਜਾਂ ਹੋਰ ਵੀ ਕੈਨੇਡਾ ਦੇ ਸਾਰੇ ਸ਼ਹਿਰਾਂ ਦੇ ਵਿੱਚ। ਪੰਜਾਬੀ ਰੰਗਮੰਚ ਦਾ ਭਵਿੱਖ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਕੈਨੇਡਾ ਦੇ ਵਿੱਚ? ਸੋ ਸਹੀ ਮਾਇਨੇ ਜੇ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਤੇ ਜੇ ਪੰਜਾਬੀ ਰੰਗਮੰਚ ਦਾ ਜੇ ਕਿਤੇ ਭਵਿੱਖ ਹੈ ਪੰਜਾਬ ਤੋਂ ਬਾਹਰ, ਚਾਹੇ ਉਹ ਚੜ੍ਹਦਾ ਜਾਂ ਲਹਿੰਦੇ ਤੋਂ ਬਾਹਰ ਦੀ ਮੈਂ ਗੱਲ ਕਰ ਰਿਹਾ ਜੀ, ਉਹ ਜੇ ਕਿਤੇ ਹੈ ਤੇ ਉਹ ਕੈਨੇਡਾ ਵਿੱਚ ਹੀ ਹੈ। ਕਿਉਂਕਿ ਇੱਥੇ ਨਵੀਂ ਪਨੀਰੀ ਨੌਜਵਾਨ ਬੱਚੇ ਰੋਜ਼ਾਨਾ ਆ ਰਹੇ ਨੇ ਪੰਜਾਬ ਤੋਂ। ਸਾਡੇ ਕੋਲ ਇੰਨੇ ਸਟੂਡੈਂਟਸ ਇੱਥੇ ਹੁੰਦੇ ਨੇ, ਨੌਜਵਾਨ ਐਕਟਰਸ ਆ ਰਹੇ ਨੇ ਜਿਹੜੇ ਕਿ ਪੰਜਾਬੀ ਜਿਹਨਾਂ ਦੀ ਦਿਲਚਸਪੀ ਹੈ, ਉਹ ਆਪਣੇ ਕੰਮਾਂ ਕਾਰਾਂ ਤੋਂ ਤੰਗ ਆ ਕੇ ਜਦੋਂ ਵੇਲ ਭਾਲਦੇ ਨੇ, ਕਹਿੰਦੇ ਯਾਰ ਕੁਛ ਕੀਤਾ ਜਾਵੇ, ਉਹਨਾਂ ਦੇ ਅੰਦਰ ਅਰਜ਼ ਹੈ, ਕੁਛ ਕਰਨਾ ਚਾਹੁੰਦੇ ਨੇ, ਤੇ ਉਹ ਥੀਏਟਰ ਵੱਲ ਨੂੰ ਹੋ ਤੁਰਦੇ ਨੇ। ਤੇ ਸਾਨੂੰ ਵੀ ਚੰਗਾ ਲੱਗਦਾ। ਸੋ ਮੈਨੂੰ ਲੱਗਦਾ ਕਿ ਕੈਨੇਡਾ ਵਿੱਚ ਪੰਜਾਬੀ ਥੀਏਟਰ ਦਾ ਭਵਿੱਖ ਬਹੁਤ ਹੀ ਵਧੀਆ ਹੈ। ਹਾਂ, ਸਾਡੇ ਕੋਲ ਹੋ ਸਕਦਾ ਕੁਝ ਪੂਰਨਤਾਈਆਂ ਹੋਣ, ਸ਼ਾਇਦ ਸਾਡੇ ਕੋਲ ਉਸ ਕਿਸਮ ਦੀ ਟ੍ਰੇਨਿੰਗ ਵਾਲੇ ਬੰਦੇ ਘੱਟ ਹੋਣ, ਜਿਵੇਂ ਕਿ ਇੰਡੀਆ ਵਿੱਚ ਚੰਗੇ ਪ੍ਰੀਮੀਅਰ ਇੰਸਟੀਚਿਊਟਸ ਤੋਂ ਪਟਿਆਲੇ ਤੋਂ ਲੋਕ ਪੜ੍ਹ ਕੇ ਆਉਂਦੇ ਨੇ ਜਾਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪੜ੍ਹ ਕੇ ਆਉਂਦੇ ਨੇ। ਸਾਡੇ ਕੋਲ ਉਸ ਲੈਵਲ ਦੇ ਬੰਦੇ ਨਾ ਹੋਣ, ਪਰ ਸਾਡੇ ਕੋਲ ਚੰਗੇ ਘੜੇ ਹੋਏ ਤਜਰਬੇਕਾਰ ਸਾਡੇ ਕੋਲ ਬਹੁਤ ਸਾਰੇ ਅਦਾਕਾਰ ਨੇ। ਜਿਸ ਤਰ੍ਹਾਂ ਮੈਂ ਬਾਰ-ਬਾਰ ਜ਼ਿਕਰ ਕਰਾਂ, ਜਗਵਿੰਦਰ ਜੱਜ ਹੈ, ਪ੍ਰੀਤ ਸੰਘਾ ਹੈ, ਨੌਜਵਾਨ ਮੁੰਡਾ ਬਹੁਤ ਵਧੀਆ ਕੰਮ ਕਰਦਾ ਹੈ। ਸਾਡੇ ਕੋਲ ਬਹੁਤ ਵਧੀਆ ਇੱਥੇ ਲੋਕ ਨੇ। ਫਿਊਚਰ ਕੈਨੇਡਾ ਵਿੱਚ ਪੰਜਾਬੀ ਥੀਏਟਰ ਦਾ ਬਹੁਤ ਬ੍ਰਾਈਟ ਹੈ ਜੀ, ਮੈਂ ਮੰਨਦਾ। ਵੈਰੀ ਨਾਈਸ। ਅੱਛਾ, ਜਿਹੜੇ ਸਟੂਡੈਂਟ ਦੀ ਤੁਸੀਂ ਗੱਲ ਕੀਤੀ ਹੈ, ਉਹ ਜਦੋਂ ਆਉਂਦੇ ਨੇ ਉਹਨਾਂ ਨੇ ਸਟੱਡੀ ਵੀ ਕਰਨੀ ਹੈ, ਮੈਨੂੰ ਪਤਾ ਉਹਨਾਂ ਨੂੰ ਫੀਸਾਂ ਦੇ ਲਈ ਜੌਬ ਵੀ ਕਰਨੀ ਪੈਂਦੀ ਹੈ। ਉਹਨਾਂ ਸਟੂਡੈਂਟਸ ਦੀ ਜਿਹੜੀ ਹੈ ਰੰਗਮੰਚ ਦੇ ਲਈ ਉਹ ਟਾਈਮ ਉਹ ਕਿੱਦਾਂ ਕੱਢਦੇ ਨੇ? ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ। ਇੱਕ ਬੜਾ ਕਿੱਸਾ ਸੁਣਾਉਣ ਲੱਗਾ। ਅਸੀਂ 2 ਸਾਲ ਪਹਿਲਾਂ ਇੱਕ ਡਰਾਮਾ ਖੇਡਿਆ ਸੀ, ਗੱਲਾਂ ਤੇਰੀ। ਉਸ ਵਿੱਚ ਸਟੂਡੈਂਟਸ ਦੀ ਲਾਈਫ ਤੇ ਸੀ। ਉਸ ਵਿੱਚ ਸਾਡਾ ਇੱਕ ਅਦਾਕਾਰ ਹੈ ਜੀ, ਪ੍ਰੀਤਿੰਦਰ ਗਿੱਲ। ਉਹਨਾਂ ਦੇ ਨਾਲ ਸਟੂਡੈਂਟ ਤੋਂ ਵਰਕ ਪਰਮਿਟ ਤੇ ਆਇਆ ਹੀ ਸੀ। ਉਹ ਇੰਨਾ ਕੁ ਡੈਡੀਕੇਟਿਡ ਕਲਾਕਾਰ ਹੈ ਜੀ, ਤੁਸੀਂ ਇਸ ਤੋਂ ਅੰਦਾਜ਼ਾ ਲਾਇਓ ਕਿ ਜਿਸ ਦਿਨ ਸ਼ੋਅ ਸੀ ਉਹਦੇ ਕੰਮ ਤੋਂ ਉਹਨੂੰ ਛੁੱਟੀ ਨਹੀਂ ਸੀ ਮਿਲਦੀ। ਉਹਦੇ ਬੌਸ ਨੇ ਕਹਿੰਦੇ ਛੁੱਟੀ ਨਹੀਂ ਦੇਣੀ। ਉਹਦਾ ਕੈਰੀਅਰ, ਉਹਦਾ ਇਮੀਗ੍ਰੇਸ਼ਨ ਸਟੇਕ ਤੇ ਸੀ। ਉਹ ਭਲਵਾਨ ਨੌਕਰੀ ਛੱਡ ਆਇਆ, ਕਹਿੰਦੇ ਮੈਂ ਰਿਜ਼ਾਈਨ ਕਰ ਦਿਆਂਗਾ ਪਰ ਮੈਂ ਡਰਾਮਾ ਜ਼ਰੂਰ ਕਰਾਂਗਾ। ਸੋ ਪ੍ਰੀਤਿੰਦਰ ਗਿੱਲ ਜਿਸ ਨੂੰ ਸੁਣ ਰਹੇ, ਜਿਹੜੇ ਹੋਰ ਸਾਡੇ ਸਾਥੀ ਸੁਣ ਰਹੇ, ਉਸ ਗੱਲ ਦੀ ਤਸਦੀਕ ਕਰ ਸਕਦੇ ਨੇ ਕਿ ਉਸ ਡਰਾਮੇ ਲਈ ਉਹ ਨੌਕਰੀ ਛੱਡ ਕੇ ਆ ਗਿਆ ਸੀ।
ਇਸ ਕਿਸਮ ਦੀ ਸ਼ਿੱਦਤ ਵਾਲੇ ਵੀ ਸਾਡੇ ਨਾਲ ਲੋਕ ਕੰਮ ਕਰਦੇ ਨੇ ਜੀ। ਨਹੀਂ, ਉਹਨਾਂ ਦੀ ਸ਼ਿੱਦਤ ਨੂੰ ਸਲਾਮ ਹੈ ਜੀ, ਉਹਨਾਂ ਦੇ ਸਿਦਕ ਨੂੰ ਸਲਾਮ ਹੈ। ਪੰਜਾਬੀ ਰੰਗਮੰਚ ਜਿਹੜਾ ਹੈ, ਜੀ ਤੁਸੀਂ ਲਗਾਤਾਰ ਕੈਨੇਡਾ ਦੇ ਵਿੱਚ ਕਰ ਰਹੇ ਹੋ, ਟੋਰਾਂਟੋ ਦੇ ਵਿੱਚ। ਤੁਹਾਡਾ ਕਦੇ ਰੂਬਰੂ ਵੈਂਕੂਵਰ ਵਾਲੇ ਬੰਨੇ ਮੈਂ ਦੇਖਿਆ ਵੀ ਰੰਗਮੰਚ ਹੈ, ਜਾਂ ਟੋਰਾਂਟੋ ਵਾਲੇ ਬੰਨੇ ਜਿਹੜੇ ਕੈਨੇਡਾ ਦੇ ਵਿੱਚ ਸੈਂਟਰ ਦੇ ਵਿੱਚ ਨੇ, ਉੱਥੇ ਇੰਨਾ ਜ਼ਿਆਦਾ ਰੰਗਮੰਚ ਨਹੀਂ ਪ੍ਰਫੁੱਲਤ ਹੈਗਾ, ਇਹਦਾ ਕੀ ਕਾਰਨ ਹੈ? ਸੋ ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ ਮੁੱਢਲੇ ਤੌਰ ਤੇ 4 ਥਾਵਾਂ ਤੇ ਹੈ ਜੀ। ਇੱਕ ਟੋਰਾਂਟੋ, ਦੂਸਰਾ ਵੈਨਕੂਵਰ, ਕੈਲਗਰੀ ਤੇ ਕੁਝ ਹੱਦ ਤੱਕ ਮੌਂਟਰੀਅਲ। ਤੇ ਸ਼ੋਜ਼ ਵੀ ਜਿਹੜੇ ਹੁੰਦੇ ਨੇ ਇੱਥੇ ਕੀ ਹੁੰਦੇ ਨੇ, ਇਸੇ ਕਰਕੇ ਰੰਗਕਰਮੀ ਉੱਥੇ ਨੇ, ਚਾਹੇ ਉਹ ਕੈਲਗਰੀ ਵਿੱਚ ਪਰਮਜੀਤ ਗਿੱਲ ਨੇ, ਜਾਂ ਗੁਰਦੀਪ ਜੀ ਨੇ ਵੈਨਕੂਵਰ ਦੇ ਵਿੱਚ ਸਾਰੀ ਗੁਰਦੀਪ ਆਰਟਸ ਅਕੈਡਮੀ ਵਾਲੇ, ਜਾਂ ਟੋਰਾਂਟੋ ਵਿੱਚ ਅਸੀਂ ਹੋ ਗਏ, ਜਾਂ ਹੋਰ ਕਈ ਸਾਰੇ ਹੋਰ ਸਾਡੇ ਸਾਥੀ ਨੇ, ਜਸਪਾਲ ਢਿੱਲੋਂ ਜੀ ਹੋ ਗਏ, ਗੁਰਚਰਨ ਸਿੰਘ ਜੀ ਹੋ ਗਏ, ਹੋਰ ਵੀ ਬੜੇ ਸਾਰੇ ਸਾਡੇ ਇੱਥੇ ਸਾਥੀ ਨੇ। ਸੋ ਜਿੱਥੇ ਪੰਜਾਬੀਆਂ ਦੇ ਵਸੋਂ ਹੈ, ਉੱਥੇ ਹੀ ਪੰਜਾਬੀ ਥੀਏਟਰ ਮੁੱਢਲੇ ਤੌਰ ਤੇ ਹੋ ਰਿਹਾ। ਪਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਪੰਜਾਬੀ ਸਪਰੈਡ ਹੋ ਰਹੇ ਨੇ, ਹੋਰ ਸ਼ਹਿਰਾਂ ਜਾ ਕੇ ਵੱਸ ਰਹੇ ਨੇ, ਸ਼ੋਜ਼ ਘੱਟੋ ਘੱਟ ਜ਼ਰੂਰ ਹੋਣ ਲੱਗ ਜਾਣਗੇ ਹੋਰ ਸ਼ਹਿਰਾਂ ਵਿੱਚ, ਜਿਹੜੇ ਜਿਵੇਂ ਕਿਚਨਰ, ਵਾਟਰਲੂ ਵਿੱਚ ਵੀ ਸ਼ੋਅ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜੀ। ਨਹੀਂ, ਬਹੁਤ ਵਧੀਆ। ਅੱਛਾ, ਤੁਹਾਡੇ ਨਾਲ ਗੱਲਬਾਤ ਕਰਦਿਆਂ ਮੈਨੂੰ ਇੱਕ ਬਲਜਿੰਦਰ ਸਿੰਘ ਲਹਿਣਾ ਹੋਣਾ ਦਾ ਕਮੈਂਟ ਜਿਹੜਾ ਉਹ ਆਇਆ, ਉਹਨਾਂ ਨੇ ਤੁਹਾਡੇ ਜਰੀਏ, ਇਸ ਮੰਚ ਦੇ ਜਰੀਏ ਪੰਜਾਬੀ ਨਾਟਕਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਬਾਹਰਲੇ ਮੁਲਕ ਦੀਆਂ ਕਹਾਣੀਆਂ ਤੇ ਜਿਹੜੇ ਨਾਟਕ ਹੈ ਉਹਨਾਂ ਦੀ ਬਹੁਤ ਘਾਟ ਹੈ। ਪੰਜਾਬੀ ਨਾਟਕ ਜਿਹੜਾ ਉਹਨੂੰ ਪੰਜਾਬ ਤੱਕ ਸੀਮਤ ਨਾ ਰੱਖ ਕੇ, ਹੁਣ ਬਹੁਤ ਸਾਰੇ ਪੰਜਾਬੀ ਜਿਹੜੇ ਬਾਹਰਲੇ ਮੁਲਕਾਂ ਵਿੱਚ ਵੀ ਬੈਠੇ ਨੇ, ਉਹਨਾਂ ਦੇ ਜੀਵਨ ਸ਼ੈਲੀ ਦੇ ਵਿੱਚ ਜਾਂ ਉਹਨਾਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਪੰਜਾਬੀ ਨਾਟਕ ਜਿਹੜਾ ਉਹ ਵੀ ਲਿਖਣਾ ਸ਼ੁਰੂ ਹੋਣਾ ਚਾਹੀਦਾ, ਉਸ ਦੀ ਘਾਟ ਦੀ ਉਹ ਗੱਲ ਕਰ ਰਹੇ ਨੇ। ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋ? ਜੀ, ਵਾਕਈ ਇਹ ਗੱਲ ਬਿਲਕੁਲ ਸੱਚੀ ਹੈ। ਥੋੜੇ ਨਾਟਕ ਨੇ, ਕਿਉਂਕਿ ਨਾਟਕਕਾਰ ਬੜੇ ਥੋੜੇ ਨੇ ਪੰਜਾਬੀ ਜਿਹੜੇ ਲਿਖ ਰਹੇ ਨੇ। ਜਿਸ ਤਰ੍ਹਾਂ ਵੈਨਕੂਵਰ ਵਿੱਚ ਗੁਰਦੀਪ ਕੁਛ ਲਿਖਦੇ ਨੇ, ਸਾਧੂ ਬਿਨੰਗ ਜੀ ਨੇ, ਅਜਮੇਰ ਰੋਡੇ ਜੀ ਨੇ, ਇੱਥੇ ਟੋਰਾਂਟੋ ਵਿੱਚ ਓਂਕਾਰਪ੍ਰੀਤ ਹੈ, ਕੁਲਵਿੰਦਰ ਖਹਿਰਾ ਹੈ ਜੀ। ਮਤਲਬ ਗਿਣਵੇਂ ਛੋੜੇ ਉਹ 10 ਉਂਗਲਾਂ ਦੇ ਨਾਂ ਗਿਣੇ ਜਾ ਸਕਦੇ ਨੇ ਜੋ ਲੋਕ ਲਿਖ ਰਹੇ ਨੇ, ਤੇ ਇਸ ਕਰਕੇ ਨਾਟਕ ਘੱਟ ਲਿਖੇ ਜਾ ਰਹੇ ਨੇ। ਅੱਛਾ, ਫਿਰ ਸਭ ਦੂਸਰੀ ਜਿਹੜੀ ਕੈਨੇਡੀਅਨ ਪੰਜਾਬੀ ਨਾਟਕ ਦੀ ਜਿਹੜੀ ਕਮੀ ਜਾਂ ਕਮਜ਼ੋਰੀ ਹਜੇ ਜਿਹੜੀ ਕਹਿ ਲਵੋ, ਉਹ ਇਹ ਕਿ ਬਹੁਤੇ ਨਾਟਕ ਜਿਹੜੇ ਨੇ ਉਹ ਜਨਰੇਸ਼ਨ ਗੈਪ ਜਾਂ ਲਿਵਿੰਗ ਰੂਮ ਦੀ ਕਹਾਣੀਆਂ ਦੇ ਉੱਤੇ ਆਧਾਰਿਤ ਹੈ ਕਿ ਸਾਡੇ ਲਿਵਿੰਗ ਰੂਮ ਵਿੱਚ ਕੀ ਹੋ ਰਿਹਾ, ਕਿਹਨੂੰ ਕਿਸੇ ਨੇ ਕੀ ਕਿਹਾ, ਜਿਹਨੂੰ ਕਹਿਣਾ ਚਾਹੀਦਾ ਐਕਸਪੈਰੀਮੈਂਟ, ਉਹ ਨਹੀਂ ਹੋ ਰਹੇ ਜੀ। ਐਕਸਪੈਰੀਮੈਂਟ ਦੀ ਜਿਹੜੀ ਹਜੇ ਘਾਟ ਹੈ। ਅਸੀਂ ਕੋਸ਼ਿਸ਼ ਕਰਾਂਗੇ, ਮੇਰਾ ਖਿਆਲ ਕਿ ਇਸ ਮੰਚ ਦੇ ਜ਼ਰੀਏ ਕਿ ਜੋ ਵੀ ਜਿੰਨੇ ਵੀ ਕੈਨੇਡਾ ਵਾਸਤੇ ਲਿਖਾਰੀ ਨੇ, ਉਹ ਕੁਝ ਚੰਗਾ ਐਕਸਪੈਰੀਮੈਂਟਲ ਲਿਖਣ ਤਾਂ ਕਿ ਹੋਰ ਵਧੀਆ ਡਰਾਮਾ ਸਾਡੇ ਸਾਹਮਣੇ ਆਵੇ। ਸਮੇਂ ਦੀ ਮੈਨੂੰ ਲੱਗਦਾ ਵੀ ਮੰਚ ਦੇ ਪ੍ਰਬੰਧਕਾਂ ਵੱਲੋਂ ਇਸ਼ਾਰਾ ਆ ਰਿਹਾ, ਪਰ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਫੇਸਬੁੱਕ ਦੇ ਉੱਤੇ ਲਗਾਤਾਰ ਆ ਰਹੇ ਨੇ। ਉਹਨਾਂ ਦੇ ਵਿੱਚ ਇੱਕ ਸਵਾਲ ਜਿਹੜਾ ਮੈਂ ਉਹ ਪੜ੍ਹ ਕੇ ਆਪਾਂ ਅੱਗੇ ਇਸ ਤੋਂ ਇਜਾਜ਼ਤ ਲਵਾਂਗੇ। ਰਜਤ ਮਜੰਦਾ ਦਾ ਜਵਾਬ ਹੈ, ਸਵਾਲ ਹੈ ਕਿ ਪਰਫਾਰਮੈਂਸ ਦੇ ਵਿੱਚ ਇਮੋਸ਼ਨ ਲੈ ਕੇ ਆਉਣ ਵਾਸਤੇ ਪ੍ਰੈਕਟਿਸ ਕਿਵੇਂ ਕਰ ਸਕਦੇ ਹੋ, ਲਾਈਕ ਯੂ ਡਿਡ ਇਟ ਇਨ ਯੂਰ ਪਲੇ? ਇਹਨੂੰ ਬਹੁਤ ਸਾਰੀ ਟੈਕਨੀਕਸ, ਥੀਏਟਰ ਟੈਕਨੀਕਸ ਦੀ ਗੱਲ ਜੇ ਅਸੀਂ ਕਰੀਏ, ਬਹੁਤ ਸਾਰੀ ਵੱਖੋ ਵੱਖਰੀ ਟੈਕਨੀਕਸ ਜਿਹਨੂੰ ਵਰਤਦੇ ਹਾਂ ਅਸੀਂ। ਮੈਂ ਕਿਹਾ ਇਹਨੂੰ ਮੁਕਤਸਰ ਦੀ ਗੱਲ ਕਹਿ ਰਹੇ ਨਾ ਕਿ ਇਹਦੇ ਵਿੱਚ ਮਿਹਨਤ ਦੀ ਲੋੜ ਹੈ, ਟੈਕਨੀਕਸ ਵਰਤਣ ਦੀ ਲੋੜ ਹੈ। ਅਸੀਂ ਵਰਕਸ਼ਾਪਸ ਕਰਦੇ ਹਾਂ। ਅਸੀਂ ਇਨਫੈਕਟ ਕੱਲ ਵੀ ਇੱਕ ਵਰਕਸ਼ਾਪ ਕਰ ਰਹੇ ਹਾਂ, ਇਸੇ ਵਕਤ ਸਾਡੀ ਵਰਕਸ਼ਾਪ ਵੀ ਹੋਣੀ ਹੈ। ਅਸੀਂ ਬਹੁਤ ਸਾਰੇ ਚੰਗੇ ਐਕਟਰਸ ਨਾਲ, ਡਾਇਰੈਕਟਰਸ ਨਾਲ ਵਰਕਸ਼ਾਪ ਕਰਦੇ ਹਾਂ। ਅਸੀਂ ਫੇਸਬੁੱਕ ਤੇ ਲਾਈਵ ਹੁੰਦੇ ਹਾਂ, ਉਸ ਵਿੱਚ ਸ਼ਾਇਦ ਉਸਦਾ ਕੱਲ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸੋ ਰਜਤ, ਕਿਉਂਕਿ ਸਮਾਂ ਥੋੜਾ ਹੈ, ਇਸ ਗੱਲ ਦਾ ਜਵਾਬ ਮੈਂ ਕੱਲ ਦੀ ਵਰਕਸ਼ਾਪ ਤੁਹਾਨੂੰ ਦੇਣਾ ਚਾਹਾਂਗਾ। ਪਰ ਮੈਂ ਇਸ ਮੰਚ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਹਾਲਾਂਕਿ ਮੈਨੂੰ ਲੱਗਦਾ ਸੀ ਕਿ ਵਰਚੁਅਲ ਥੀਏਟਰ ਕੋਈ ਥੀਏਟਰ ਨਹੀਂ ਹੈ, ਮੈਨੂੰ ਇਹ ਮਹਿਸੂਸ ਹੁੰਦਾ ਸੀ, ਪਰ ਮੈਨੂੰ ਲੱਗਦਾ ਕਿ ਇਸਨੇ ਜ਼ਰੂਰ ਇੱਕ ਕੰਮ ਜ਼ਰੂਰ ਕਰ ਦਿੱਤਾ ਹੈ ਕਿ ਸਾਨੂੰ ਸਾਰੇ ਪੰਜਾਬੀ ਰੰਗਕਰਮੀ ਨੂੰ, ਦੁਨੀਆ ਭਰ ਵਿੱਚ ਵਸਦੇ ਰੰਗਕਰਮੀ ਨੂੰ ਇਕੱਠਿਆਂ ਕਰਤਾ। ਸਾਨੂੰ ਇੱਕ ਦੂਸਰੇ ਨਾਲ ਜਾਣ ਪਛਾਣ ਵਧਾ ਦਿੱਤੀ ਸਾਡੀ। ਅਸੀਂ ਘੱਟੋ ਘੱਟ ਜਾਣ ਸਕੇ ਹਾਂ। ਕੁਝ ਨਾਂ ਤਾਂ ਅਸੀਂ ਪਹਿਲਾਂ ਜਾਣਦੇ ਸੀ, ਜਿਵੇਂ ਤੁਸੀਂ ਸੰਜੀਵਨ ਸਿੰਘ ਦਾ ਨਾਂ ਲਿਆ ਸੀ, ਬਹੁਤ ਸਾਲ ਪਹਿਲੇ ਮੈਨੂੰ ਉਹਨਾਂ ਮੁਹਾਲੀ 'ਚ ਉਹਨਾਂ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਸੀ। ਪਰ ਅੱਜ ਬਹੁਤ ਸਾਰੇ ਹੋਰ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਹਨਾਂ ਨੂੰ ਮੈਂ ਕਦੀ ਪਹਿਲਾਂ ਨਹੀਂ ਸੀ ਮਿਲ ਸਕਿਆ। ਸੋ ਵੀ ਮੰਚ ਦਾ ਇਸ ਕਰਕੇ ਸ਼ੁਕਰੀਆ, ਤੇ ਉਹਨਾਂ ਸਾਰੇ ਲੋਕਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਮੇਰੇ ਡਰਾਮੇ ਨੂੰ ਕ੍ਰਿਟੀਕ ਕੀਤਾ। ਮੈਂ ਹਾਲਾਂਕਿ ਕਾਮੈਂਟਸ ਵਾਲੇ ਨਹੀਂ ਪੜ੍ਹੇ ਨੇ, ਮੈਂ ਪੜ੍ਹਨਾ ਚਾਹਾਂਗਾ। ਜੋ ਮੇਰੇ ਡਰਾਮੇ ਨੂੰ ਕ੍ਰਿਟੀਕ ਕਰਦਾ, ਉਸ ਵਿੱਚ ਖਾਮੀਆਂ ਹੁਣ ਤਾਂ ਇਹ ਦੱਸਦਾ, ਮੈਂ ਉਸਨੂੰ ਆਪਣਾ ਗੁਰੂ ਮੰਨਦਾ। ਹਾਲਾਂਕਿ ਰਸਮੀ ਤੌਰ ਤੇ ਮੇਰੇ ਗੁਰੂ ਅਸ਼ੋਕ ਪੁਰਨ ਸਾਹਿਬ ਨੇ, ਗੁਰਦੀਪ ਸੇਰਾ ਸਾਹਿਬ ਨੇ,
ਲਿਖਣ ਵਿੱਚ ਮੇਰੇ ਗੁਰੂ ਡਾਕਟਰ ਚਰਨਦਾਸ ਸਿੱਧੂ ਜੀ ਨੇ, ਪਰ ਮੈਂ ਹਰ ਉਸ ਬੰਦੇ ਨੂੰ ਗੁਰੂ ਮੰਨਦਾ ਜੋ ਮੈਨੂੰ ਸੁਧਾਰ ਰਿਹਾ। ਸੋ ਜ਼ਰੂਰ ਆਪਣੇ ਵਿਚਾਰ ਦੇਣਾ, ਮੈਨੂੰ ਚੰਗਾ ਲੱਗੇਗਾ। ਨਹੀਂ, ਜਿੱਥੇ ਆਪਾਂ ਰਜਤ ਮਨਚੰਦਾ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ, ਰਜਤ ਜੀ ਮੈਨੂੰ ਐਂ ਲੱਗਦਾ ਹੁੰਦਾ ਕਿ ਜੇ ਤੁਹਾਡੇ ਵਿੱਚ ਜਜ਼ਬਾ ਹੈ ਤਾਂ ਇਮੋਸ਼ਨਸ ਜਾਂ ਟੈਕਨੀਕਸ ਉਹ ਆਪੇ ਹੀ ਆ ਜਾਂਦੀਆਂ ਨੇ। ਆਪਣਾ ਜਜ਼ਬਾ ਜਿਹੜਾ ਉਹਨੂੰ ਜ਼ਰੂਰ ਕਾਇਮ ਰੱਖੋ। ਰੰਗਮੰਚ ਦੇ ਵਿੱਚ ਜਜ਼ਬਾ ਹੀ ਜਿਹੜਾ ਉਹ ਮੁੱਢ ਹੈ ਇਸ ਦਾ, ਤੇ ਜਜ਼ਬੇ ਦੇ ਨਾਲ ਤੁਸੀਂ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਸਰ ਕਰ ਸਕਦੇ ਹੋ। ਵੀ ਮੰਚ ਨੇ ਜਿੱਥੇ ਪੰਜਾਬੀ ਰੰਗਮੰਚ ਇਸ ਮਹਾਮਾਰੀ ਕਰਕੇ ਬਿਲਕੁਲ ਖੜੋਤ ਵਿੱਚ ਆ ਗਿਆ ਸੀ। ਵੀ ਮੰਚ ਨੇ ਪਲੇਟਫਾਰਮ ਦੇ ਜ਼ਰੀਏ ਜਿੱਥੇ ਰੰਗਕਰਮੀਆਂ ਨੂੰ ਇਹ ਪਲੇਟਫਾਰਮ ਪ੍ਰਦਾਨ ਕਰਕੇ ਉਹਨਾਂ ਦੇ ਕਥਾਰਸਿਸ ਕੀਤਾ, ਉੱਥੇ ਹੀ ਇੱਕ ਦੂਜੇ ਦੇ ਨਾਲ ਜੋੜਿਆ। ਮੇਰਾ ਖਿਆਲ ਹੈ ਮਹਾਮਾਰੀ, ਕਿਸੇ ਵੀ ਮਹਾਮਾਰੀ ਜਿਹੜੀਆਂ ਵੀ ਪਹਿਲਾਂ ਦੁਨੀਆ ਦੇ ਵਿੱਚ ਆਈਆਂ ਨੇ, ਉਹਨਾਂ ਵਿੱਚੋਂ ਕੁਝ ਚੰਗੀਆਂ ਗੱਲਾਂ ਵੀ ਮਹਾਮਾਰੀਆਂ ਨੇ ਦਿੱਤਾ ਨੇ। ਵੀ ਮੰਚ ਜਿਹੜਾ ਇਹ ਮੇਰਾ ਖਿਆਲ ਉਹਨਾਂ ਚੰਗੀਆਂ ਗੱਲਾਂ ਦੇ ਵਿੱਚ ਪੰਜਾਬੀ ਰੰਗਮੰਚ ਦੇ ਇਤਿਹਾਸ ਦੇ ਵਿੱਚ ਜ਼ਰੂਰ ਆਪਣਾ ਨਾਮ ਜਿਹੜਾ ਉਹ ਦਰਜ ਕਰਵਾ ਕੇ ਗਿਆ ਕਿ ਇਹ ਇੱਕ ਚੰਗਾ ਹੋਇਆ ਹੈ ਮਹਾਮਾਰੀ ਦੇ ਦੌਰਾਨ ਕਿ ਅਸੀਂ ਇੱਕ ਦੂਜੇ ਨਾਲ ਵੀ ਮੰਚ ਦੇ ਥਰੂ ਕਨੈਕਟ ਹੋ ਸਕੇ ਹਾਂ। ਸਰਬਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਪਣੇ ਪਿਛੋਕੜ ਬਾਰੇ, ਆਪਣੇ ਰੰਗਕਰਮੀ ਸਫ਼ਰ ਬਾਰੇ ਤੇ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਥੀਏਟਰ ਹੈ ਉਹਦੇ ਬਾਰੇ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਇਆ। ਆਪਾਂ ਅਗਲੀ ਵਾਰ ਫੇਰ ਮਿਲਣ ਦੇ ਨਾਲ ਇਜਾਜ਼ਤ ਲੈਂਦੇ ਹਾਂ। ਸਤਿ ਸ੍ਰੀ ਅਕਾਲ। ਦਰਸ਼ਕੋ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਮੰਚ ਦੇ ਜ਼ਰੀਏ ਸਰਬਜੀਤ ਸਿੰਘ ਅਰੋੜਾ ਹੋਣਾ ਦੀ ਇਸ ਪਰਫਾਰਮੈਂਸ ਨੂੰ ਦੇਖਿਆ, ਉਹਨਾਂ ਦੇ ਨਾਲ ਗੱਲਬਾਤ ਨੂੰ ਇੰਜੋਏ ਕੀਤਾ ਤੇ ਉਹਨਾਂ ਤੋਂ ਕੁਝ ਜਾਣਨ ਦੀ, ਕੁਝ ਸਿੱਖਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ। ਇਹ ਜਿਹੜਾ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ ਜਿਹੜਾ ਹੈ, ਆਨਲਾਈਨ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ, ਕੱਲ ਨੂੰ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ, ਇੱਕ ਨਵੇਂ ਜਿਹੜੇ ਸ਼ਖਸੀਅਤ ਪਾਕਿਸਤਾਨ ਤੋਂ ਨੇ ਜੋ ਪੰਜਾਬੀ ਰੰਗਮੰਚ ਉੱਥੇ ਲਗਾਤਾਰ ਕਰ ਰਹੇ ਨੇ, ਉਹਨਾਂ ਨੂੰ ਲੈ ਕੇ ਤੁਹਾਡੇ ਸਨਮੁਖ ਪੇਸ਼ ਹੋਵਾਂਗੇ। ਉਦੋਂ ਤੱਕ ਵੀ ਮੰਚ ਵੱਲੋਂ ਤੇ ਕੁਮਾਰ ਪਵਨ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈ ਰੰਗਮੰਚ। ਮਿਲਦੇ ਹਾਂ ਕੱਲ ਨੂੰ ਆਨਲਾਈਨ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ ਦੇ 22ਵੇਂ ਦਿਨ ਪਾਕਿਸਤਾਨ ਦੇ ਬਹੁਤ ਹੀ ਵਧੀਆ ਪੰਜਾਬੀ ਰੰਗਕਰਮੀ ਦੇ ਨਾਲ। ਤੇ ਲਓ, ਆਖਿਰ ਦੇ ਵਿੱਚ ਜਾਂਦੇ ਜਾਂਦੇ ਰੰਗਮੰਚ ਦਾ ਗੀਤ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਹੈ, ਉਸ ਦਾ ਆਨੰਦ ਮਾਣੋ ਤੇ ਉਡੀਕ ਕਰੋ ਕੱਲ ਤੱਕ ਦੀ। ਜੈ ਰੰਗਮੰਚ। ਤੂੰ ਮੇਰਾ ਗੀਤ ਸੁਣਦਾ ਜਾ, ਤੇਰੇ ਲਈ ਗਾ ਰਿਆਂ। ਤੂੰ ਮੇਰਾ ਗੀਤ ਸੁਣਦਾ ਜਾ, ਤੇਰੇ ਲਈ ਗਾ ਰਿਆਂ। ਮੈਂ ਥਲ ਵਿੱਚ ਪੁੱਜਦੀਆਂ ਸੱਸੀਆਂ ਲਈ ਕਿਣ-ਮਿਣ ਬੁਲਾ ਰਿਆਂ। ਤੂੰ ਮੇਰਾ ਗੀਤ ਸੁਣਦਾ ਜਾ, ਤੇਰੇ ਲਈ ਗਾ ਰਿਆਂ। ਇਹ ਮੇਰਾ ਗੀਤ ਅੰਬਰ ਸ਼ੋਰਿਆ, ਧਰਤੀ ਜਗਾਵਣ ਲਈ। ਗਮਾਂ ਦੇ ਵਿਛ ਗਏ ਪਰਛਾਵੇਂ ਤੇ ਕਿਰਨਾਂ ਵਿਛਾਵਣ ਲਈ। ਹਨੇਰੇ ਦੀ ਜ਼ਾਤ ਮਾਰਨ ਲਈ ਦੀਵਾ ਬੱਤੀ ਜਗਾ ਰਿਆਂ। ਤੂੰ ਮੇਰਾ ਗੀਤ ਸੁਣਦਾ ਜਾ, ਤੇਰੇ ਲਈ ਗਾ ਰਿਆਂ। ਤੂੰ ਮੇਰਾ ਗੀਤ ਸੁਣਦਾ ਜਾ, ਤੇਰੇ ਲਈ ਗਾ ਰਿਆਂ। ਪੰਛੀ ਘਰਾਂ ਨੂੰ ਪਰਤ ਗਏ, ਬੇੜੀ
किनारे आ गई, तड़प के दैत दे पंजे च यारो आ गई। ये पंजा कट्टने हथियार नू रेती लगा रहा, तू मेरा गीत सुनदा जा तेरे लई गा रहा, तू मेरा गीत सुनदा जा तेरे लई गा रहा।